जी दोस्तों, पंजाब साहित्य अकादमी ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਸਰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੰਕਟ ਕਾਲ ਤੇ ਅਸੀਂ ਦੇ ਵਿੱਚ ਅੱਜ 13ਵੇਂ ਐਪੀਸੋਡ ਦੇ ਵਿੱਚ ਆਪਾਂ ਜੁੜ ਰਹੇ ਹਾਂ। ਅੱਜ ਅਸੀਂ ਨਾਰੀ ਸਰੋਕਾਰਾਂ ਤੇ ਗੱਲਬਾਤ ਕਰ ਰਹੇ ਹਾਂ। ਡਾਕਟਰ ਸਰਬਜੀਤ ਕੌਰ ਸੋਲ ਤੇ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਦੀ ਸਰਪ੍ਰਸਤੀ ਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਦਾ ਇਹ ਜੋ ਲਾਈਵ ਸ਼ੋਅ ਹੈ ਇਹ 13ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਤੇ ਇਹਦੇ ਵਿੱਚ ਅਸੀਂ ਪਿਛਲੇ 12 ਦਿਨਾਂ ਦੇ ਵਿੱਚ ਬਹੁਤ ਸਾਰੇ ਵਿਦਵਾਨਾਂ ਚਿੰਤਕਾਂ ਨੂੰ ਮਿਲ ਚੁੱਕੇ ਹਾਂ। ਨਾਰੀ ਸਰੋਕਾਰਾਂ ਬਾਰੇ ਮੈਂ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਕਵਿਸ਼ਰੀ ਲਿਖੀ ਸੀ। ਮੈਂ ਉਹਦੀਆਂ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਆਪਾਂ ਗੱਲ ਅੱਗੇ ਤੋਰਾਂਗੇ। ਕਵਿਸ਼ਰੀ ਦੇ ਬੋਲ ਸੀ ਕਿ ਨਾਰੀ ਨਰ ਦਾ ਰਿਸ਼ਤਾ ਗੂੜਾ, ਨਰ ਵੀ ਨਾਰੀ ਬਿਨਾ ਅਧੂਰਾ। ਉਹਨੂੰ ਬਹੁਤੀ ਗੱਲ ਕੀ ਕਹੀਏ, ਦੋਵੇਂ ਇੱਕ ਗੱਡੀ ਦੇ ਪਹੀਏ, ਰਿਸ਼ਤਾ ਬੜਾ ਰੰਗੀਨੀ ਹੈ। ਇੱਕ ਹੋ ਗਿਆ ਪੈਂਚਰ, ਐਕਸੀਡੈਂਟ ਯਕੀਨੀ ਹੈ। ਅੱਜ ਕੱਲ ਦੋਵੇਂ ਜਣੇ ਅਧੂਰੇ, ਇੱਕ ਪਿੱਛੇ ਤੇ ਦੂਜਾ ਮੂਹਰੇ, ਦੋਵੇਂ ਸੀ ਆਪੋ ਵਿੱਚ ਨੇੜੇ, ਖੌਰੇ ਕਿਹੜੇ ਚੰਦਰੇ ਵੇਲੇ, ਸਿਰ ਤੇ ਆ ਗਈ ਆਫਤ ਜੀ, ਰੇਲ ਗੱਡੀ ਜੁੱਲੀ ਹੋ ਲੈ ਕੇ ਸਾਡਾ ਭਾਰਤ ਜੀ। ਸੋ ਦੋਸਤੋ, ਨਰ ਤੇ ਨਾਰੀ ਦੇ ਰਿਸ਼ਤੇ ਦੇ ਵਿੱਚ ਜੋ ਪਿਛਲੇ ਲੰਮੇ ਸਮੇਂ ਤੋਂ ਜੋ ਸਦੀਆਂ ਤੋਂ ਕੁਝ ਗੈਪ ਪਏ ਹੋਏ ਨੇ, ਉਹਦੇ ਕਰਕੇ ਸਾਨੂੰ ਨਰ ਤੇ ਨਾਰੀ ਦੇ ਮਸਲਿਆਂ ਤੇ ਇਹੋ ਜਿਹੇ ਸੈਮੀਨਾਰ, ਇਹੋ ਜਿਹੇ ਵੈਬੀਨਾਰ, ਇਹੋ ਜਿਹੇ ਚਰਚਾਵਾਂ ਕਰਨੀਆਂ ਪੈ ਰਹੀਆਂ ਨੇ। ਅਦਰਵਾਈਜ਼ ਤਾਂ ਦੋਵੇਂ ਇੱਕ ਗੱਡੀ ਦੇ ਪਹੀਏ ਸੀ, ਇਹ ਦੋਨਾਂ ਨੇ ਬਰਾਬਰ ਚੱਲਣਾ ਸੀ। ਪਰ ਜਦੋਂ ਇੱਕ ਪਹੀਆ ਅੱਗੇ ਤੇ ਦੂਜਾ ਪਿੱਛੇ ਹੋ ਜਾਂਦਾ ਹੈ ਤਾਂ ਉੱਥੇ ਫਿਰ ਜਿਹੜੇ ਚਿੰਤਕ ਨੇ, ਜਿਹੜੇ ਸੂਝਵਾਨ ਲੋਕ ਨੇ, ਉਹਨਾਂ ਨੂੰ ਇਹ ਮਸਲੇ ਵਿਚਾਰਨੇ ਪੈਂਦੇ ਨੇ, ਇਹਨਾਂ ਤੇ ਗੱਲਾਂ ਕਰਨੀਆਂ ਪੈਂਦੀਆਂ ਨੇ, ਇਹਨਾਂ ਤੇ ਚਿੰਤਨ ਕਰਨਾ ਪੈਂਦਾ ਹੈ। ਸੋ ਉਸ ਚਿੰਤਨ ਦੀ ਲੜੀ ਦੇ ਵਿੱਚ ਅੱਜ ਸਾਡੇ ਨਾਲ 3 ਪੈਨਲਿਸਟ ਨੇ। ਉਹਨਾਂ ਦੇ ਵਿੱਚੋਂ ਇੱਕ ਪੈਨਲਿਸਟ ਤੁਹਾਡੇ ਜਾਣੇ ਪਛਾਣੇ ਨੇ, ਸਾਡੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਲ। ਅੱਜ ਉਹਨਾਂ ਨੂੰ ਅਸੀਂ ਪੈਨਲਿਸਟ ਵਜੋਂ ਲੈ ਰਹੇ ਹਾਂ ਤੇ ਉਹ ਔਰਤ ਦੀ ਪ੍ਰਤੀਨਿਧਤਾ ਦੇ ਰੂਪ ਦੇ ਵਿੱਚ ਬਹੁਤ ਸਾਰੇ ਮਸਲਿਆਂ ਤੇ ਸਾਡੇ ਨਾਲ ਗੱਲ ਕਰਨਗੇ। ਇਹਦੇ ਨਾਲ ਨਾਲ ਦੂਜੇ ਦੋ ਜਿਹੜੇ ਪੈਨਲਿਸਟ ਨੇ, ਉਹਨਾਂ ਦੇ ਵਿੱਚੋਂ ਇੱਕ ਪੈਨਲਿਸਟ ਹੈ ਨਿਕਤਾ ਆਜ਼ਾਦ। ਨਿਕਤਾ ਆਜ਼ਾਦ ਇਸ ਵੇਲੇ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ MA ਹਿਸਟਰੀ ਦੀ ਵਿਦਿਆਰਥਣ ਹੈ ਤੇ ਹਿਊਮਨ ਰਿਲੇਸ਼ਨ ਦੇ ਵਿੱਚ ਇਹਨਾਂ ਦਾ ਵਿਸ਼ੇਸ਼ ਇੰਟਰਸਟ ਹੈ। ਇਸ ਮਸਲੇ ਤੇ ਇਹਨਾਂ ਨੇ ਪਿਛਲੇ ਸਮੇਂ ਤੋਂ ਬਹੁਤ ਸਾਰੇ ਆਰਟੀਕਲ ਲਿਖੇ ਨੇ, ਜਿਹੜੇ ਫੇਸਬੁੱਕ ਤੇ ਬਹੁਤ ਚਰਚਿਤ ਰਹੇ ਨੇ। ਅਖਬਾਰਾਂ ਦੇ ਵਿੱਚ ਇਹ ਆਰਟੀਕਲ ਛਪਦੇ ਰਹੇ ਨੇ। ਦੂਜੇ ਜਿਹੜੇ ਸਾਡੇ ਪੈਨਲਿਸਟ ਨੇ, ਤੀਜੇ ਪੈਨਲਿਸਟ, ਉਹ ਨੇ ਡਾਕਟਰ ਜਸ ਮਲਕੀਤ। ਡਾਕਟਰ ਜਸ ਮਲਕੀਤ ਐਜੂਕੇਸ਼ਨ ਦੇ ਵਿੱਚ PhD ਨੇ। ਜਦੋਂ ਹਿੰਦੁਸਤਾਨ ਦੇ ਵਿੱਚ ਸੀ, ਪੰਜਾਬ ਦੇ ਵਿੱਚ ਸੀ, ਉਦੋਂ ਕਾਲਜ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਕੰਮ ਕਰਦੇ ਸੀ। ਪਰ ਉਸ ਤੋਂ ਬਾਅਦ 7 ਸਾਲ ਪਹਿਲਾਂ ਇਹ ਚਲੇ ਗਏ ਕੈਨੇਡਾ, ਤੇ ਕੈਨੇਡਾ ਜਾ ਕੇ ਅੱਜ ਕੱਲ ਰੇਡੀਓ ਪੰਜਾਬ ਤੇ ਸੰਚਾਲਕ ਦੇ ਤੌਰ ਤੇ, ਹੋਸਟ ਦੇ ਤੌਰ ਤੇ, ਜੋਕੀ ਦੇ ਤੌਰ ਤੇ ਕੰਮ ਕਰ ਰਹੇ ਨੇ ਤੇ ਬਹੁਤ ਸਾਰੇ ਬਰਨਿੰਗ ਇਸ਼ੂਜ਼ ਤੇ ਰੋਜ਼ ਸ਼ੋਅ ਕਰਦੇ ਨੇ, ਰੋਜ਼ ਗੱਲਾਂ ਬਾਤਾਂ ਕਰਦੇ ਨੇ। ਸੋ ਇਹਨਾਂ ਤਿੰਨੇ ਪੈਨਲਿਸਟ ਦਾ ਅੱਜ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਜੀ ਡਾਕਟਰ ਸਰਬਜੀਤ ਕੌਰ ਸੋਲ, ਨਿਕਤਾ ਆਜ਼ਾਦ ਤੇ ਡਾਕਟਰ ਜਸ ਮਲਕੀਤ। बहुत शुक्रिया डॉक्टर साहब ਜੀ। ਅੱਜ ਤੁਹਾਡਾ ਸਵਾਗਤ ਮੈਂ ਹੀ ਕਰ ਰਿਹਾ ਕਿਉਂਕਿ ਸਰਬਜੀਤ ਸੋਲ ਮੈਮ, ਅਸੀਂ ਕੋਈ ਸਮਾਂ ਨਹੀਂ ਗਵਾਉਣਾ ਚਾਹੁੰਦੇ। ਵਿਦਵਾਨ ਸਾਡੇ ਕੋਲੇ 3 ਨੇ ਤੇ ਸਮਾਂ 1 ਘੰਟਾ, ਗੱਲਾਂ ਅਸੀਂ ਬਹੁਤ ਸਾਰੀਆਂ ਕਰਨੀਆਂ ਨੇ। ਸੋ ਸਿੱਧੇ ਆਪਾਂ ਗੱਲਬਾਤ ਦੇ ਇਸ਼ੂ ਤੇ ਆਉਣੇ ਆ, ਗੱਲਬਾਤ ਦੀ ਟੇਬਲ ਤੇ ਆਉਣੇ ਆ। ਤੇ ਮੈਂ ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਉਹ ਡਾਕਟਰ ਜਸ ਮਲਕੀਤ ਤੋਂ ਸ਼ੁਰੂ ਕਰੂੰਗਾ। ਡਾਕਟਰ ਜਸ ਮਲਕੀਤ, ਅਸੀਂ ਗਲੋਬਲ ਸੰਸਾਰ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਇਹਦੇ ਵਿੱਚ ਔਰਤ ਤੇ ਮਰਦ ਦੇ ਜਿਹੜੇ ਸਮੀਕਰਨ ਨੇ, ਰਿਸ਼ਤਿਆਂ ਦੇ ਸਮੀਕਰਨ ਬਦਲ ਰਹੇ ਨੇ। ਕੋਈ ਦੌਰ ਸੀ ਜਦੋਂ ਸਾਡੇ ਪੰਜਾਬ ਦੇ ਪ੍ਰਸੰਗ ਦੇ ਵਿੱਚ ਖਾਸ ਤੌਰ ਤੇ ਔਰਤ ਤੇ ਮਰਦ ਦੇ ਵਿਚਕਾਰ, ਪਤੀ ਤੇ ਪਤਨੀ ਦੇ ਵਿਚਕਾਰ ਕੋਈ ਤੀਜਾ ਬੰਦਾ ਸ਼ਾਮਲ ਨਹੀਂ ਹੋ ਸਕਦਾ ਸੀ। ਜੇ ਤੀਜਾ ਬੰਦਾ ਸ਼ਾਮਲ ਹੁੰਦਾ ਸੀ ਤਾਂ ਇੱਕ ਘਟਨਾ ਹੁੰਦੀ ਸੀ। ਉਹ ਇਹ ਫਿਲਮਾਂ ਵੀ ਬਣੀਆਂ, ਪਤੀ ਪਤਨੀ ਔਰ ਵੋ ਵਰਗੀਆਂ ਫਿਲਮਾਂ। ਪਰ ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ, ਕੰਮਾਂ ਕਾਰਾਂ ਦਾ ਦੌਰ ਹੈ, ਔਰਤ ਘਰਾਂ ਤੋਂ ਬਾਹਰ ਨਿਕਲੀ ਹੈ ਤਾਂ ਔਰਤ ਦੇ ਬਹੁਤ ਸਾਰੇ ਫਰੈਂਡ ਔਰਤ ਦੇ ਹੀ ਬਣ ਚੁੱਕੇ ਨੇ। ਇਹਦੇ ਨਾਲ ਕਿਤੇ ਨਾ ਕਿਤੇ ਪਤੀ ਪਤਨੀ ਦੇ ਰਿਸ਼ਤੇ ਪ੍ਰਭਾਵਿਤ ਵੀ ਹੋਏ ਨੇ। ਦਰਾਰ ਪਈ ਆ ਉਹਨਾਂ ਰਿਸ਼ਤਿਆਂ ਦੇ ਵਿੱਚ। ਉਹ ਇਹ ਪ੍ਰਭਾਵ ਹੈ ਜਿਹੜੀ ਮਰਦ ਦੀ ਸਲਤਨਤ ਟੁੱਟੀ ਹੈ, ਜਿਹੜੀ ਪਤੀ ਦੀ ਸਲਤਨਤ ਟੁੱਟੀ ਹੈ, ਇਸ ਪ੍ਰਭਾਵ ਕਾਰਨ ਉਸ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਬਹੁਤ ਸਾਰੇ ਹੋਰ ਦੋਸਤਾਂ ਦਾ ਸਾਡੀ ਜ਼ਿੰਦਗੀ 'ਚ ਆ ਜਾਣ ਨਾਲ ਇਹ ਰਿਸ਼ਤੇ ਕਿਵੇਂ ਪ੍ਰਭਾਵਿਤ ਹੋਏ ਨੇ ਸਾਡੇ? ਤੁਸੀਂ ਮਾਈਕ ਆਪਣਾ ਅਨਮਿਊਟ ਕਰੋ ਜੀ, ਮਾਈਕ।
ਅਜੇ ਵੀ ਤੁਹਾਡਾ ਮਾਈਕ ਨਹੀਂ ਚੱਲਿਆ ਜੀ। ਮਾਈਕ, ਤੁਹਾਡਾ ਮਾਈਕ। Is it ਹੁਣ ਠੀਕ ਹੈ? ਹਾਂਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਇੱਕ ਅੱਜ ਦੀ ਜੋ ਇਸ ਵਕਤ ਚੱਲ ਰਿਹਾ ਉਸ ਵਕਤ ਦਾ ਸਵਾਲ ਮੈਨੂੰ ਕੀਤਾ। ਅਸੀਂ ਸਾਰੇ ਹੀ ਉਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ, ਜਿੰਨੇ ਵੀ ਸਾਨੂੰ ਸਰੋਤੇ ਦੇਖ ਰਹੇ ਨੇ ਜਾਂ ਸਾਡੇ ਨਾਲ ਲੇਡੀਜ਼ ਜੁੜੀਆਂ ਹੋਈਆਂ ਨੇ, ਸਾਰੇ ਇਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ ਔਰ ਦੇਖ ਵੀ ਰਹੇ ਨੇ ਪ੍ਰਭਾਵ ਕੀ ਪੈ ਰਹੇ ਨੇ। ਮੈਂ ਗੱਲ ਸ਼ੁਰੂ ਕਰੂੰਗੀ ਕਿ ਜਦੋਂ ਪ੍ਰਾਚੀਨ ਕਾਲ ਦੇ ਵਿੱਚ ਨਾ, ਇੱਕ ਗੱਲ ਮੇਰੀ ਸ਼ਾਰਟ ਹੀ ਰਹੂਗੀ। ਪ੍ਰਾਚੀਨ ਕਾਲ ਦੇ ਵਿੱਚ ਕੀ ਹੁੰਦਾ ਸੀ ਕਿ ਔਰਤਾਂ ਵੀ 10-20 ਸਾਲ ਤੱਕ ਗ੍ਰਸਤੀ ਸੰਭਾਲਦੀਆਂ ਤੇ ਉਸ ਤੋਂ ਬਾਅਦ ਉਹਨਾਂ 'ਚ ਕੋਈ ਭੇਦਭਾਵ ਹੀ ਨਹੀਂ ਸੀ ਹੁੰਦਾ ਉਸ ਵਕਤ ਕਿ ਔਰਤ ਹੈ ਜਾਂ ਮਰਦ ਹੈ। ਤਾਂ 10-20 ਸਾਲ ਬਾਅਦ ਉਹ ਵੀ ਆਪਣਾ ਜਿਹੜਾ ਅਧਿਆਤਮਿਕਤਾ ਦੇ ਰਾਹ ਤੇ ਤੁਰ ਪੈਂਦੀਆਂ ਸੀ, ਕੋਈ ਰੋਕ ਟੋਕ ਨਹੀਂ ਸੀ ਹੁੰਦੀ। ਪਰ ਇੱਕ ਜਿਵੇਂ ਤੁਸੀਂ ਵੀ ਗੱਲ ਕਰਦੇ ਹੁੰਦੇ ਹੋ ਕਿ ਹਮਲੇ ਹੋਣੇ ਸ਼ੁਰੂ ਹੋ ਗਏ ਹੈ ਨਾ, ਇੱਕ ਸਮੁਦਾਇ ਜੀ। ਤਾਂ ਉਹ ਤੁਹਾਡੀ ਆਵਾਜ਼ ਟੁੱਟ ਰਹੀ ਹੈ ਜੀ। ਮਰਦ ਨੇ ਕੀ ਕੀਤਾ ਉੱਥੇ? ਮਰਦ ਨੇ ਰਿਸਪੌਂਸਿਬਿਲਿਟੀ ਆਫ ਕੋਰਸ ਮਰਦ ਦੀ ਬਣਦੀ ਹੈ, ਉਹਦੇ ਕੋਲੇ ਮਸਕੂਲਿਨ ਪਾਵਰ ਹੈ, ਉਹਦੇ ਕੋਲੇ ਉਹ ਤਾਕਤਵਰ ਹੈ ਔਰਤ ਨਾਲ, ਤਾਂ ਉਹਦੀ ਰਿਸਪੌਂਸਿਬਿਲਿਟੀ ਬਣ ਗਈ। ਜਾਂ ਕੁਦਰਤ ਵੱਲੋਂ ਕਹਿ ਲਓ ਕਿ ਉਸਨੂੰ ਦੇਣ ਹੈਗੀ ਹੈ ਕਿ ਉਹਨਾਂ ਨੇ ਸੰਭਾਲਣਾ, ਜਿਹੜਾ ਰੱਖਿਆ ਕਰਨੀ ਹੈ ਉਹ ਮਰਦ ਨੇ ਕਰਨੀ ਹੈ। ਤਾਂ ਉਸਨੇ ਇੱਕ ਅਸੂਲ ਬਣਾ ਲਏ, ਔਰਤ ਜਿਹੜੀ ਹੈ ਇਸ ਵੇਲੇ ਤੱਕ ਘਰ ਰਹੂਗੀ ਜਾਂ ਐਵੇਂ ਰਹੂਗੀ ਜਾਂ ਬੱਚੇ ਐਵੇਂ ਰਹਿਣਗੇ। ਸੋ ਉਹ ਜਿਹੜੀ ਬਾਅਦ ਵਿੱਚ ਜਾ ਕੇ ਸਾਡੇ ਸੱਭਿਆਚਾਰ ਕਹਿ ਲਓ ਤੁਸੀਂ, ਤੁਹਾਡੀ ਆਵਾਜ਼ ਟੁੱਟ ਰਹੀ ਹੈ ਡਾਕਟਰ ਜਸਮਲਕੀਤ। ਜੀ ਡਾਕਟਰ ਜਸਮਲਕੀਤ ਦਾ ਸਵਾਲ ਆਪਾਂ ਲੈਦੇ ਹਾਂ ਬਾਅਦ ਦੇ ਵਿੱਚ, ਕਿਉਂਕਿ ਅਜੇ ਉਹ ਕਿਤੇ ਨਾ ਕਿਤੇ ਕਨੈਕਸ਼ਨ ਦੀ ਪ੍ਰੋਬਲਮ ਹੈ। ਨਹੀਂ ਤਾਂ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ। ਅੱਜ ਦਾ ਦੌਰ ਔਰਤ ਦੀ ਚੇਤਨਾ ਦਾ ਦੌਰ ਹੈ। ਇਸ ਦੌਰ ਦੇ ਵਿੱਚ ਔਰਤ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਅੱਗੇ ਆਈਆਂ ਨੇ। ਨਾਰੀਵਾਦ ਵਰਗੇ ਫਲਸਫੇ ਸਾਹਮਣੇ ਆਏ ਨੇ, ਮੀ ਟੂ ਵਰਗੀਆਂ ਜਥੇਬੰਦੀਆਂ ਸਾਹਮਣੇ ਆਈਆਂ ਨੇ। ਪਰ ਮੈਨੂੰ ਇਹ ਲੱਗਦਾ ਕਿ ਬਹੁਤ ਸਾਰਾ ਕੁਝ ਨਾ ਐਲੀਟ ਕਲਾਸ ਤੇ ਮਿਡਲ ਕਲਾਸ ਦੀਆਂ ਔਰਤਾਂ ਤੱਕ ਸੀਮਿਤ ਰਹਿ ਜਾਂਦਾ ਹੈ। ਤੇ ਮੈਂ ਆਪਾਂ ਸੰਕਟ ਕਾਲ ਦੇ ਨਾਲ ਜੁੜੇ ਹੋਏ ਹਾਂ। ਸੰਕਟ ਕਾਲ ਦੇ ਵਿੱਚ ਜਿਹੜੀ ਹੇਠਲੇ ਵਰਗ ਦੀ ਔਰਤ ਆ ਉਹ ਬਹੁਤ ਜ਼ਿਆਦਾ ਪੀੜਿਤ ਹੋਈ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰਾ ਕੁਝ ਉੱਪਰ ਤੱਕ ਕਿਉਂ ਸੀਮਿਤ ਰਹਿ ਜਾਂਦਾ? ਉਸ ਔਰਤ ਤੱਕ ਕਾਹਤੋਂ ਨਹੀਂ ਜਾਂਦੀ ਆਵਾਜ਼ ਸਾਰੀ? ਥੈਂਕ ਯੂ ਡਾਕਟਰ ਕੁਲਦੀਪ, ਮੈਨੂੰ ਇਸ ਡਿਸਕਸ਼ਨ 'ਚ ਬੁਲਾਉਣ ਲਈ ਸਭ ਤੋਂ ਪਹਿਲਾਂ ਤੇ। ਜੀ ਐਂਡ ਹੈਲੋ, ਆਵਾਜ਼ ਦੀ ਕੁਝ ਪ੍ਰੋਬਲਮ ਆ ਰਹੀ ਹੈ ਵਿੱਚੋਂ। ਤੁਹਾਡੀ ਠੀਕ ਹੈ, ਕੋਈ ਨਹੀਂ ਬੋਲੋ। ਤੁਹਾਡੀ ਆ ਰਹੀ ਆਵਾਜ਼। ਓਕੇ, ਸੌਰੀ। ਮੈਂ ਇਹ ਕਹਿ ਰਹੀ ਸੀ ਕਿ ਥੈਂਕ ਯੂ ਮੈਨੂੰ ਬੁਲਾਉਣ ਲਈ। ਤੇ ਮੈਂ ਇੱਥੋਂ ਸ਼ੁਰੂ ਕਰਨਾ ਚਾਹੂੰਗੀ ਕਿ ਜਦੋਂ ਅਸੀਂ ਨਾਰੀ ਸਰੋਕਾਰਾਂ ਦੀ ਗੱਲ ਕਰਦੇ ਹਾਂ ਤੇ ਅਕਸਰ ਇਹ ਮੰਨ ਲਿਆ ਜਾਂਦਾ ਹੈ ਕਿ ਅਸੀਂ ਇੱਕ ਖਾਸ ਕਿਸਮ ਦੀ ਨਾਰੀ ਦੀ ਗੱਲ ਕਰ ਰਹੇ ਹਾਂ। ਜਿਵੇਂ ਤੁਸੀਂ ਵੀ ਆਪਣੀ ਗੱਲਬਾਤ ਸ਼ੁਰੂ ਕੀਤੀ ਕਿ ਮੇਨ ਸਟ੍ਰੀਮ 'ਚ, ਮੁੱਖ ਧਾਰਾ ਨਿਊਜ਼ 'ਚ, ਮੀਡੀਆ 'ਚ ਜਾਂ ਮੁੱਖ ਧਾਰਾ ਫੈਮਿਨਿਜ਼ਮ 'ਚ ਵੀ ਦੁਨੀਆ ਭਰ 'ਚ ਬਹੁਤ ਅਪਰ ਕਲਾਸ, ਐਲੀਟ ਕਲਾਸ ਔਰਤਾਂ ਦੀ ਹੀ ਜਾਂ ਅਪਰ ਕਾਸਟ ਔਰਤਾਂ ਦੀ ਹੀ ਗੱਲ ਹੁੰਦੀ ਹੈ, ਕਿਉਂਕਿ ਉਹਨਾਂ ਕੋਲ ਇੰਨੀ ਪਹੁੰਚ ਹੈ, ਇਹ ਮੌਕਾ ਹੈ ਕਿ ਉਹ ਇਹ ਸਾਰੇ ਸੋਸ਼ਲ ਮੀਡੀਆ ਦੇ ਸਾਧਨ ਐਕਸੈਸ ਕਰ ਸਕਣ, ਉਹਨਾਂ ਤੱਕ ਪਹੁੰਚ ਕਰ ਸਕਣ ਤੇ ਆਪਣੀ ਸਟੋਰੀ ਦੱਸ ਸਕਣ, ਆਪਣੀ ਐਕਸਪੀਰੀਅੰਸ, ਆਪਣੇ ਤਜਰਬੇ ਸਾਂਝੇ ਕਰ ਸਕਣ। ਪਰ ਜਦੋਂ ਹੁਣ ਅਸੀਂ ਨਾਰੀ ਸਰੋਕਾਰ ਦੀ ਗੱਲ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਉਹਨੂੰ ਥੋੜਾ ਹੋਰ ਇਨਕਲੂਸਿਵ ਬਣਾਉਣ ਦੀ ਲੋੜ ਹੈ ਕਿ ਉਹਦੇ ਵਿੱਚ ਹਰ ਕਿਸਮ ਦੀ ਨਾਰੀ ਦੀ ਗੱਲ ਹੋਣੀ ਚਾਹੀਦੀ ਹੈ। ਤੇ ਉਹਦੇ ਵਿੱਚ ਗੱਲ ਸਿਰਫ ਇਹ ਨਹੀਂ ਹੋਣੀ ਚਾਹੀਦੀ ਕਿ ਕਿਵੇਂ ਨਾਰੀ ਮਰਦ ਦੇ ਬਰਾਬਰ ਖੜੀ ਹੋ ਜਾਏ ਜਾਂ ਕਿਵੇਂ ਨਾਰੀ ਉਹ ਸਾਰਾ ਕੁਝ ਕਰਨ ਲੱਗ ਜਾਏ ਜੋ ਮਰਦ ਕਰਦਾ ਹੈ, ਜੋ ਕਿ ਸੱਤਾ ਹੈ। ਮਰਦ ਤਾਂ ਸੱਤਾ ਕਾਇਮ ਕਰਕੇ ਰੱਖਣ 'ਚ ਵੀ ਤਾਂ ਇੱਕ ਹਿੱਸੇਦਾਰੀ ਹੈ ਨਾ, ਮਰਦ ਦੀ ਉਹ ਰੋਲ ਪਲੇ ਕਰ ਰਿਹਾ ਲਗਾਤਾਰ ਇੰਨੇ ਸਮੇਂ ਤੋਂ। ਤੇ ਜੇ ਤਾਂ ਨਾਰੀਵਾਦ ਦਾ ਮਤਲਬ, ਜਾਂ ਜੇ ਖਾਸ ਕਰਕੇ ਸੰਕਟ ਦੇ ਦੌਰਾਨ ਅਸੀਂ ਨਾਰੀ ਸਰੋਕਾਰ ਦਾ ਮਤਲਬ ਇਹ ਸਮਝ ਰਹੇ ਹਾਂ ਕਿ ਅਸੀਂ ਮਰਦ ਦੀ ਜਗ੍ਹਾ ਨਾਰੀ ਨੂੰ ਫਿੱਟ ਕਰ ਦੇਣਾ ਤੇ ਉਹਦੇ ਨਾਲ ਸਮਾਜ ਦਾ ਹੁਲੀਆ ਬਦਲ ਜਾਏਗਾ, ਉਹਦੇ ਨਾਲ ਤਾਂ ਨਹੀਂ ਬਦਲੇਗਾ। ਬਦਲਣਾ ਤਾਂ ਉਹ ਸੱਤਾ ਦੇ ਸੰਕਲਪ ਨੂੰ ਹੋਵੇਗਾ। ਜੇ ਉਹ ਸੰਕਲਪ ਬਦਲੇਗਾ, ਜੇ ਉਹ ਸਟਰਕਚਰ ਬਦਲੇਗਾ, ਉਹਦੇ ਨਾਲ ਹੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਉਸਾਰੂ ਨਾਰੀਵਾਦ, ਕੋਈ ਉਸਾਰੂ ਕਿਸਮ ਦਾ ਨਾਰੀਵਾਦ ਹੈ ਜਿਹੜਾ ਉਹਦੇ ਵੱਲ ਵਧਿਆ ਜਾ ਸਕਦਾ ਹੈ। ਤੇ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਸੰਕਟ, ਜਿਵੇਂ ਮਹਾਮਾਰੀ ਦਾ ਆਉਣਾ ਦੁਨੀਆ ਭਰ 'ਚ, ਖਾਸ ਕਰਕੇ ਇੰਡੀਆ 'ਚ ਜਿਵੇਂ ਮਜ਼ਦੂਰ ਔਰਤਾਂ ਨਾਲ ਹੋਇਆ ਜਾਂ ਦਲਿਤ ਔਰਤਾਂ ਨਾਲ ਹੋਇਆ, ਉਹਨਾਂ ਨੂੰ ਕਿੰਨੇ ਕਿਲੋਮੀਟਰ ਚੱਲਣਾ ਪਿਆ, ਆਪਣੇ ਘਰਾਂ ਤੱਕ ਜਾਣਾ ਪਿਆ, ਜਾਂ ਘਰੇਲੂ ਹਿੰਸਾ ਦਾ ਸਾਹਮਣੇ ਆਉਣਾ ਇਸ ਤਰ੍ਹਾਂ ਦੇ ਘਿਨੌਣੇ ਰੂਪ 'ਚ, ਖਾਸ ਕਰਕੇ ਪੰਜਾਬੀ ਕਮਿਊਨਿਟੀਜ਼ ਦੇ ਅੰਦਰੋਂ ਉਹ ਔਰਤਾਂ ਜਿਹੜੀਆਂ ਘਰਾਂ 'ਚ ਸਾਰਾ ਟਾਈਮ 4 ਮਹੀਨੇ ਬੰਦ ਰਹੀਆਂ ਤੇ ਕਿਸ ਤਰ੍ਹਾਂ ਉਹਨਾਂ ਤੇ ਜਿਹੜਾ ਤਸ਼ੱਦਦ ਹੈ ਉਹ ਵਧਿਆ, ਉਹ ਸਾਰਾ ਕੁਝ ਐਕਚੁਅਲੀ ਇੱਕ ਮੌਕਾ ਦੇ ਦਿੰਦਾ ਹੈ। ਇੱਕ ਅਰੁੰਧਤੀ ਰॉय ਨੇ ਡਿਊਰਿੰਗ ਕਰੋਨਾ ਵਾਇਰਸ ਸਾਰੇ ਦੇ ਡਿਊਰਿੰਗ ਇੱਕ ਆਰਟੀਕਲ ਲਿਖਿਆ ਸੀ, ਉਹਦੇ 'ਚ ਉਹਨਾਂ ਨੇ ਇਹੀ ਕਿਹਾ ਸੀ ਕਿ ਹੁਣ ਅਸੀਂ ਤੈਅ ਕਰਨਾ ਹੈ ਕਿ ਸਾਡੇ ਲਈ ਇਹ ਸੰਕਟ ਕੀ ਸਿਰਫ
ਇੱਕ ਤਰ੍ਹਾਂ ਦਾ ਸੰਕਟ ਹੈ ਜਿਹਨੂੰ ਅਸੀਂ ਪਾਰ ਕਰਨਾ ਹੈ ਤੇ ਵਾਪਸ ਸਾਰਾ ਕੁਝ ਨਾਰਮਲ ਕਰ ਲੈਣਾ ਹੈ, ਕੋਟ ਐਂਡ ਕੋਟ ਨਾਰਮਲ, ਜਾਂ ਫਿਰ ਕੋਈ ਇਹੋ ਜਿਹੀ ਚੀਜ਼ ਹੈ, ਕੋਈ ਇਹੋ ਜਿਹਾ ਪੋਰਟਲ ਬਣ ਸਕਦਾ ਹੈ, ਕੋਈ ਇਹੋ ਜਿਹਾ ਰਸਤਾ ਬਣ ਸਕਦਾ ਹੈ ਕਿ ਅਸੀਂ ਨਵਾਂ ਨਾਰਮਲ ਡਿਫਾਈਨ ਕਰ ਸਕੀਏ। ਕਿਉਂਕਿ ਨਾਰਮਲ ਤਾਂ ਪਹਿਲਾਂ ਵੀ ਕੁਝ ਨਹੀਂ ਸੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਜੈਂਡਰ ਬੇਸਡ ਵਾਇਲੈਂਸ ਹੈ, ਔਰਤਾਂ ਤੇ ਹਿੰਸਾ ਹੈ, ਮਰਦਾਂ ਉੱਤੇ ਹਿੰਸਾ ਹੈ, ਬੱਚਿਆਂ ਤੇ ਹਿੰਸਾ ਹੈ, ਜਿਹੜੀ ਵੀ ਲਿੰਗ ਦੇ ਆਧਾਰ ਤੇ ਹੁੰਦੀ ਹੈ, ਨਾਰਮਲ ਤਾਂ ਨਹੀਂ ਹੈ ਨਾ। ਇਸ ਤਰ੍ਹਾਂ ਦੀ ਸਥਿਤੀ ਵਿੱਚ ਸਾਡੇ ਸਾਹਮਣੇ ਬਹੁਤ ਜ਼ਿਆਦਾ ਹਿੰਸਾ ਉੱਭਰ ਕੇ ਆਈ ਹੈ, ਜਿਹੜੀ ਲਿੰਗਿਕ ਤੌਰ ਤੇ ਹੋ ਰਹੀ ਹੈ, ਉਹ ਦਲਿਤ ਔਰਤ ਤੇ ਹੋ ਰਹੀ ਹੈ। ਜਿਸ ਤਰ੍ਹਾਂ ਪ੍ਰਵਾਸੀ ਮਜ਼ਦੂਰ ਜਾ ਰਹੇ ਨੇ ਤੇ ਦਲਿਤ ਔਰਤਾਂ ਨੂੰ, ਪੜ੍ਹੀਆਂ ਲਿਖੀਆਂ ਔਰਤਾਂ ਨੂੰ ਖੇਤਾਂ 'ਚ ਕੰਮ ਕਰਨਾ ਪੈ ਰਿਹਾ ਹੈ, ਉਹ ਮਜ਼ਦੂਰ ਔਰਤਾਂ ਉੱਤੇ ਹੋ ਰਹੀ ਹੈ। ਜਿਸ ਤਰ੍ਹਾਂ ਉਹ ਟਰੈਵਲ ਕਰ ਰਹੀਆਂ ਨੇ ਤੇ ਉੱਥੇ ਉਹਨਾਂ ਕੋਲ ਮਤਲਬ ਇੱਕ ਅੱਛੀ ਸਟੋਰੀ ਵੀ ਆਈ ਸੀਗੀ ਇਹਦੇ ਤੇ, ਕਿਸੇ ਜਰਨਲਿਸਟ ਨੇ ਕਵਰ ਕੀਤਾ ਸੀ ਕਿ ਕਿਵੇਂ ਮਜ਼ਦੂਰ ਔਰਤਾਂ ਮਾਹਵਾਰੀ ਦੇ ਦੌਰਾਨ, ਮੈਨਸਟਰੂਏਸ਼ਨ ਦੇ ਦੌਰਾਨ ਕਿੰਨਾ ਸਫਰ ਕਰ ਰਹੀਆਂ ਨੇ, ਤੇ ਉਹਨਾਂ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਗੱਲ ਸਿਰਫ ਹੋ ਰਹੀ ਹੈ ਕੁਝ ਪੈਡ ਐਕਸੈਸ ਕਰ ਪਾਉਣ ਦੀ, ਉਹਦੇ ਇਲਾਵਾ ਕੋਈ ਗੱਲ ਨਹੀਂ ਹੋ ਰਹੀ। ਆਪਾਂ ਮਤਲਬ ਡਿਟੇਲ 'ਚ ਇਹਨਾਂ ਚੀਜ਼ਾਂ ਬਾਰੇ ਗੱਲ ਕਰ ਸਕਦੇ ਹਾਂ, ਬਟ ਆਈ ਥਿੰਕ ਕਿ ਇਹ ਮਹਾਮਾਰੀ ਇੱਕ ਮੌਕਾ ਦੇ ਸਕਦੀ ਹੈ ਸਾਨੂੰ ਨਾਰੀ ਸਰੋਕਾਰ ਨੂੰ ਥੋੜਾ ਖੋਲਣ ਦਾ ਤੇ ਹੋਰ ਇਨਕਲੂਸਿਵ ਬਣਾਉਣ ਦਾ। ਜੀ ਜੀ, ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿ ਉਹਨਾਂ ਔਰਤਾਂ ਦੇ ਹਿੱਤ ਵੀ ਸਾਡੇ ਪਲੇਟਫਾਰਮ ਤੇ, ਸਾਡੇ ਸਾਹਮਣੇ, ਸਾਡੇ ਏਜੰਡੇ ਤੇ ਆ ਸਕਦੇ ਨੇ ਜਿਨ੍ਹਾਂ ਬਾਰੇ ਅਸੀਂ ਹੁਣ ਤੱਕ ਸੋਚਿਆ ਨਹੀਂ ਸੀ। ਇਹ ਬਹੁਤ ਇੰਪੋਰਟੈਂਟ ਗੱਲ ਹੈ ਸੰਕਟ ਕਾਲ ਦੇ ਵਿੱਚ, ਖਾਸ ਤੌਰ ਤੇ ਔਰਤ ਦੀ ਸਥਿਤੀ ਦੇ ਐਂਗਲ ਤੋਂ। ਜੀ ਡਾਕਟਰ ਜਸਮਲਕੀਤ, ਤੁਸੀਂ ਮਾਈਕ ਆਪਣਾ ਖੋਲ ਲਓ ਜੀ, ਤੁਹਾਡਾ ਮਾਈਕ ਬੰਦ ਹੈ। ਤੁਸੀਂ ਗੱਲ ਨੂੰ ਕੁਝ ਕੰਟੀਨਿਊ ਕਰ ਰਹੇ ਸੀ, ਪਲੀਜ਼ ਉਸ ਗੱਲ ਨੂੰ ਪੂਰਾ ਕਰੋ। ਉਸ ਤੋਂ ਬਾਅਦ ਆਪਾਂ ਡਾਕਟਰ ਸੋਲ ਹੋਰਾਂ ਤੋਂ ਸਵਾਲ ਪੁੱਛਾਂਗੇ। ਜੀ ਜੀ ਹਾਂਜੀ, ਮੈਂ ਗੱਲ ਕਰ ਰਹੀ ਸੀ ਕਿ ਇੱਕ ਸਮਾਜ ਬਣ ਗਿਆ ਉਹ ਸਾਡਾ ਕਿ ਔਰਤ ਨੇ ਇਹ ਕੰਮ ਕਰਨੇ ਨੇ, ਉਹਨੇ ਘਰੇ ਰਹਿਣਾ ਕਿਉਂਕਿ ਬਾਹਰ ਖਤਰਾ ਹੈ ਜੋ ਹਮਲਾਵਰਾਂ ਤੋਂ। ਤਾਂ ਉਹ ਸਾਡੇ ਇੱਕ ਸਮਾਜ ਬਣ ਗਿਆ, ਉਹਦੇ ਵਿੱਚ ਜਿਹੜਾ ਔਰਤ ਦਾ ਮਰਦਾਂ ਦੇ ਨਾਲ ਹੁਣ ਜਿਹੜਾ ਮੇਲ ਜੋਲਾ ਘਟ ਗਿਆ। ਪਰ ਜਿਉਂ ਹੀ ਔਰਤ ਫਿਰ ਤੋਂ ਸਾਹਮਣੇ ਆਈ, ਜਾਣੀ ਕਿ ਜਾਗਰੂਕ ਹੋਈ, ਤੇ ਉਹਨੂੰ ਬੰਧਨ ਵੀ ਲੱਗਣ ਲੱਗ ਪਏ। ਹੁਣ ਜਿਹੜਾ ਅੱਜ ਦਾ ਯੁੱਗ ਹੈ, ਇਸ ਦੇ ਵਿੱਚ ਕੀ ਹੈ ਕਿ ਔਰਤ ਨੌਕਰੀ ਕਰਦੀ ਹੈ। ਪਹਿਲੀ ਲੋੜ ਹੈ ਸਾਡੀ, ਜਦੋਂ ਮੇਰੀ ਵੀ ਚੱਲਦਾ ਕੰਮ ਤੇ ਉਸ ਵਕਤ ਕਿਉਂ ਖੋ ਜਾਂਦਾ ਹੈ। ਤੁਸੀਂ ਮੈਨੂੰ ਸੁਣ ਰਹੇ ਹੋ ਜੀ? ਓਕੇ, ਹਾਂ ਬੋਲੋ ਜੀ। ਤਾਂ ਉਸ ਵਕਤ ਕੀ ਹੋਇਆ ਕਿ ਹੁਣ ਜਿਹੜਾ ਹੈਗਾ ਨਾਰੀ ਸਾਹਮਣੇ ਆ ਚੁੱਕੀ ਹੈ, ਤੇ ਮਰਦ ਵੀ ਉਹਦੇ ਜਿਹੜੇ ਰਿਸ਼ਤੇ ਨੇ ਹੁਣ ਮਰਦ ਦੇ ਨਾਲ ਐਜ਼ ਅ ਕਾਲੀਗ ਵੀ ਹੈਗੇ ਆ, ਐਜ਼ ਅ ਹੁਣ ਫੇਸਬੁੱਕ ਤੇ ਹੋਰ 2 ਕਦਮ ਅੱਗੇ ਲੈ ਕੇ ਆਂਦਾ ਉਸਨੂੰ। ਹੁਣ ਔਰਤ ਤੇ ਮਰਦ, ਇਕੱਲੀ ਔਰਤ ਲਈ ਨਹੀਂ, ਉਹ ਔਰਤ ਤੇ ਮਰਦ ਦੋਨਾਂ ਨੂੰ ਹੀ ਇੱਕ ਦੂਸਰੇ ਨੂੰ ਸਮਝਣ ਦਾ ਮੌਕਾ ਜ਼ਿਆਦਾ ਮਿਲ ਰਿਹਾ ਉੱਥੇ। ਤਾਂ ਉੱਥੇ ਉਸ ਕਿਵੇਂ ਸਮਝ ਕਿਵੇਂ ਰਹੇ ਨੇ ਦੂਸਰੀਆਂ ਔਰਤਾਂ ਦੇ ਥਰੂ, ਆਪਣੀ ਔਰਤ ਦੀ ਨੇਚਰ ਵੀ, ਉਹਦੇ ਸਰੋਕਾਰ ਵੀ। ਉਸੇ ਤਰ੍ਹਾਂ ਹੀ ਉਹ ਜਿਹੜੀ ਔਰਤ ਹੈਗੀ ਉਹ ਵੀ ਆਪਣੇ ਮਰਦ ਨੂੰ ਬਹੁਤ ਚੰਗੀ ਤਰ੍ਹਾਂ ਸਮਝਣ ਲੱਗ ਪਈ ਹੈ। ਹੁਣ ਗੱਲ ਕਿੱਥੇ, ਖਤਰਾ ਕਿੱਥੇ ਹੈ? ਸਾਰੇ ਤਾਂ ਇੰਨੇ ਕੰਜ਼ਰਵੇਟਿਵ ਸੋਚਦੇ ਨੇ, ਮਤਲਬ ਕੋਈ ਇੰਨੀ ਖੁੱਲੀ ਸੋਚਦਾ ਤਾਂ ਕੋਈ ਹੈ ਨਹੀਂ ਸਾਰੇ ਮਰਦ। ਤਾਂ ਖਤਰਾ ਉੱਥੇ ਪੈਦਾ ਹੋ ਜਾਂਦਾ ਹੈ। ਜਾਂ ਫਿਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗੀ ਕਿ ਜਿਹੜਾ ਪਿੱਛੇ ਜਦੋਂ ਆਪਾਂ ਜਾਈਏ ਜ਼ਮਾਨੇ ਦੇ ਵਿੱਚ, ਉਸ ਵਕਤ ਕੀ ਹੁੰਦਾ ਸੀ ਕਿ ਘਰ ਦੇ ਵਿੱਚ ਹੀ ਔਰਤ ਨੂੰ ਇੱਕ ਬੰਦਾ ਵਿਆਹਿਆ ਜਾਂਦਾ ਸੀ, ਤੇ ਬਾਕੀ ਸਾਰੇ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜ਼ਮੀਨ ਜਾਇਦਾਦ ਦੇ ਲਾਲਚ ਦੇ ਬਸ ਤੋਂ ਕਹਿ ਲਓ ਕਿ ਬਾਕੀ ਮੁੰਡਿਆਂ ਨੂੰ ਨਹੀਂ ਸੀ ਵਿਆਹਿਆ ਜਾਂਦਾ। ਤਾਂ ਉਸ ਵਕਤ ਕੀ ਹੁੰਦਾ ਸੀ ਕਿ ਸਾਡੀ ਔਰਤ ਤੇ ਮਰਦ ਦੇ ਰਿਸ਼ਤੇ ਦੇ ਵਿੱਚ ਹੋਰ ਮਰਦ ਵੀ ਹੁੰਦੇ ਸੀ, ਪਰ ਕਿਉਂਕਿ ਉਹ ਸਾਡੀ ਐਕਸੈਪਟੈਂਸ ਹੁੰਦੀ ਸੀ, ਇਸ ਕਰਕੇ ਉੱਥੇ ਕੋਈ ਤੀਸਰਾ ਉਹ ਨਹੀਂ ਕੰਸੀਡਰ ਕੀਤਾ ਜਾਂਦਾ। ਪਰ ਹੁਣ ਉਹ ਉਦੋਂ ਬਣਦਾ ਹੈ ਜਦੋਂ ਉਹ ਔਰਤ ਦੀ ਮਰਜ਼ੀ ਹੈ, ਉਹ ਉਹਦੀ ਕੰਸੈਂਟ ਦੇ ਨਾਲ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਆਉਂਦਾ, ਬਾਹਰੋਂ ਹੁੰਦਾ, ਤੁਹਾਡੇ ਪਰਿਵਾਰ ਚੋਂ ਨਹੀਂ ਹੁੰਦਾ, ਫਿਰ ਉਹਦੀ ਸਥਿਤੀ ਪੈਦਾ ਹੁੰਦੀ ਹੈ। ਤੇ ਅੱਜ ਕੱਲ ਜਿਹੜੀ ਹੈਗੀ ਹੈ ਹੁਣ, ਕਿਉਂਕਿ ਔਰਤ ਬਹੁਤ ਸਾਰੇ ਮਰਦਾਂ ਨਾਲ ਡੀਲ ਕਰਨ ਲੱਗੀ ਹੈ, ਫੇਸਬੁੱਕ ਤੇ ਕਹਿ ਲਓ ਤੁਸੀਂ, ਜਾਂ ਸੋਸ਼ਲ ਮੀਡੀਆ ਤੇ ਕਹਿ ਲਓ, ਜਾਂ ਫਿਰ ਤੁਸੀਂ ਨੌਕਰੀ ਦੇ ਵਿੱਚ ਕਹਿ ਲਓ, ਉੱਥੇ ਵੀ ਕਿਤੇ ਨਾ ਕਿਤੇ ਮਰਦ ਨੇ ਇਸ ਚੀਜ਼ ਨੂੰ ਤਾਂ ਐਕਸੈਪਟ ਕਰ ਲਿਆ ਕਿ ਓਕੇ ਕੰਮ ਤਾਂ ਕਰਦੀ ਹੈ ਕਿਉਂਕਿ ਤਨਖਾਹ ਲੈ ਕੇ ਆਉਂਦੀ ਹੈ, ਫਾਈਨੈਂਸ਼ੀਅਲ ਜਿਹੜੀ ਅਸਿਸਟੈਂਸ ਆ ਉਸਨੂੰ ਬੜੇ ਤਰੀਕੇ ਨਾਲ ਮਿਲ ਰਹੀ ਹੈ। ਪਰ ਹਜੇ ਕਿਤੇ ਨਾ ਕਿਤੇ ਔਰਤ ਦੀ ਮਰਦਾਂ ਨਾਲ ਦੋਸਤੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ਪਰ ਹਾਂ, ਸੋਸ਼ਲ ਮੀਡੀਆ ਨੇ ਵਿੱਚ ਕਾਫੀ ਫਰਕ ਪਾਇਆ, ਬਹੁਤ ਅਸਰ ਪਾਇਆ ਇਸ ਦੇ ਉੱਪਰ। ਹਜੇ ਵੀ ਉਹ ਲੋਕ ਨੇ ਜਿਹੜੇ ਕੰਜ਼ਰਵੇਟਿਵ ਸੋਚ ਰੱਖਦੇ ਨੇ, ਇਸਨੂੰ ਕੰਜਰਖਾਨਾ ਹੀ ਕਹਿੰਦੇ ਆ, ਪਰ ਉਹ ਜਿਹੜੇ ਕੁਝ ਲੋਕ ਅਗਾਂਹ ਵਧੂ ਸੋਚ ਰੱਖਦੇ ਨੇ, ਉਹਨਾਂ ਨੇ ਉਹ ਸਿਰਫ ਆਪਣੀ ਪਤਨੀ ਨੂੰ ਮਰਦਾਂ ਨਾਲ ਗੱਲ ਕਰਨ ਤੋਂ ਨੂੰ ਹੀ ਉਤਸ਼ਾਹਿਤ ਨਹੀਂ ਕਰਦੇ, ਸਗੋਂ ਨੌਲੇਜ ਇਕੱਠੀ ਕਰਕੇ ਇੱਕ ਪੂਰੀ ਪ੍ਰਭਾਵਸ਼ਾਲੀ ਗੱਲ ਕਰਨ ਲਈ ਉਤਸ਼ਾਹਿਤ ਵੀ ਕਰਦੇ ਆ। ਸੋ ਰਿਸ਼ਤਿਆਂ ਦੇ ਵਿੱਚ ਜ਼ਰੂਰ ਇੱਕ ਬਹੁਤ ਵਧੀਆ ਬਦਲਾਵ ਆ ਰਿਹਾ ਹੈ। ਹਾਂ, ਸਾਰੇ 100% ਇਹ ਚੀਜ਼ ਐਕਸੈਪਟੈਂਸ ਹੋ ਜਾਵੇ, ਇਹਨੂੰ ਹਜੇ ਸਮਾਂ ਲੱਗਣਾ। ਹਰ ਇੱਕ ਚੀਜ਼ ਲਈ ਸਮਾਂ ਹੁੰਦਾ ਡਾਕਟਰ ਸਾਹਿਬ। ਕੋਈ ਵੀ ਕਿਤੇ ਵੀ ਇਹ ਨਹੀਂ ਹੁੰਦਾ ਕਿ ਚੁਟਕੀ ਵਜਾਈ ਤੇ ਪਾਸਾ ਪਲਟ ਗਿਆ। ਉਹ ਪਾਸਾ ਪਲਟਣ ਨੂੰ ਬੜਾ ਸਮਾਂ ਲੱਗਿਆ ਹੋਣਾ, ਜਦੋਂ ਔਰਤ ਘਰ ਦੇ ਵਿੱਚ ਕੈਦ ਹੋਈ, ਉਸਨੂੰ ਚੰਗਾ ਨਹੀਂ ਲੱਗਿਆ ਹੋਣਾ, ਉਸ ਤੋਂ ਬਾਅਦ ਉਹਨੂੰ ਬਾਹਰ ਆਉਣ ਲਈ ਬੜਾ ਸਮਾਂ ਲੱਗਿਆ। ਤੇ ਹੁਣ ਉਹ ਅਗਰ ਬਾਹਰ ਆ ਹੀ ਚੁੱਕੀ ਹੈ ਤਾਂ ਇਸ ਦੀ ਐਕਸੈਪਟੈਂਸ ਜਿਹੜੀ ਹੈਗੀ ਆ ਮਰਦਾਂ ਵੱਲੋਂ ਜਾਂ ਆਪਣੇ ਸਮਾਜ ਵੱਲੋਂ, ਮੈਂ ਇਹ ਵੀ ਨਹੀਂ ਕਿ ਇਕੱਲੇ ਮਰਦਾਂ ਵੱਲੋਂ, ਇਵਨ ਔਰਤ ਹੀ ਔਰਤ ਨੂੰ ਐਕਸੈਪਟ ਨਹੀਂ ਕਰ ਰਹੀ ਹੈ। ਸੋ ਪੂਰਾ ਸਮਾਜ ਹੈ ਇਹਦੇ ਪਿੱਛੇ।
ਉਹ ਸਮਾਜ ਦੀ ਜੀ। ਜਿਹੜੀ ਐਕਸੈਪਟੈਂਸ ਹੈ ਉਹ ਜੀ ਆਉਣੀ ਬਾਕੀ ਆ ਜਾਣੀ ਆ। ਲੱਗੇ ਡਾਕਟਰ ਰਹਿਣਾ ਚਾਹੀਦਾ, ਜਸਮੀਤ ਜੀ, ਨਿੱਘਤਾ ਵਰਗੀਆਂ ਅਸੀਂ ਜਿਹੜੀਆਂ ਯੰਗ ਕੁੜੀਆਂ ਅਸੀਂ ਜੀ ਬਦਲਾਅ ਦੇ ਦੌਰ ਦੇ ਵਿੱਚੋਂ ਲੰਘ ਰਹੇ ਹਾਂ ਤੇ ਬਦਲਾਅ ਦੇ ਦੌਰ ਦੇ ਵਿੱਚ ਇਹ ਗੱਲਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਸਾਰੀਆਂ ਹੀ ਵਾਪਰ ਰਹੀਆਂ ਨੇ। ਕਿਤੇ ਟਕਰਾਅ ਵੱਧ ਜੀ ਰਹੇ ਨੇ, ਕਿਤੇ ਸਮਝ ਵੱਧ ਰਹੀ ਹੈ। ਇਹ ਹੋਣਾ ਹੀ ਹੁੰਦਾ ਹੈ। ਟਕਰਾਅ ਤੋਂ ਬਾਅਦ ਹੀ ਅਸੀਂ ਇੱਕ ਕਾਮਨ ਜਿਹੜੀ ਹੈਗੀ ਅੰਡਰਸਟੈਂਡਿੰਗ ਬਣਾਉਂਦੇ ਹਾਂ ਤੇ ਸਮਾਜ ਥੋੜਾ ਜਿਹਾ ਸਮੂਥ ਚੱਲਣ ਲੱਗਦਾ ਹੈ। ਅਜੇ ਡਿੱਕ ਡੋਲੇ ਰੇਲ ਗੱਡੀ ਖਾ ਰਹੀ ਹੈ ਤੇ ਹੌਲੀ ਹੌਲੀ ਆ ਰਹੀ ਹੈ। ਬੈਲੈਂਸ ਹੋ ਜਾਊਗਾ। ਡਾਕਟਰ ਸਰਬਜੀਤ ਕੌਰ ਸੋਲ ਜੀ, ਮੈਂ ਤੁਹਾਡੇ ਵੱਲ ਆ ਰਿਹਾ। ਔਰਤ ਨਾਲ ਜਿਹੜੀ ਜ਼ਿਆਦਤੀ ਹੈ ਬਹੁਤ ਸਾਰੇ ਫਰੰਟਾਂ ਤੇ ਹੋ ਰਹੀ ਹੈ। ਹੇਠਲੇ ਤਬਕੇ ਤੇ ਪਿੰਡਾਂ 'ਚ ਰਹਿ ਰਹੀਆਂ ਔਰਤਾਂ ਦੀਆਂ ਸ਼ਿਕਾਇਤਾਂ ਆਮ ਤੌਰ ਤੇ ਬਾਹਰ ਨਹੀਂ ਆਉਂਦੀਆਂ, ਉਹ ਘਰਾਂ ਦੇ ਵਿੱਚ ਦੱਬ ਲੈਂਦੀਆਂ ਨੇ ਸਾਰੀਆਂ ਆਪਣੀਆਂ ਭਾਵਨਾਵਾਂ ਨੂੰ। ਪਰ ਜਿਹੜੀ ਮਿਡਲ ਕਲਾਸ ਹੈ ਜਾਂ ਜਿਹੜੀ ਕੰਮਕਾਜੀ ਔਰਤਾਂ ਨੇ, ਉਹਨਾਂ ਨੂੰ ਬਾਹਰ ਜਾਣਾ ਵੀ ਪੈਂਦਾ ਤੇ ਇਸ ਵੇਲੇ ਡਾਟਾ ਇਹ ਦੱਸ ਰਿਹਾ ਹੈ ਕਿ ਉਹਨਾਂ ਦੀਆਂ ਸ਼ਿਕਾਇਤਾਂ ਬਹੁਤ ਆ ਰਹੀਆਂ ਨੇ। ਕੰਮਕਾਜੀ ਔਰਤਾਂ ਦੀਆਂ ਸ਼ਿਕਾਇਤਾਂ ਬਹੁਤ ਨੇ ਇਸ ਵੇਲੇ ਕਿ ਸਾਡੇ ਨਾਲ ਜਿਹੜਾ ਕੰਮ ਵਾਲੀ ਥਾਂ ਦਾ ਜਿਹੜਾ ਮਾਹੌਲ ਹੈ ਉਹ ਠੀਕ ਨਹੀਂ ਹੁੰਦਾ ਹੈਗਾ। ਤੁਸੀਂ ਕਿਉਂਕਿ ਆਪ ਇਹੋ ਜਿਹੇ ਪਲੇਟਫਾਰਮਾਂ ਤੇ ਕੰਮ ਕਰਦੇ ਹੋ, ਲਗਾਤਾਰ ਤੁਹਾਡਾ ਵਾਹ ਇਸ ਤਰ੍ਹਾਂ ਦਾ ਪੈਂਦਾ, ਤੁਹਾਨੂੰ ਕੀ ਲੱਗਦਾ ਕਿ ਉਸ ਔਰਤ ਨੂੰ ਜਿਹੜੀ ਕੰਮਕਾਜੀ ਔਰਤ ਹੈ ਉਹਨੂੰ ਕਿਸ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਡਾਕਟਰ ਸਰਬਜੀਤ ਕੌਰ ਸੋਲ ਜੀ, ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਜੀ। ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦੇਣੀ ਆ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੇ ਆਪਾਂ ਇੰਟਰਨੈਸ਼ਨਲ ਪੱਧਰ ਤੇ ਜਿਹੜੀ ਆ ਗੱਲਬਾਤ ਉਹ ਕਰ ਰਹੇ ਹਾਂ ਕਿ ਇਹ ਸੰਭਵ ਨਹੀਂ ਸੀ ਹੋ ਸਕਦਾ ਜੇਕਰ ਅਸੀਂ ਅੱਜ ਇਸ ਕਰੋਨਾ ਕਾਲ ਦੇ ਸਮੇਂ ਦੇ ਵਿੱਚ ਅਸੀਂ ਨਾ ਇਸ ਤਰ੍ਹਾਂ ਨਾਲ ਇਸ ਮਾਧਿਅਮ ਰਾਹੀਂ ਆਨਲਾਈਨ ਜੁੜਦੇ। ਸੋ ਡਾਕਟਰ ਜਸ ਮਲਕੀਤ ਜੀ ਜਿਹੜੇ ਕਿ ਰੇਡੀਓ ਜੌਕੀ ਨੇ ਰੇਡੀਓ ਪੰਜਾਬ ਸਰੀ ਤੋਂ, ਔਰ ਨਿਕਿਤਾ ਆਜ਼ਾਦ ਜਿਹੜੇ ਸਕਾਲਰ ਨੇ ਆਕਸਫੋਰਡ ਯੂਨੀਵਰਸਿਟੀ ਲੰਡਨ। ਮੈਨੂੰ ਬਹੁਤ ਖੁਸ਼ੀ ਹੋਈ ਅੱਜ ਅਸੀਂ ਇੱਕ ਮੰਚ ਤੇ ਗੱਲ ਕਰ ਰਹੇ ਹਾਂ ਔਰ ਵੱਖਰੇ ਦੇਸ਼ਾਂ ਦੀ ਗੱਲ ਕਰ ਰਹੇ ਹਾਂ। ਔਰ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵਧੀਆ ਪਲ ਨੇ ਜਿਹੜੇ ਅੱਜ ਅਸੀਂ ਜਿਨ੍ਹਾਂ ਚੋਂ ਜ਼ਰੂਰ ਕੰਕਰੀਟ ਗੱਲਾਂ ਨਿਕਲਣਗੀਆਂ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਡਾਕਟਰ ਸਾਹਿਬ, ਕੰਮਕਾਜੀ ਥਾਵਾਂ ਦੇ ਉੱਤੇ ਕੰਮ ਦੇ ਦੌਰਾਨ ਜਿਹੜੀਆਂ ਸਾਨੂੰ ਸਮੱਸਿਆਵਾਂ ਆਉਂਦੀਆਂ ਨੇ, ਪਿੱਛੇ ਜਿਹੀ ਅਸੀਂ ਹੁਣੇ ਇੱਕ ਵੈਬੀਨਾਰ ਕਰਾਇਆ ਸੀ, ਉਹਦੇ 'ਚ ਇਸੇ ਬਾਰੇ ਗੱਲਬਾਤ ਅਸੀਂ ਕੀਤੀ ਸੀ ਕਿ ਕੰਮਕਾਜੀ ਥਾਵਾਂ ਦੇ ਉੱਤੇ ਜਿਹੜੀਆਂ ਸਮੱਸਿਆਵਾਂ ਨੇ, ਜੇਕਰ ਮੈਨੂੰ ਤਾਂ ਉਸ ਤਰ੍ਹਾਂ ਨਹੀਂ ਆਉਂਦੀਆਂ ਬੀਇੰਗ ਪ੍ਰਿੰਸੀਪਲ, ਪਰ ਜਿੱਥੇ ਉਸ ਦੇ ਮੇਰੇ ਕੁਲੀਗਸ ਨੇ ਜਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਉਹਨਾਂ ਨੂੰ ਉੱਦਾਂ ਇੱਕ ਫੀਮੇਲ ਦੀ ਗੱਲ ਮੰਨਣ ਦੇ ਵਿੱਚ ਉਹਨਾਂ ਦੀ ਈਗੋ ਹਰਟ ਹੁੰਦੀ ਆ। ਉਹਨਾਂ ਨੂੰ ਐਂ ਲੱਗਦਾ ਕਿ ਇਹ ਮੇਰੇ ਤੇ ਹੁਕਮ ਚਲਾ ਰਹੇ ਜਾਂ ਮੇਰੇ ਬਾਰੇ ਇਸ ਤਰ੍ਹਾਂ ਕਰ ਰਹੇ ਆ। ਦੂਸਰਾ ਇਹ ਵੀ ਹੁੰਦਾ ਹੈ ਕਿ ਜੇਕਰ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਜਿਹੜੇ ਪ੍ਰਮੋਸ਼ਨ ਦੇ ਚਾਂਸਸ ਨੇ ਉਹ ਬਹੁਤ ਘਟ ਜਾਂਦੇ ਨੇ ਔਰਤਾਂ ਦੇ ਲਈ, ਕਿਉਂਕਿ ਉਹ ਮੋਨੋਪੋਲੀ ਨਹੀਂ ਕਰ ਸਕਦੀਆਂ, ਉਹ ਗੁੱਟਬੰਦੀ ਨਹੀਂ ਕਰ ਸਕਦੀਆਂ, ਔਰ ਉਹ ਜਿਹੜੀਆਂ ਨੇ ਆਪਣੇ ਆਪ ਨੂੰ, ਤੁਹਾਨੂੰ ਆਪ ਨੂੰ ਵੀ ਪਤਾ ਹੋਊਗਾ, ਚਾਹੇ ਉਹ ਸਾਹਿਤ ਆ, ਚਾਹੇ ਉਹ ਆਪਣਾ ਕਾਰਪੋਰੇਟ ਨੇ, ਚਾਹੇ ਉਹ ਕਾਲਜਿਸ ਨੇ, ਅਕਾਦਮਿਕ, ਜਾਂ ਕਿਤੇ ਵੀ ਦਫ਼ਤਰ ਦੇ ਵਿੱਚ ਕੰਮ ਕਰਨ ਵੇਲੇ ਔਰਤ ਦੇ ਸਰੀਰ ਨੂੰ ਜ਼ਿਆਦਾ ਮਤਲਬ ਇੰਪੋਰਟੈਂਸ ਦਿੱਤੀ ਜਾਂਦੀ ਹੈ। ਜੇਕਰ ਉਹ ਸੋਹਣੀ ਸੁਨੱਖੀ ਆ ਤੇ ਉਹਦੀ ਗੱਲ ਵਧੇਰੇ ਮੰਨੀ ਜਾਂਦੀ ਆ, ਜੇਕਰ ਉਹ ਹੋਰ ਸਮਝੌਤਾਵਾਦੀ ਰੁਖ ਅਪਣਾ ਲੈਂਦੀ ਆ ਤਾਂ ਉਹ ਬਿਲਕੁਲ ਹੀ ਅੱਗੇ ਉਹਨੂੰ ਮੌਕੇ ਦਿੱਤੇ ਜਾਂਦੇ ਨੇ। ਪਰ ਜੇਕਰ ਉਹ ਅੜ ਜਾਂਦੀ ਆ ਜਾਂ ਉਸਨੂੰ ਲੱਗਦਾ ਹੈ ਕਿ ਮੇਰੀ ਲਿਆਕਤ ਦੇ ਆਧਾਰ ਤੇ ਮੈਨੂੰ ਜਿਹੜੇ ਤਰੱਕੀ ਦੇ ਚਾਂਸ ਮਿਲਣ, ਤਾਂ ਉਹ ਬਹੁਤ ਘੱਟ ਹੁੰਦਾ ਆ। ਔਰ ਤੁਸੀਂ ਵੇਖ ਲਓ ਹੁਣ ਅੱਜ ਤੱਕ ਵਾਈਸ ਚਾਂਸਲਰ ਕਦੇ ਕੋਈ ਔਰਤ ਨਹੀਂ ਹੋਈ। ਔਰ ਦੂਸਰੀ ਗੱਲ, ਹੁਣੇ ਪਿੱਛੇ ਜੇ ਆਪਣੇ ਵਿਨੀ ਮਹਾਜਨ ਉਹਨਾਂ ਨੂੰ ਸਕੱਤਰ ਬਣਾਇਆ ਗਿਆ ਤੇ ਉਹਨਾਂ ਦੇ ਹਸਬੈਂਡ ਨੂੰ, ਤਾਂ ਇਹ ਗੱਲ ਬੜੇ ਆਰਾਮ ਨਾਲ ਉਹਨਾਂ ਨੇ ਕਹਿ ਦਿੱਤੀ ਕਿ ਉਹਨਾਂ ਦੇ ਹਸਬੈਂਡ ਉਹਨਾਂ ਦੇ ਅੰਡਰ ਆਉਣਗੇ। ਜਦ ਕਿ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਤਾਂ ਵੱਖਰੀ ਆ ਕਿ ਉਹ ਹੁਣ ਉਹਨਾਂ ਨੂੰ ਸਲੂਟ ਮਾਰਨਗੇ। ਇਸ ਤਰ੍ਹਾਂ ਦੀਆਂ ਗੱਲਾਂ, ਕਿਉਂਕਿ ਸਾਡੀ ਸੋਚ ਅਜੇ ਉੱਥੇ ਹੀ ਕੁੰਠਿਤ ਆ, ਸਾਡੀ ਸੋਚ ਨੇ ਅਜੇ ਬਦਲਣਾ ਸ਼ੁਰੂ ਵੀ ਨਹੀਂ ਕੀਤਾ, ਅਸੀਂ ਅਜੇ ਉਸੇ ਮਾਹੌਲ 'ਚ ਹਾਂ। ਸੋ ਇਹਦੇ ਬਦਲਾਵ ਦੀ ਬਹੁਤ ਸਾਰੀਆਂ ਸੰਭਾਵਨਾਵਾਂ ਪਈਆਂ ਨੇ, ਅਸੀਂ ਬਹੁਤ ਦੂਰ ਆ ਅਜੇ ਉਸ ਗੱਲ ਤੋਂ। ਸੋ ਉਹਨਾਂ ਨੂੰ ਕਰਨਾ ਹੀ ਪੈਂਦਾ, ਸਮਝੌਤੇ ਕਰਨੇ ਪੈਂਦੇ ਨੇ, ਕੁੜੀਆਂ ਨੂੰ ਐਕਸਪਲੋਇਟ ਕਰਦੇ ਨੇ। ਸਪੋਰਟਸ ਲੈ ਲਓ, ਉਹਦੇ ਵਿੱਚ ਵੀ ਕੋਚਾਂ ਦੁਆਰਾ, ਤੁਸੀਂ ਰਿਸਰਚ ਲੈ ਲਓ, ਉਹਦੇ 'ਚ ਗਾਈਡ ਦੁਆਰਾ, ਮਤਲਬ ਕੁੜੀਆਂ ਲਈ ਹਰ ਥਾਂ ਤੇ ਸੁਖਾਵਾ ਮਾਹੌਲ ਨਹੀਂ ਹੁੰਦਾ। ਅਜੇ ਵੀ ਉਸ ਨੂੰ ਸਿਰਫ ਜਿਸਮ ਦੇ ਤੌਰ ਤੇ ਹੀ ਜ਼ਿਆਦਾ ਜਾਣਿਆ ਜਾਂਦਾ, ਉਹਦੇ ਕੰਮ, ਉਹਦੀ ਲਿਆਕਤ ਦੀ ਗੱਲ ਘੱਟ ਹੁੰਦੀ ਹੈ। ਜੀ, ਤੁਸੀਂ ਬਹੁਤ ਮਹੱਤਵਪੂਰਨ ਜਿਹੜਾ ਇਸ਼ੂ ਉਠਾਇਆ, ਕਿਉਂਕਿ ਹਰ ਥਾਂ ਤੇ ਔਰਤ ਨੂੰ ਚੁਣੌਤੀਆਂ ਨੇ। ਆਪਣੇ ਆਪ ਨੂੰ ਬਚਾ ਕੇ ਅੱਗੇ ਵਧਣਾ, ਇਹ ਮਤਲਬ ਇੱਕ ਕਿਸਮ ਦਾ ਤਲਵਾਰ ਦੀ ਧਾਰ ਤੇ ਤੁਰਨ ਵਰਗਾ ਕੰਮ ਹੈ ਜਿਹੜਾ ਔਰਤ ਇਸ ਨੂੰ ਕਬੂਲ ਕਰ ਰਹੀ ਹੈ, ਇਸ ਚੁਣੌਤੀ ਨੂੰ। ਨਿਕਿਤਾ, ਮੈਂ ਤੁਹਾਡੇ ਵੱਲ ਆ ਰਿਹਾ ਦੁਬਾਰਾ।
ਤੁਸੀਂ ਡੋਮੈਸਟਿਕ ਵਾਇਲੈਂਸ ਤੇ ਬਹੁਤ ਕੰਮ ਕੀਤਾ ਹੈ। ਸਾਨੂੰ ਥੋੜਾ ਜਿਹਾ ਇਹਦੇ ਬਾਰੇ ਵਿਸਥਾਰ ਦੇ ਵਿੱਚ ਦੱਸੋ ਕਿ ਔਰਤ ਲਈ ਡੋਮੈਸਟਿਕ ਵਾਇਲੈਂਸ ਦੇ ਕਿਸ ਕਿਸਮ ਦੇ ਮਾਇਨੇ ਨੇ, ਕਿਸ ਕਿਸਮ ਦੀ ਜਿਹੜੀ ਵਾਇਲੈਂਸ ਹੋ ਰਹੀ ਹੈ ਘਰਾਂ ਦੇ ਵਿੱਚ, ਜਿਹੜਾ ਉਹਦੇ ਮੇਲ ਪਾਰਟਨਰ ਨੇ ਉਹ ਕਿਸ ਰੂਪ ਦੇ ਵਿੱਚ ਉਹਨੂੰ ਪ੍ਰਤਾੜਿਤ ਕਰ ਰਹੇ ਨੇ, ਇਹਦੇ ਬਾਰੇ ਕੁਝ ਜਾਣਕਾਰੀ ਸਾਨੂੰ ਦਿਓ ਜੀ। ਇਸ ਸੰਕਟ ਦੇ ਦੌਰਾਨ ਹੀ ਪੰਜਾਬ ਦੀ ਆਪਣੀ ਰਿਪੋਰਟ ਹੀ ਕਹਿ ਰਹੀ ਹੈ ਕਿ ਡੋਮੈਸਟਿਕ ਵਾਇਲੈਂਸ ਦੇ ਕੇਸਿਸ 20% ਤੋਂ ਜ਼ਿਆਦਾ ਵੱਧ ਗਏ ਨੇ। ਤੇ ਤੁਸੀਂ ਇੰਡੀਆ ਦੀ ਜੇ ਰਿਪੋਰਟ ਦੇਖੋ ਤਾਂ ਇਸੇ ਦੌਰਾਨ 6 ਮਹੀਨਿਆਂ ਦੇ ਅੰਤਕਾਲ ਵਿੱਚ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਆਲਮੋਸਟ ਮਤਲਬ ਜਿਹੜੇ ਰਿਪੋਰਟ ਹੋ ਰਹੇ ਨੇ ਕਾਲ ਕਰਕੇ ਔਰਤਾਂ ਵੱਲੋਂ, ਉਹ ਵੀ 20 ਤੋਂ 30% ਵੱਧ ਗਏ ਨੇ। ਆਈ ਥਿੰਕ 23% ਇਹੋ ਜਿਹਾ ਕੁਝ ਡਾਟਾ ਸਾਹਮਣੇ ਆਇਆ। ਇੱਕ ਤਾਂ ਇਹ ਡੋਮੈਸਟਿਕ ਵਾਇਲੈਂਸ ਘਰੇਲੂ ਹਿੰਸਾ ਦਾ ਜਿਹੜਾ ਸਭ ਤੋਂ ਪ੍ਰਤੱਖ ਰੂਪ ਹੈ ਉਹ ਐਕਚੁਅਲੀ ਫਿਜ਼ੀਕਲੀ ਹਿੱਟ ਕਰਨਾ ਹੈ, ਕਿ ਤੁਸੀਂ ਆਪਣੀ ਵਾਈਫ ਨੂੰ, ਆਪਣੀ ਪਤਨੀ ਨੂੰ ਕੁੱਟਮਾਰ ਕਰ ਰਹੇ ਹੋ, ਉਹਦੇ ਨਾਲ ਡਾਇਰੈਕਟ ਫਿਜ਼ੀਕਲ ਵਾਇਲੈਂਸ ਕਰ ਰਹੇ ਹੋ। ਇੱਕ ਤਾਂ ਉਹ ਰੂਪ ਇਹਦਾ ਸਾਨੂੰ ਦੇਖਣ ਨੂੰ ਮਿਲਦਾ, ਜਿਹੜਾ ਬਹੁਤ ਛੋਟੀ ਤੋਂ ਛੋਟੀ ਗੱਲ ਤੇ ਵੀ ਹੋ ਸਕਦਾ ਹੈ। ਕਈ ਵਾਰ ਇਹ ਵੀ ਹੋ ਸਕਦਾ ਹੈ ਕਿ ਉਹਦੇ ਪਤੀ ਨੂੰ ਕਿਸੇ ਹੋਰ ਗੱਲ ਤੇ ਗੁੱਸਾ ਆਇਆ ਹੋਵੇ, ਬਾਹਰੋਂ ਕੋਈ ਘਟਨਾ ਹੋਈ ਹੋਵੇ ਤੇ ਘਰ ਆ ਕੇ ਉਹ ਗੁੱਸਾ ਪਤਨੀ ਤੇ ਨਿਕਲ ਜਾਂਦਾ ਹੈ ਤੇ ਉਹ ਇੱਕ ਥੱਪੜ ਵੀ ਹੋ ਸਕਦਾ ਹੈ। ਤੇ ਕਈ ਵਾਰ ਉਹ ਇਸ ਤਰ੍ਹਾਂ ਦੀ ਹਿੰਸਾ ਵੀ ਹੁੰਦੀ ਹੈ ਕਿ ਕੋਈ ਚੀਜ਼ ਹਸਬੈਂਡ ਡਿਮਾਂਡ ਕਰ ਰਿਹਾ ਹੁੰਦਾ ਕਿ ਉਹ ਸੈਕਸ਼ੂਅਲ ਵਾਇਲੈਂਸ ਦੇ ਰੂਪ ਚ ਵੀ ਮੈਨੀਫੈਸਟ ਕਰਦਾ, ਉਹ ਸੈਕਸ਼ੂਅਲ ਵਾਇਲੈਂਸ ਦੇ ਰੂਪ ਚ ਵੀ ਦਿਖਦਾ ਹੈ ਕਿ ਕੁਝ ਐਕਟਸ ਦੀ ਡਿਮਾਂਡ ਹੁੰਦੀ ਹੈ ਜੋ ਮਨਾ ਕਰ ਦਿੱਤੀ ਜਾਂਦੀ ਹੈ, ਤਾਂ ਫਿਰ ਉਹਦੇ ਜਵਾਬ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਫਿਜ਼ੀਕਲ ਵਾਇਲੈਂਸ ਹੈ, ਸੈਕਸ਼ੂਅਲ ਵਾਇਲੈਂਸ ਹੈ, ਉਹ ਔਰਤਾਂ ਤੇ ਹੋ ਰਹੀ ਹੈ। ਇਹਦੇ ਇਲਾਵਾ ਵੀ ਇੱਕ ਤਰ੍ਹਾਂ ਦੀ ਵਾਇਲੈਂਸ ਜਿਹੜੀ ਡੋਮੈਸਟਿਕ, ਕਿਉਂਕਿ ਘਰੇਲੂ ਹਿੰਸਾ ਨੂੰ ਅਸੀਂ ਅਕਸਰ ਫਿਜ਼ੀਕਲ ਕੁੱਟਮਾਰ ਦੇ ਰੂਪ ਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਬਹੁਤ ਜ਼ਿਆਦਾ ਘਿਨੌਣਾ ਰੂਪ ਜਿਹੜਾ ਉਹਦਾ ਵਾਕਈ ਉਹ ਸਰੀਰਕ ਹਿੰਸਾ ਦੇ ਰੂਪ ਚ, ਜਿਹਦੇ ਵਿੱਚ ਸੱਟਾਂ ਹੁੰਦੀਆਂ ਨੇ, ਬਹੁਤ ਬੁਰੀ ਤਰ੍ਹਾਂ ਐਕਚੁਅਲੀ ਕੁੱਟਿਆ ਜਾਂਦਾ, ਮਾਰਿਆ ਜਾਂਦਾ, ਤੇ ਬਹੁਤ ਵਾਰੀ ਪਰਿਵਾਰਾਂ ਦੇ ਸਾਹਮਣੇ ਹੁੰਦਾ। ਇੱਕ ਤਾਂ ਉਹ ਰੂਪ ਦਿਖਦਾ ਹੈ, ਪਰ ਮੈਨੂੰ ਲੱਗਦਾ ਅੱਜ ਕੱਲ੍ਹ ਇੱਕ ਦੂਜਾ ਰੂਪ ਵੀ ਸਾਹਮਣੇ ਆ ਰਿਹਾ, ਕਿਉਂਕਿ ਬਹੁਤ ਵਾਰੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਮਤਲਬ ਹਸਬੈਂਡ, ਪਤੀ ਇਹ ਕਹਿ ਦਿੰਦੇ ਨੇ ਕਿ ਅਸੀਂ ਤਾਂ ਆਪਣੀ ਪਤਨੀ ਦੀ ਪੂਰੀ ਮਦਦ ਕਰਾਉਂਦੇ ਹਾਂ, ਨਾਲ ਅਸੀਂ ਉਹਦਾ ਪੂਰਾ ਸਾਥ ਦਿੰਦੇ ਹਾਂ। ਉਹ ਕਹਿੰਦੀ ਹੈ ਤਾਂ ਅਸੀਂ ਬਰਤਨ ਵੀ ਸਾਫ਼ ਕਰ ਦਿੰਦੇ ਹਾਂ, ਜੇ ਉਹ ਕਹਿ ਰਹੀ ਹੈ ਤਾਂ ਅਸੀਂ ਰੋਟੀ ਵੀ ਬਣਾ ਦਿੰਦੇ ਹਾਂ, ਅਸੀਂ ਕੱਪੜੇ ਵੀ ਸਾਫ਼ ਕਰ ਦਿੰਦੇ ਹਾਂ। ਤੇ ਇਹਦੇ ਬਾਰੇ ਨਾ ਇੱਕ ਆਰਟੀਕਲ ਆਇਆ ਸੀਗਾ 2-3 ਸਾਲ ਪਹਿਲਾਂ ਨਿਊਯਾਰਕ ਟਾਈਮਸ ਚ, ਵਿਚ ਵਾਸ ਕਿ ਦ ਜੈਂਡਰ ਵਾਰਸ ਆਫ ਡੋਮੈਸਟਿਕ ਕੋਰਸ, ਜਿਹਦਾ ਮਤਲਬ ਇਹ ਹੈ ਕਿ ਘਰ ਦੇ ਅੰਦਰ ਕਿਵੇਂ ਜਿਹੜੀ ਕੰਮ ਦੀ ਡਿਵੀਜ਼ਨ ਹੈ ਉਹ ਜੈਂਡਰ ਦੇ ਆਧਾਰ ਤੇ ਕੀਤੀ ਹੁੰਦੀ ਹੈ, ਤੇ ਉਸ ਲਿੰਗ ਦੇ ਆਧਾਰ ਤੇ ਕੰਮ ਦੀ ਡਿਵੀਜ਼ਨ ਵਿੱਚ ਜਿਹੜੀ ਘਰ ਦੇ ਕੰਮ ਦੀ ਜ਼ਿੰਮੇਵਾਰੀ ਹੈ ਉਹ ਸਾਰੀ ਔਰਤ ਦੇ ਉੱਤੇ ਹੁੰਦੀ ਹੈ। ਤੇ ਉਸ ਜ਼ਿੰਮੇਵਾਰੀ ਦੇ ਅੰਦਰ ਔਰਤ ਦੇ ਉੱਤੇ ਇੱਕ ਤਰ੍ਹਾਂ ਦਾ ਮਾਨਸਿਕ ਤਸ਼ੱਦਦ, ਇੱਕ ਤਰ੍ਹਾਂ ਦੀ ਮਾਨਸਿਕ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਉਹਨੇ ਯਾਦ ਰੱਖਣਾ, ਕੱਪੜੇ ਧੋਣ ਵਾਲੇ ਪਏ ਨੇ, ਉਹ ਬਰਤਨ ਸਾਫ਼ ਕਰਨ ਵਾਲੇ ਪਏ ਨੇ, ਬੱਚਿਆਂ ਨੂੰ ਸਕੂਲ ਭੇਜਣਾ ਹੈ, ਲਿਸਟ ਬਣਾਉਣੀ ਹੈ, ਉਹ ਸਾਰਾ ਜਿਹੜਾ ਮੈਂਟਲ ਕੰਮ ਕਰਨਾ ਹੈ, ਉਹ ਚਾਹੇ ਜਿੰਨੀ ਮਰਜ਼ੀ ਮਤਲਬ ਬਾਹਰ ਨੌਕਰੀ ਕਰ ਲਏ, ਚਾਹੇ ਵੱਧ ਪੈਸੇ ਕਮਾ ਲਏ। ਤੇ ਇਹ ਸਿਰਫ ਇੰਡੀਆ 'ਚ ਨਹੀਂ ਹੁੰਦਾ, ਮੈਂ ਤਾਂ ਪੂਰੀ ਦੁਨੀਆ ਦੀ ਗੱਲ ਕਰ ਰਹੀ ਹਾਂ। ਇਹ UK 'ਚ, ਇੰਗਲੈਂਡ 'ਚ ਵੀ ਇਸੇ ਤਰ੍ਹਾਂ ਵਰਕ ਕਰਦਾ ਹੈ ਕਿ ਹੋ ਸਕਦਾ ਤੁਹਾਡਾ ਪਾਰਟਨਰ ਤੁਹਾਡੇ ਨਾਲ ਕੰਮ ਕਰਾ ਰਿਹਾ ਹੋਵੇ, ਪਰ ਉਹਦੇ ਬਾਵਜੂਦ ਵੀ ਉਹ ਐਕਸਪੈਕਟ ਕਰਦਾ ਹੈ ਕਿ ਬਾਹਰ ਜਾਂਦੇ ਹੋਏ ਵੀ ਔਰਤ ਹੀ ਮੁੱਖ ਰਿਸਪੌਂਸਿਬਿਲਿਟੀ ਰਹੇਗੀ, ਜਿਹੜੀ ਮੁੱਖ ਜ਼ਿੰਮੇਵਾਰੀ ਹੈ ਔਰਤ ਉੱਤੇ ਆਏਗੀ। ਤੇ ਇੱਕ ਇਸ ਤਰ੍ਹਾਂ ਦਾ ਰੂਪ ਜਿਹੜਾ ਬਹੁਤ ਸਟਲ ਹੈ, ਬਹੁਤ ਮਤਲਬ ਛੁਪਿਆ ਹੋਇਆ, ਲੁਕਿਆ ਹੋਇਆ ਰੂਪ ਹੈ, ਉਹ ਵੀ ਇੱਕ ਤਰ੍ਹਾਂ ਦੇਖਣ ਨੂੰ ਮਿਲਦਾ ਹੈ। ਤੇ ਇਹਦੇ ਵਿੱਚ ਵੀ ਕਈ ਵਾਰੀ ਫਿਜ਼ੀਕਲ ਵਾਇਲੈਂਸ ਆ ਜਾਂਦੀ ਹੈ ਕਿ ਹਸਬੈਂਡ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਚਲਾ ਕੇ ਪਲੇਟ ਮਾਰਦਾ ਹੈ। ਇਸ ਤਰ੍ਹਾਂ ਦੇ ਬਹੁਤ ਇੰਸਟੈਂਸਸ ਆਉਂਦੇ ਨੇ ਕਿ ਮੈਂ ਗਲਤੀ ਨਾਲ ਮਾਰਤਾ, ਮੈਂ ਇਸ ਤਰ੍ਹਾਂ ਕਰਤਾ। ਤੇ ਇਹਦੇ ਕਈ ਮਤਲਬ ਫਾਰਮਸ ਨੇ ਡੋਮੈਸਟਿਕ ਵਾਇਲੈਂਸ। ਨਿਕਤਾ ਇਹਦੇ ਵਿੱਚ ਇਹਦਾ ਕੋਈ ਉਲਟ ਰੂਪ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਔਰਤ ਵੱਲੋਂ ਮਰਦ ਤੇ ਇਸ ਕਿਸਮ ਦੀ ਕੋਈ ਹਿੰਸਾ ਹੋ ਰਹੀ ਹੋਵੇ, ਕੋਈ ਪਿਛਲੇ ਸਮੇਂ ਦੇ ਵਿੱਚ ਇਸ ਕਿਸਮ ਦੀ ਸਟੱਡੀ ਕੋਈ ਤੁਹਾਨੂੰ ਲੱਗਦਾ ਹੋਵੇ? ਇਹ ਤੁਸੀਂ ਬਹੁਤ ਇੰਟਰਸਟਿੰਗ ਕੁਐਸਚਨ ਪੁੱਛਿਆ, ਕਿਉਂਕਿ ਮੈਂ ਇਸੇ ਤੇ ਆਉਣ ਵਾਲੀ ਸੀ ਕਿ ਦਰਅਸਲ ਅਸੀਂ ਸੋਚਦੇ ਹਾਂ ਕਿ ਔਰਤ ਤੇ ਮਰਦ ਦੋ ਬਣੀਆਂ ਬਣਾਈਆਂ ਕੈਟੇਗਰੀਜ਼ ਨੇ, ਕਿ ਇਹਨਾਂ ਕੈਟੇਗਰੀਜ਼ 'ਚ ਕਿ ਔਰਤ ਉੱਤੇ ਹਿੰਸਾ ਹੁੰਦੀ ਹੈ ਤੇ ਮਰਦ ਹਿੰਸਾ ਕਰਦਾ ਹੈ। ਪਰ ਹੁਣ ਇਹ ਚੇਂਜ ਹੋਣ ਲੱਗਿਆ ਕਿ ਕਈ ਵਾਰ ਇਹ ਹੁੰਦਾ ਕਿ ਕੁਝ ਕੰਮ ਨੇ ਜਿਹੜੇ ਉਹ ਔਰਤ ਪੁਣੇ ਨਾਲ ਜਾਂ ਨਾਰਿਤਵ ਨਾਲ ਜੁੜ ਗਏ ਨੇ, ਤੇ ਕੁਝ ਕੰਮ ਨੇ ਜਿਹੜੇ ਉਹ ਮਰਦਾਵੇਂ ਬਣ ਗਏ ਨੇ। ਉਹਦੇ ਵਿੱਚ ਜਿਹੜਾ ਘਰ ਵਾਲਾ ਕੰਮ ਹੈ, ਘਰ ਦਾ ਸਾਰਾ ਸੰਭਾਲਣਾ, ਦੇਖ ਰੇਖ ਕਰਨਾ, ਉਹ ਸਾਰਾ ਕੁਝ ਔਰਤਾਂ ਵਾਲੇ ਕੰਮਾਂ ਨਾਲ ਜੁੜ ਗਿਆ ਹੈ, ਤੇ ਉਹ ਕੰਮ ਹੀ ਆਪਣੇ ਆਪ 'ਚ ਫੈਮਿਨਿਨ ਹੋ ਗਏ ਨੇ। ਤੇ ਉਹ ਕੰਮ ਫੈਮਿਨਿਨ ਹੋਣ ਦਾ ਮਤਲਬ ਹੈ ਕਿ ਉਹ ਡਿਮੀਨ ਹੋ ਗਏ ਨੇ। ਉਹ ਕੰਮ ਹੁਣ ਉਹਨਾਂ ਕੰਮਾਂ ਦੀ ਇਸ ਤਰ੍ਹਾਂ ਦਾ ਸਟੇਟਸ ਨਹੀਂ ਰਿਹਾ। ਉਹ ਕੰਮ ਬੁਰੇ ਜਾਂ ਛੋਟੇ ਤੁੱਛ ਕੰਮ ਮੰਨੇ ਜਾਂਦੇ ਨੇ, ਬੇਸਿਕਲੀ ਉਹ ਤੁੱਛ ਕੰਮ ਨੇ। ਤੇ ਉਹ ਕੰਮ ਜਿਹੜਾ ਵੀ ਰੋਲ ਪਲੇ ਕਰ ਰਿਹਾ ਹੁੰਦਾ ਉਹਦੇ ਵਿੱਚ, ਉਹਨਾਂ ਕੰਮਾਂ ਦੇ ਵਿੱਚ ਜੇ ਮਰਦ ਉਹ ਕੰਮ ਕਰ ਰਿਹਾ ਤਾਂ ਉਹਦਾ ਰੋਲ ਵੀ ਇਸ ਤਰ੍ਹਾਂ ਹੀ ਦੇਖਿਆ ਜਾਂਦਾ ਕਿ ਇਹ ਛੋਟੇ ਮੋਟੇ ਕੰਮ ਕਰ ਰਿਹਾ, ਕਿ ਬਹੁਤ ਵੱਡਾ ਕੰਮ ਨਹੀਂ ਕਰ ਰਿਹਾ, ਤੇ ਫਿਰ ਉਹਦੇ ਉੱਤੇ ਇੱਕ ਤਰ੍ਹਾਂ ਦੀ ਹਿੰਸਾ ਵੀ ਕੀਤੀ ਜਾਂਦੀ ਹੈ। ਇਹ ਵੀ ਬਹੁਤ ਵਾਰ ਦੇਖਣ ਨੂੰ ਮਿਲਦਾ ਹੈ ਕਿ ਕੇਸਿਸ ਵਿੱਚ, ਖਾਸ ਕਰਕੇ ਜਦੋਂ ਮਰਦ ਘਰ ਦੀ ਰਿਸਪੌਂਸਿਬਿਲਿਟੀ ਸਾਂਭ ਰਿਹਾ ਤੇ ਔਰਤ ਨਹੀਂ ਸਾਂਭ ਰਹੀ, ਤਾਂ ਔਰਤ ਹਿੰਸਾ ਕਰਦੀ ਹੈ। ਉਹ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ, ਉਹਦੇ 'ਚ ਫਿਜ਼ੀਕਲ ਵਾਇਲੈਂਸ ਵੀ ਹੁੰਦੀ ਹੈ, ਉਹਦੇ 'ਚ ਮੈਂਟਲ ਵਾਇਲੈਂਸ ਵੀ ਹੁੰਦੀ ਹੈ। ਇਹ ਤਾਂ ਮਤਲਬ ਮੈਂ ਡਿਨਾਈ ਨਹੀਂ ਕਰੂੰਗੀ ਕਿ ਇਹ ਵਾਇਲੈਂਸ ਐਗਜ਼ਿਸਟ ਨਹੀਂ ਕਰਦੀ। ਘਰੇਲੂ ਹਿੰਸਾ ਇਸ ਤਰ੍ਹਾਂ ਵੀ ਦਿਖਦੀ ਹੈ।
ਇੱਕ ਇਹਦਾ ਤੀਸਰਾ ਰੂਪ ਮੈਨੂੰ ਲੱਗਦਾ ਬੱਚਿਆਂ ਤੇ ਹਿੰਸਾ ਦਾ ਵੀ ਹੈ, ਤੇ ਉਹਦੇ ਵਿੱਚ ਮੁੰਡੇ ਵੀ ਆਉਂਦੇ ਨੇ, ਕੁੜੀਆਂ ਵੀ ਆਉਂਦੇ ਨੇ, ਸਾਰੇ ਜੈਂਡਰਸ ਦੇ ਲੋਕ ਆਉਂਦੇ ਨੇ ਜਿਨ੍ਹਾਂ ਉੱਤੇ ਪੇਰੈਂਟਸ ਵੱਲੋਂ ਹਿੰਸਾ ਹੁੰਦੀ ਹੈ, ਖਾਸ ਕਰਕੇ ਇੰਡੀਆ ਵਰਗੀ ਸੁਸਾਇਟੀਜ਼ 'ਚ ਬਹੁਤ ਵੱਡੇ ਪੱਧਰ ਤੇ। ਡਿਊਰਿੰਗ ਮਤਲਬ ਇਸ ਸਾਰੇ ਸੰਕਟ ਦੇ ਦੌਰਾਨ ਵੀ ਇੱਕ ਹੈਲਪਲਾਈਨ ਵੀ ਰਿਲੀਜ਼ ਕੀਤੀ ਸੀ ਇੰਡੀਅਨ ਗਵਰਨਮੈਂਟ ਨੇ। ਮਤਲਬ ਕਿੰਨੀ ਕੁ ਸਕਸੈਸਫੁਲ ਹੈ ਨਹੀਂ ਹੈ ਉਹ ਤਾਂ ਅਲੱਗ ਮਸਲਾ ਹੈ, ਬਟ ਐਟਲੀਸਟ ਇੱਕ ਕਨਵਰਸੇਸ਼ਨ ਜ਼ਰੂਰ ਚੱਲੀ ਸੀ ਕਿ ਬੱਚਿਆਂ ਉੱਤੇ ਕਿਸ ਤਰ੍ਹਾਂ ਪੇਰੈਂਟਸ ਦਾ ਗੁੱਸਾ ਨਿਕਲ ਰਿਹਾ, ਕਿਸ ਤਰ੍ਹਾਂ ਬੱਚਿਆਂ ਉੱਤੇ ਵਾਇਲੈਂਸ ਕਰ ਰਹੇ ਨੇ। ਇਹ ਵੀ ਰੂਪ ਹੈ। ਜੀ ਜੀ ਜੀ। ਤੁਸੀਂ ਕਾਫੀ ਜਿਹੜੀਆਂ ਅੰਦਰਲੀਆਂ ਗੱਲਾਂ ਨੇ ਡੋਮੈਸਟਿਕ ਵਾਇਲੈਂਸ ਦੀਆਂ, ਬਹੁਤ ਲੁਕੀਆਂ ਹੋਈਆਂ ਪਰਤਾਂ ਨੇ, ਉਹਨਾਂ ਤੇ ਗੱਲਬਾਤ ਡਾਕਟਰ ਦੀਪ, ਮੈਂ ਨਿਕਿਤਾ ਜੀ ਦੀ ਗੱਲ ਨਾਲ ਇੱਕ ਗੱਲ ਹੋਰ ਐਡ ਕਰਨਾ ਚਾਹੁੰਦੀ ਹਾਂ ਕਿ ਸਿਰਫ ਸਰੀਰਕ ਹਿੰਸਾ ਨਹੀਂ, ਇੱਕ ਸ਼ਾਬਦਿਕ ਹਿੰਸਾ ਵੀ ਹੁੰਦੀ ਹੈ, ਜਿਹੜੀ ਕਿ ਤੰਜ਼ ਦੇ ਰੂਪ ਦੇ ਵਿੱਚ ਮਤਲਬ ਕਈ ਵਾਰੀ ਉਸ ਦਾ ਕੋਈ ਰੂਪ ਨਹੀਂ ਸਾਹਮਣੇ ਦਿਸਦਾ ਸਾਨੂੰ, ਪਰ ਉਹ ਤੰਜ਼ ਦੇ ਰੂਪ ਦੇ ਵਿੱਚ, ਸ਼ਬਦਾਂ ਦੇ ਰੂਪ ਦੇ ਵਿੱਚ, ਜਿਵੇਂ ਤੇਰੇ ਪੇਕਿਆਂ ਨੇ ਆਹ ਕੀਤਾ, ਤੇਰੇ ਫਲਾਣੇ ਨੇ ਉਹ ਕੀਤਾ, ਜਾਂ ਕਿ ਕੁਝ ਵੇਖਣਾ ਹੀ ਇਸ ਤਰ੍ਹਾਂ ਨਾਲ ਗੱਲ ਨੂੰ, ਜਾਂ ਸੋਚਣਾ ਹੀ ਇਸ ਤਰ੍ਹਾਂ ਨਾਲ, ਤੇ ਉਹ ਜਿਹੜੀ ਸ਼ਾਬਦਿਕ ਹਿੰਸਾ ਹੁੰਦੀ ਹੈ ਨਾ, ਉਹ ਵੀ ਬਹੁਤ ਦੁਖਾਵੀ ਹੁੰਦੀ ਹੈ। ਔਰ ਉਹਦੇ 'ਚ ਜਿਹੜਾ ਦੁਖਾਂਤ ਹੈ ਉਹ ਔਰਤਾਂ ਨੂੰ, ਤੁਸੀਂ ਵੇਖੋਗੇ ਹੁਣ ਇਹੋ ਜਿਹੀਆਂ ਵੀ ਬਹੁਤ ਸਾਰੀਆਂ ਔਰਤਾਂ ਹੋਣਗੀਆਂ, ਜੇਕਰ ਇਹਦਾ ਐਨਾਲਿਸਿਸ ਕੀਤਾ ਜਾਵੇ, ਜਿਹੜੀਆਂ ਡਿਪਰੈਸ਼ਨ ਦਾ ਸ਼ਿਕਾਰ ਨੇ, ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਜਿਨ੍ਹਾਂ ਨੇ ਸੌਣ ਲਈ ਰਾਤ ਨੂੰ ਕੋਈ ਨਾ ਕੋਈ ਗੋਲੀ ਖਾਣੀ ਹੁੰਦੀ ਆ। ਸੋ ਉਹ ਚੀਜ਼ਾਂ, ਜਿਹੜੀ ਪੜ੍ਹੀ ਲਿਖੀ ਆ ਐਲੀਟ ਕਲਾਸ ਆ, ਉਸ ਦੇ ਉੱਤੇ ਇਹ ਜਿਹੜੀ ਹਿੰਸਾ ਹੈ ਉਹ ਬਹੁਤ ਮਤਲਬ ਉਹਨੂੰ ਜਿਉਣ ਨਹੀਂ ਦਿੰਦੀ, ਭਾਵੇਂ ਉਹ ਕਿੰਨੀ ਸੋਫਿਸਟੀਕੇਟਿਡ ਹੋਵੇ, ਕਿੰਨੀ ਉਹ ਵਧੀਆ ਹੋਵੇ, ਪੜ੍ਹੀ ਲਿਖੀ ਹੋਵੇ, ਘਰ ਸੰਭਾਲਦੀ ਹੋਵੇ, ਬਾਹਰ ਸੰਭਾਲਦੀ ਹੋਵੇ, ਪਰ ਜਿਹੜੇ ਸਟਾਇਰ ਨੇ ਨਾ, ਜਾਂ ਉਹ ਸ਼ਬਦ ਜਿਹੜਾ ਕੋਈ ਇੱਕ ਵਾਰੀ ਬੋਲ ਗਿਆ, ਉਹ ਬੰਦੇ ਨੂੰ ਬਹੁਤ ਤਕਲੀਫਦੇਹ ਹੁੰਦਾ। ਸੋ ਹਿੰਸਾ ਦੇ ਵੀ ਬਹੁਤ ਸਾਰੇ ਰੂਪ ਨੇ, ਸ਼ਾਬਦਿਕ ਵੀ ਆ, ਸਰੀਰਕ ਵੀ ਆ, ਜਾਂ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ, ਜਿਨ੍ਹਾਂ ਤੇ ਮਤਲਬ ਇਹ ਇੱਕ ਵੱਖਰਾ ਹੀ ਵਿਸ਼ਾ ਜਿਹਦੇ ਤੇ ਅਸੀਂ ਬਹੁਤ ਸਾਰੀ ਗੱਲਬਾਤ ਕਰ ਸਕਦੇ। ਜੀ ਜੀ ਮੈਮ, ਬਿਲਕੁਲ ਬਿਲਕੁਲ। ਸ਼ਾਬਦਿਕ ਹਿੰਸਾ ਬਹੁਤ ਖਤਰਨਾਕ ਹੈ। ਜੀ ਡਾਕਟਰ ਸਾਹਿਬ, ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਵੀ ਨਾਲ ਨਾਲ ਜੇਕਰ ਉਹ ਕਰੀਏ ਤਾਂ ਆਪਾਂ ਹੱਥ ਖੜਾ ਕਰਕੇ ਇੱਕ ਦੂਜੇ ਦੀ ਗੱਲ ਨੂੰ ਐਡ ਆਨ ਕਰ ਸਕਦੇ, ਤਾਂ ਕਿ ਕੋਈ ਗੱਲ ਛੁੱਟੇ ਨਾ। ਡਾਕਟਰ ਜਸਮਲਕੀਤ, ਮੈਂ ਤੁਹਾਡੇ ਵੱਲ ਆ ਰਿਹਾ ਹਾਂ। ਆਪਾਂ ਥੋੜਾ ਜਿਹਾ ਹਾਂਜੀ, ਮੈਂ ਪਹਿਲਾਂ ਉਹਦੇ ਨਾਲ ਇੱਕ ਥੋੜਾ ਜਿਹਾ ਹੋਰ ਗੱਲ ਕਰ ਦਵਾਂ ਜੀ। ਉਹਦੇ ਜੋ ਨਿਕਿਤਾ ਨੂੰ ਤੁਸੀਂ ਸਵਾਲ ਕੀਤਾ ਸੀ, ਆਪਾਂ ਹਿੰਸਾ ਦੀ ਗੱਲ ਕਰ ਰਹੇ ਹਾਂ ਡਾਕਟਰ ਸਾਹਿਬ। ਇੱਕ ਤਾਂ ਹੈ ਸ਼ਾਬਦਿਕ ਹਿੰਸਾ, ਆਪਾਂ ਨੂੰ ਸੁਣ ਜਾਂਦੀ ਹੈ, ਇੱਕ ਹੈ ਜਿਹੜੀ ਡੋਮੈਸਟਿਕ ਹਿੰਸਾ ਦੀ ਗੱਲ ਕਰ ਰਹੇ ਹਾਂ, ਪਰ ਇੱਕ ਮਾਨਸਿਕ ਵੀ ਹੈ, ਇਹ 'ਚ ਬੋਲਣਾ ਕੁਛ ਵੀ ਨਹੀਂ, ਸਿਰਫ ਤੁਸੀਂ ਇਗਨੋਰ ਕਰਨਾ ਹੈ, ਉਹ ਅਸੀਂ ਭੁੱਲ ਹੀ ਜਾਂਦੇ ਹਾਂ। ਜਿਹੜੀ ਉਹ ਹਿੰਸਾ ਨਾ, ਮਾਨਸਿਕ ਤੌਰ ਤੇ ਪ੍ਰਤਾੜਿਤ ਕਰ ਰਹੇ ਹੋ ਤੁਸੀਂ ਬੰਦੇ ਨੂੰ, ਦੀ ਗੱਲ ਨਹੀਂ ਸੁਣੀ ਜਾ ਰਹੀ, ਉਸਦੀ ਗੱਲ ਨੂੰ ਅਹਿਮੀਅਤ ਨਹੀਂ ਦਿੱਤੀ ਜਾ ਰਹੀ, ਉਸਦੇ ਵਿਚਾਰ ਲਏ ਨਹੀਂ ਜਾ ਰਹੇ ਕਿਸੇ ਉਸਦੇ ਖਾਸ ਪੱਖ ਦੇ ਵਿੱਚ, ਤਾਂ ਜਿਹੜੀ ਇਸ ਤਰ੍ਹਾਂ ਦੀ ਹਿੰਸਾ, ਇਹ ਉਸ ਤੋਂ ਵੀ ਜ਼ਿਆਦਾ ਬੁਰੀ ਹੈ। ਉਹਦੇ ਲਈ ਕਿਤੇ ਨਾ ਕਿਤੇ ਤੁਸੀਂ ਹੱਥ ਖੜਾ ਕਰ ਲਓਗੇ ਬਰਾਬਰ ਕਿ ਓਕੇ ਜੀ, ਤੂੰ ਮੇਰੇ ਮਾਰ ਰਿਹਾ, ਮੈਂ ਤੇਰੇ ਮਾਰ ਦੂੰਗੀ, ਪਰ ਉੱਥੇ ਤੁਸੀਂ ਕੁਝ ਨਹੀਂ ਕਰ ਸਕਦੇ। ਉਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ। ਇਸ ਤੇ ਵੀ ਕਿਤੇ ਨਾ ਕਿਤੇ ਗੱਲ ਕਰੇ। ਜੀ ਜੀ। ਡਾਕਟਰ ਜਸਮਲਕੀਤ, ਤੁਸੀਂ ਪਿਛਲੇ ਸਮੇਂ ਤੇ ਇੱਕ ਰੇਡੀਓ ਤੇ ਪ੍ਰੋਗਰਾਮ ਕੀਤਾ ਸੀ, ਮੈਂ ਵੀ ਚਲੋ ਹਿੱਸਾ ਰਿਹਾ ਸੀ, ਉਹ ਸੀ ਰੰਗਾਂ ਦੀ ਮਾਨਸਿਕਤਾ ਤੇ। ਇਸ ਵੇਲੇ ਰੰਗਾਂ ਦਾ ਮਸਲਾ ਪੂਰੀ ਦੁਨੀਆ ਦੇ ਵਿੱਚ ਛਾਇਆ ਹੋਇਆ ਮਸਲਾ ਹੈ। ਨਸਲਵਾਦ ਦੇ ਐਂਗਲ ਤੋਂ ਅਮਰੀਕਾ ਦੇ ਵਿੱਚ ਜਿਹੜੀ ਕਾਲੇ ਗੋਰੇ ਦੀ ਜਿਹੜੀ ਇੱਕ ਲੜਾਈ ਹੈ, ਉਹ ਸਦੀਆਂ ਤੋਂ ਚੱਲ ਰਹੀ ਹੈ, ਪਰ ਹੁਣ ਉਹ ਇੱਕ ਖਾਸ ਮੌਤ ਕਾਰਨ ਏਜੰਡੇ ਤੇ ਆਈ ਤੇ ਵੱਡੇ ਪੱਧਰ ਤੇ ਸਟਰਗਲ ਵੀ ਕੀਤੀ ਗਈ। ਇਹ ਰੰਗਾਂ ਦੀ ਮਾਨਸਿਕਤਾ ਦਾ ਔਰਤ ਦੇ ਸੰਦਰਭ ਦੇ ਵਿੱਚ ਵੀ ਬਹੁਤ ਵੱਡਾ ਅਰਥ ਹੈ। ਕਾਲੇ ਰੰਗ ਦੀਆਂ ਲੜਕੀਆਂ ਨੂੰ ਅਜੇ ਤੱਕ ਵੀ ਰਿਸ਼ਤੇ ਹੋਣ ਦਾ ਬਹੁਤ ਵੱਡਾ ਸੰਕਟ ਰਹਿੰਦਾ ਹੈ। ਇਹ ਜਿਹੜੀ ਰੰਗਾਂ ਦੀ ਮਾਨਸਿਕਤਾ, ਇਹਦੇ ਵਿੱਚੋਂ ਫਿਰ ਅੱਗੇ ਮੇਕਅਪ ਦਾ, ਸੋਹਣੇ ਬਣਨ ਦਾ, ਸੋਹਣੇ ਲੱਗਣ ਦਾ ਇੱਕ ਬਹੁਤ ਵੱਡਾ ਬਾਜ਼ਾਰ ਵਿਕਸਿਤ ਹੋਇਆ। ਤੁਸੀਂ ਅਖਬਾਰਾਂ ਪੜ੍ਹੀਆਂ ਹੋਣੀਆਂ, ਫੇਅਰ ਐਂਡ ਲਵਲੀ ਨੂੰ ਵੀ ਉਹ ਸ਼ਬਦ ਫੇਅਰ ਵਿੱਚੋਂ ਕੱਢਣਾ ਪਿਆ ਹੋਣਾ ਇਸ ਰੰਗਾਂ ਦੀ ਮਾਨਸਿਕਤਾ ਕਰਕੇ। ਸੋ ਇਸ ਰੰਗਾਂ ਦੀ ਮਾਨਸਿਕਤਾ ਦੇ ਔਰਤ ਦੇ ਸੰਦਰਭ ਦੇ ਵਿੱਚ ਕੀ ਅਰਥ ਨੇ, ਮੈਂ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਜੀ ਵੈਸੇ ਤਾਂ ਅਗਰ ਮੈਂ ਕਹਾਂ ਕਿ ਅਸੀਂ ਅੱਜ ਕੱਲ ਪੂਰੀ ਸ਼ਿਕਾਇਤ ਹੈ, ਲੋਕ ਨਾਰਾਜ਼ ਨੇ ਇਸ ਗੱਲ ਤੇ ਕਿ ਕੁੜੀਆਂ ਮੇਕਅਪ ਬਹੁਤ ਕਰਦੀਆਂ ਨੇ। ਮੈਂ ਮੇਰੇ ਆਪਣੇ ਬੱਚਿਆਂ ਦੇ ਵਿੱਚ ਦੇਖਿਆ ਕਿ ਮਾਮਾ ਕੁੜੀਆਂ ਇੰਨਾ ਮੇਕਅਪ ਕਿਉਂ ਕਰਦੀਆਂ ਨੇ। ਤਾਂ ਜਿਹੜਾ ਇਹ ਸਵਾਲ ਹੈ ਨਾ, ਉਸ ਤੋਂ ਬਾਅਦ ਮੇਰੇ ਦਿਮਾਗ ਦੇ ਵਿੱਚ ਵੀ ਆਉਣ ਲੱਗ ਜਾਂਦਾ, ਬੇਟਾ ਇਹ ਇਹਨਾਂ ਦੀ ਕੱਲੀਆਂ ਦੀ ਮਜਬੂਰੀ ਨਹੀਂ, ਚੋਇਸ ਨਹੀਂ ਹੈਗੀ, ਇਹਦੇ ਪਿੱਛੇ ਬੜੀਆਂ ਸਾਰੀਆਂ ਹੋਰ ਗੱਲਾਂ ਨੇ। ਹੁਣ ਤੁਸੀਂ ਜਿਵੇਂ ਸਹੀ ਕਿਹਾ ਕਿ ਪਹਿਲੀ ਤਾਂ ਗੱਲ ਉੱਥੋਂ ਹੀ ਹੈ, ਜਾਰਜ ਫਲੋਇਡ ਤੋਂ ਅਸੀਂ ਗੋਰੇ ਤੇ ਕਾਲੇ ਰੰਗ ਨੂੰ ਹੁਣ ਇੱਕ ਬਹੁਤ ਅਹਿਮ ਮੁੱਦਾ ਬਣਿਆ ਹੋਇਆ, ਜਿਹਦੇ ਉੱਪਰ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਹੈ। ਪਰ ਸਾਡੇ ਹਜੇ ਵੀ ਫੇਅਰ ਐਂਡ ਲਵਲੀ ਨੇ ਬੇਸ਼ੱਕ ਨਾਮ ਵਿੱਚੋਂ ਫੇਅਰ ਕੱਢ ਕੇ ਉਸਨੂੰ ਚੇਂਜ ਕਰ ਦਿੱਤਾ, ਗਲੋ ਕਰ ਦਿੱਤਾ, ਜੋ ਕਿ ਕਿਸੇ ਲਈ ਵੀ ਗਲੋ ਤਾਂ ਕਿਸੇ ਨੂੰ ਵੀ ਜ਼ਰੂਰੀ ਹੈ। ਔਰ ਇਹ ਵੀ ਸਾਨੂੰ ਪਤਾ ਹੈ ਕਿ ਔਰਤਾਂ ਸਿਰਫ ਆਪਣੇ ਲਈ ਜਾਂ ਆਪਣੇ ਆਪ ਨੂੰ ਸੋਹਣਾ, ਬੰਦਿਆਂ ਨੂੰ ਅਟਰੈਕਟ ਕਰਨ ਲਈ ਜਾਂ ਆਪਣੇ ਆਪ ਨੂੰ ਸੋਹਣਾ ਬਣਾਉਣ ਲਈ ਮੇਕਅਪ ਨਹੀਂ ਕਰਦੀਆਂ।
ਤਾਂ ਉਹਦੇ ਪਿੱਛੇ ਮਾਨਸਿਕਤਾ, ਸਭ ਤੋਂ ਪਹਿਲੀ ਜਿਹੜੀ ਮਾਨਸਿਕਤਾ ਹੈ ਉਹ ਕਿਹੜੀ ਹੈ? ਉਹ ਹੈ ਕਿ ਹਰ ਇੱਕ ਪਰਿਵਾਰ ਦੀ, ਹਰ ਬੰਦੇ ਦੀ ਜਿਹੜੀ ਇੱਛਾ ਹੈ ਉਹ ਹੈ ਸੋਹਣੀ ਵਾਈਫ, ਸੋਹਣੀ ਪਤਨੀ, ਸੋਹਣੀ ਤੇ ਸੁਚੱਜੀ, ਨਾਲ ਮੈਂ ਸੁਚੱਜੀ ਕਹਿ ਲਾਂ, ਉਹ ਵੀ ਭਾਲਦੇ ਨੇ ਕਿ ਚੱਜ ਵੀ ਹੋਵੇ, ਸੋਹਣੀ ਤੇ ਸੁਚੱਜੀ। ਪਰ ਸੋਹਣੀ ਦਾ ਜਿਹੜਾ ਕਨਸੈਪਟ ਉਹ ਕਿੱਥੇ ਆ ਕੇ ਰੁਕ ਜਾਂਦਾ ਹੈ? ਸਿਰਫ ਗੋਰੇ ਰੰਗ ਤੇ। ਹੁਣ ਗੋਰਾ ਰੰਗ ਤਾਂ ਹਰ ਇੱਕ ਕੋਈ ਲੈ ਕੇ ਪੈਦਾ ਨਹੀਂ ਹੁੰਦਾ ਇਸ ਧਰਤੀ ਦੇ ਉੱਪਰ। ਇਸ ਕਰਕੇ ਉਸ ਤੋਂ ਬਾਅਦ ਕੀ ਹੁੰਦਾ ਕਿ ਕੁੜੀਆਂ ਨੂੰ ਜਦੋਂ ਜਿਵੇਂ ਬੱਚਾ ਪੈਦਾ ਹੁੰਦਾ ਘਰ ਦੇ ਵਿੱਚ, ਤਾਂ ਕੁੜੀਏ ਤੇਰਾ ਰੰਗ ਕਾਲਾ ਹੈ, ਤੂੰ ਥੋੜੀ ਗੋਰੀ ਹੋ ਜਾ, ਤੈਨੂੰ ਰਿਸ਼ਤਾ ਨਹੀਂ ਹੋਣਾ ਕੋਈ, ਤੂੰ ਆਹ ਕਰ ਲੈ। ਅਸੀਂ ਖੁਦ ਲੈ ਕੇ ਜਾਂਦੇ ਹਾਂ ਉਸਨੂੰ, ਉਹਦੇ ਲਈ ਪ੍ਰੋਡਕਟ ਲੈ ਕੇ ਦਿੰਦੇ ਹਾਂ, ਕਦੇ ਡੈਡ ਕਦੇ ਮਾਂ, ਉਹ ਪ੍ਰੋਡਕਟਸ ਲੈ ਕੇ ਦਿੰਦੇ ਨੇ। ਹੁਣ ਉਹ ਕੁੜੀ ਨੇ ਜਿਹੜੀ ਨੇ ਪ੍ਰੋਡਕਟਸ ਵਰਤਨੇ ਸ਼ੁਰੂ ਕੀਤੇ ਨੇ, 13 ਸਾਲ ਦੀ 14 ਸਾਲ ਦੀ ਉਮਰ ਤੋਂ, ਜੋ ਬਚਪਨ ਤੋਂ ਇਹ ਸੁਣਿਆ ਕਿ ਮੈਂ ਕਾਲੀ ਹਾਂ, ਉਹ ਤਾਂ ਗੋਰਾ ਹੋਣਾ ਚਾਹੂਗੀ ਨਾ। ਉਸ ਤੋਂ ਬਾਅਦ ਇੱਕ ਫਿਰ ਟੀਨ ਏਜ ਆ ਜਾਂਦੀ ਹੈ, ਜਿੱਥੇ ਫਿਰ ਉਦੋਂ ਬੱਚਿਆਂ ਦੇ ਵਿੱਚ ਰਸਾਇਣਿਕ ਰਿਸਾਵ ਹੁੰਦੇ ਨੇ, ਆਪਾਂ ਨੂੰ ਸਭ ਨੂੰ ਪਤਾ ਹੈ, ਬੱਚੇ ਜਵਾਨ ਹੋਣੇ ਸ਼ੁਰੂ ਹੁੰਦੇ ਨੇ। ਉੱਥੇ ਇੱਕ ਨੈਚੁਰਲ ਵਰਤਾਰਾ ਹੈ ਕਿ ਕੁੜੀਆਂ ਸੋਚਦੀਆਂ ਨੇ ਕਿ ਮੈਨੂੰ ਮੁੰਡੇ ਦੇਖਣ, ਮੁੰਡੇ ਸੋਚਦੇ ਨੇ ਸਾਨੂੰ ਕੁੜੀਆਂ ਦੇਖਣ, ਤੇ ਨੈਚੁਰਲ ਵਰਤਾਰਾ 'ਚ ਕੋਈ ਬੁਰਾਈ ਹੈ ਹੀ ਨਹੀਂ। ਪਰ ਉੱਥੇ ਕੀ ਹੁੰਦਾ ਹੈ ਕਿ ਸਾਡੇ ਮੈਕਸਿਮਮ ਜਿਹੜੇ ਕਲਾਸ ਦੇ ਬॉयਜ਼ ਹੁੰਦੇ ਨੇ, ਉਹ ਜਿਹੜੀ ਸਭ ਤੋਂ ਸੋਹਣੀ ਕੁੜੀ ਹੈ ਉਹਦੇ ਵੱਲ ਹੀ ਦੇਖਦੇ ਆ, ਗੋਰੀ। ਜਿਹੜੀਆਂ ਦੂਸਰੀਆਂ ਨੇ ਵਿਚਾਰੀਆਂ ਫਿਰ ਕਿਤੇ ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੀਆਂ ਨੇ, ਸਾਨੂੰ ਤਾਂ ਕੋਈ ਦੇਖਦੇ ਨਹੀਂ, ਇੱਛਾ ਤਾਂ ਉਹਨਾਂ ਦੀ ਵੀ ਹੁੰਦੀ ਹੈ ਸਾਨੂੰ ਵੀ ਕੋਈ ਦੇਖੇ। ਤਾਂ ਫਿਰ ਉਸ ਵਕਤ ਕੀ ਹੁੰਦਾ ਕਿ ਉਹ ਇਹਨਾਂ ਚੀਜ਼ਾਂ ਵੱਲ, ਪ੍ਰੋਡਕਟ ਵੱਲ ਜਾਂਦੀਆਂ ਨੇ। ਇਹ ਪ੍ਰੋਡਕਟ ਉਹਨਾਂ ਨੇ ਆਪ ਨਹੀਂ ਖਰੀਦੇ, ਆਪ ਨਹੀਂ ਲਾਉਣੇ ਸ਼ੁਰੂ ਕੀਤੇ। ਇਹ ਪ੍ਰੋਡਕਟ ਅਸੀਂ ਉਹਨਾਂ ਨੂੰ ਲਾਇਆ ਕਰਨ, ਆ ਮੇਕਅਪ ਲਾਉਣ ਅਸੀਂ ਲਗਾਇਆ। ਉਸ ਤੋਂ ਬਾਅਦ ਜਿਹੜੀ ਹੁਣ ਅੱਗੇ ਆ ਜਾਂਦੀ ਹੈ ਗੱਲ ਕਿ ਇਹ ਕੁੜੀਆਂ ਕੀ ਛੱਡਣਗੀਆਂ ਮੇਕਅਪ? ਨਹੀਂ ਛੱਡਣ ਵੀ ਕਿਉਂ? ਸੋਹਣਾ ਬਣਨਾ ਕਿਹਨੂੰ ਨਹੀਂ ਪਸੰਦ ਬਈ? ਜਦੋਂ ਤੋਂ ਇਹ ਦੁਨੀਆ ਵਿਕਸਿਤ ਹੋਈ ਹੈ, ਜਿਉਂ-ਜਿਉਂ ਮਰਦ ਤੇ ਔਰਤ ਸਮਾਜ ਦਾ ਬਣਿਆ ਹੈ, ਤਾਂ ਮੈਨੂੰ ਲੱਗਦਾ ਜੋ ਮਰਦ ਇੱਥੇ ਆਇਆ ਹੋਊਗਾ, ਪੈਦਾ ਹੀ ਹੋਇਆ ਹੋਊਗਾ, ਉਹਦੇ ਸਾਹਮਣੇ ਇੱਕ ਖੂਬਸੂਰਤ ਸ੍ਰਿਸ਼ਟੀ ਆਈ, ਜਿਹਦੇ ਚ ਫੁੱਲ ਵੀ ਸੀ, ਪੱਤੇ ਵੀ ਸੀ। ਫੁੱਲ ਸਭ ਨੂੰ ਅਟਰੈਕਟ ਕਰਦੇ ਆ, ਤਾਂ ਉਹਨੇ ਫੁੱਲਾਂ ਨੂੰ ਹੀ ਆਪਣਾ ਹਾਰ ਸ਼ਿੰਗਾਰ ਬਣਾ ਲਿਆ। ਉਹਦੇ ਵਿੱਚ ਮਰਦ ਵੀ ਹੈ ਤੇ ਔਰਤ ਵੀ ਹੈ। ਸੋਹਣਾ ਬਣਨਾ ਤਾਂ ਸਾਰਿਆਂ ਨੂੰ ਚੰਗਾ ਲੱਗਦਾ ਹੈ। ਬੰਦਾ ਵੀ ਸ਼ੀਸ਼ੇ ਮੂਹਰੇ ਖੜ ਕੇ ਆਪਣੇ ਪੇਚ ਸਵਾਰਦਾ ਹੈ ਤਾਂ ਕਿ ਜਦੋਂ ਬਾਹਰ ਨਿਕਲੇ ਉਹ ਸਾਰਿਆਂ ਨੂੰ ਸੋਹਣਾ ਲੱਗੇ, ਤਾਂ ਔਰਤ ਵੀ ਉਵੇਂ ਕਰਦੀ ਹੈ। ਤੇ ਇਹਦੇ ਵਿੱਚ ਇਹ ਨਹੀਂ ਹੈ ਕਿ ਹੁਣ ਅਗਲੀ ਗੱਲ ਕਿੱਥੇ ਆ ਜਾਂਦੀ ਹੈ ਕਿ ਸਮਾਜਿਕ ਦਬਾਅ ਹੈ ਕੁੜੀ ਦੇ ਉੱਪਰ। ਉਸਦੇ ਵਿੱਚ ਕੀ ਕੀਤਾ, ਉਹ ਇਨਸਿਕਿਉਰ ਫੀਲ ਕਰਦੀ ਹੈ ਸਮਾਜਿਕ ਦਬਾਅ ਦੇ ਕਾਰਨ। ਉਹ ਸੋਹਣੀ ਨਹੀਂ ਹੈ, ਇਨਸਿਕਿਉਰ ਫੀਲ ਕਰਦੀ ਹੈ। ਤਾਂ ਉਹ ਇਨਸਿਕਿਉਰਿਟੀ ਦਾ ਜਿਹੜਾ ਬਿਜ਼ਨਸ ਕਾਰਪੋਰੇਟ ਹੈ ਉਸਨੇ ਚੰਗੀ ਤਰ੍ਹਾਂ ਫਾਇਦਾ ਉਠਾਇਆ, ਪ੍ਰੋਡਕਟਸ ਲਿਆਂਦੇ ਬੜੇ ਵੱਡੇ। ਅੱਜ ਜਿਹੜੀ ਆਪਣਾ ਕਹੀਏ ਕਿ ਦੁਨੀਆ ਦੇ ਵਿੱਚ 75% ਜਿਹੜੇ ਪ੍ਰੋਡਕਟਸ ਨੇ ਉਹ ਔਰਤਾਂ ਨਾਲ ਸੰਬੰਧਿਤ ਨੇ, ਕੱਪੜੇ, ਮੇਕਅਪ। ਅਗਰ ਇਸ ਨੂੰ ਧੱਕਾ ਲੱਗ ਜਾਏ, ਕੁੜੀਆਂ ਮੇਕਅਪ ਕਰਨਾ ਬੰਦ ਕਰ ਦੇਣ, ਤਾਂ ਕੀ ਬਣੇਗਾ ਜੀ ਕਾਰਪੋਰੇਟ ਦਾ? ਇਹ ਪੂਰੀ ਜਿਹੜੀ ਇਕਨੋਮੀ ਹੈ ਨਾ ਵਰਲਡ ਦੀ, ਹਿਲ ਜਾਣੀ ਹੈ। ਬਿਲਕੁਲ ਤੁਸੀਂ ਬਹੁਤ ਮਹੱਤਵਪੂਰਨ ਨੁਕਤਾ ਉਠਾਇਆ ਕਿ ਔਰਤ ਇੱਕ ਦਬਾਅ ਹੈ ਖਾਸ ਕਿਸਮ ਦਾ। ਮੈਂ ਇਸੇ ਗੱਲ ਨੂੰ, ਇਸੇ ਪੁਆਇੰਟ ਨੂੰ ਨਿਕਤਾ ਵਾਲੇ ਪਾਸੇ ਲੈ ਕੇ ਜਾਊਂਗਾ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕੋਟ ਕਰਨੀ ਚਾਹੁੰਦਾ ਗੱਲ। ਸਾਡੇ ਬਹੁਤ ਵੱਡੇ ਫਿਲਮ ਡਾਇਰੈਕਟਰ ਹੋਏ ਨੇ ਮਹੇਸ਼ ਭੱਟ, ਉਹਨਾਂ ਦੇ 3 ਬੇਟੀਆਂ ਨੇ, ਇੱਕ ਪੂਜਾ ਭੱਟ, ਇੱਕ ਆਲੀਆ ਭੱਟ, ਇੱਕ ਸ਼ਾਹੀਨ ਭੱਟ। ਪੂਜਾ ਭੱਟ ਬਹੁਤ ਫੇਅਰ ਹੈ ਰੰਗ ਪੱਖੋਂ, ਜੇ ਮੈਂ ਪੰਜਾਬੀ ਚ ਕਹਾਂ ਕਿ ਗੋਰੀ ਹੈ, ਤੇ ਸ਼ਾਹੀਨ ਭੱਟ ਜਿਹੜੀ ਆਲੀਆ ਭੱਟ ਹੈ ਉਹ ਵੀ ਬਹੁਤ ਗੋਰੀ ਹੈ, ਤੇ ਜਿਹੜੀ ਸ਼ਾਹੀਨ ਭੱਟ ਹੈ ਛੋਟੀ ਕੁੜੀ, ਉਹ ਰੰਗ ਦੀ ਸਾਂਵਲੀ ਹੈ। ਤੇ ਉਹਨੇ ਕਿਤਾਬ ਲਿਖੀ, ਉਹ ਖੁਦਕੁਸ਼ੀ ਤੱਕ ਪਹੁੰਚ ਗਈ ਸੀ ਕੁੜੀ। ਉਹਨੇ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਕਿ ਬਚਪਨ ਦੇ ਵਿੱਚ ਇੱਕ ਵਾਰੀ ਜਦੋਂ ਫੋਟੋ ਸ਼ੂਟ ਹੋ ਰਿਹਾ ਸੀ, ਮੈਨੂੰ ਫੋਟੋਗ੍ਰਾਫਰ ਨੇ ਇਹ ਕਹਿ ਕੇ ਫੋਟੋ ਚ ਪਰੇ ਕਰਤਾ ਸੀ ਕਿ ਤੂੰ ਪਰੇ ਹੋ ਜਾ, ਮੈਨੂੰ ਇਹਨਾਂ ਦੀ ਫੋਟੋ ਕਰ ਲੈਣ ਦੇ। ਤੋ ਇੱਕ ਰੰਗ ਦੀ ਮਾਨਸਿਕਤਾ ਨੂੰ ਸੁਇਸਾਈਡ ਤੱਕ ਲੈ ਜਾਂਦਾ ਹੈ। ਇਹ ਬਹੁਤ ਖਤਰਨਾਕ ਵਰਤਾਰਾ ਹੈ। ਨਿਕਤਾ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਜੀ ਮੈਂ ਪਹਿਲਾਂ ਤਾਂ ਡਾਕਟਰ ਜਸਮਲਕੀਤ ਦੀ ਗੱਲ ਨਾਲ ਸਹਿਮਤ ਹਾਂ ਕਿ ਬਿਲਕੁਲ ਬਾਜ਼ਾਰ ਫਾਇਦਾ ਉਠਾ ਰਿਹਾ ਹੈ ਇਸ ਚੀਜ਼ ਦਾ, ਸਾਡੀ ਹੀਨ ਭਾਵਨਾ ਦਾ, ਇਨਸਿਕਿਉਰਿਟੀ ਦਾ। ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਵਿਸ਼ਵੀਕਰਨ ਦੇ ਕਾਰਨ ਅੱਜ ਜਿਹੜਾ ਇਹ ਫਾਇਦਾ ਚੁੱਕਣਾ ਹੈ, ਇਹ ਜਿੰਨਾ ਔਰਤਾਂ ਨਾਲ ਹੋ ਰਿਹਾ ਹੈ ਉਹਦੇ ਕੰਪੈਰੀਟਿਵਲੀ ਹੀ ਮਰਦਾਂ ਨਾਲ ਵੀ ਹੋ ਰਿਹਾ ਹੈ। ਮੈਨੂੰ ਲੱਗਦਾ ਜਦੋਂ ਅਸੀਂ ਖਪਤ ਸੱਭਿਆਚਾਰ ਦੀ ਗੱਲ ਕਰਦੇ ਹਾਂ, ਜੇ ਅਸੀਂ ਸਿਰਫ ਉਹਨੂੰ ਔਰਤ ਤੱਕ ਸੀਮਿਤ ਕਰ ਰਹੇ ਹਾਂ, ਤਾਂ ਅਸੀਂ ਮਤਲਬ ਇਹ ਹੁਣ ਅਸੀਂ ਇੱਥੇ ਨਹੀਂ ਕਰ ਰਹੇ, ਪਰ ਬਹੁਤ ਵਾਰੀ ਮੈਂ ਆਰਗੂਮੈਂਟ ਸੁਣਨ ਨੂੰ ਮਿਲਦਾ ਮੈਨੂੰ ਕਿ ਕੀ ਸੁਣਨ ਨੂੰ ਮਿਲਦਾ ਕਿ ਕੀ ਸਿਰਫ ਮੇਕਅਪ ਕਰਨਾ ਹੀ ਆਜ਼ਾਦੀ ਹੈ, ਔਰ ਕੁੜੀਆਂ ਤਾਂ ਮੇਕਅਪ ਕਰਦੀਆਂ ਨੇ, ਇਸ ਕਰਕੇ ਉਹਨਾਂ ਕੋਲ ਆਜ਼ਾਦੀ ਨਹੀਂ ਹੋਣੀ ਚਾਹੀਦੀ। ਉਹ ਬਿਲਕੁਲ ਆਪੋਜ਼ਿਟ ਘੁਮਾ ਫਿਰਾ ਕੇ ਇੱਕ ਤਰ੍ਹਾਂ ਕੁੜੀਆਂ ਨੂੰ ਆਜ਼ਾਦ ਨਾ ਹੋਣ ਦਾ ਆਰਗੂਮੈਂਟ, ਉਹਨਾਂ ਨੂੰ ਗੁਲਾਮ ਰੱਖਣ ਦਾ ਆਰਗੂਮੈਂਟ ਦੀ ਦਲੀਲ ਦੇਣ ਵੱਲ ਵੱਧ ਜਾਂਦੀ ਹੈ ਇਸ ਤਰ੍ਹਾਂ ਦੀ ਗੱਲ। ਤੇ ਉਹਦੇ 'ਚ ਮੈਨੂੰ ਲੱਗਦਾ ਹੈ ਕਿ ਅੱਜ ਜਿੰਨੇ ਪ੍ਰੋਡਕਟਸ ਆ ਰਹੇ ਨੇ, ਖਾਸ ਕਰਕੇ ਬਿਊਟੀ ਦੇ ਪ੍ਰੋਡਕਟਸ ਨੇ ਜਾਂ ਕੱਪੜਿਆਂ ਦੇ ਪ੍ਰੋਡਕਟਸ ਨੇ, ਜਾਂ ਆਪਣੇ ਆਪ ਨੂੰ ਇੱਕ ਖਾਸ ਸਾਂਚੇ ਵਿੱਚ ਫਿੱਟ ਕਰਕੇ ਆਪਣੀ ਬੋਡੀ ਨੂੰ ਇੱਕ ਖਾਸ ਰੂਪ 'ਚ ਪ੍ਰੈਜ਼ੈਂਟ ਕਰਨਾ, ਜਿਹੜਾ ਉਹ ਐਟਲੀਸਟ ਵੈਸਟ ਵਿੱਚ ਤਾਂ ਔਰਤਾਂ ਲਈ ਵੀ ਹੈ, ਮਰਦਾਂ ਲਈ ਵੀ ਹੈ, ਤੇ ਅੱਜ ਕੱਲ੍ਹ ਤਾਂ ਉਹ ਕੁਇਅਰ ਕਮਿਊਨਿਟੀ ਲਈ ਵੀ ਹੈ। ਉੱਥੇ ਵੀ ਇੱਕ ਤਰ੍ਹਾਂ ਦਾ ਜਿਹੜਾ ਚਲਨ, ਇੱਕ ਤਰ੍ਹਾਂ ਦਾ ਕੰਜ਼ਿਊਮਰਿਜ਼ਮ ਤੇ ਖਪਤ ਸੱਭਿਆਚਾਰ ਆ ਚੁੱਕਿਆ, ਜਿੱਥੇ
ਉਹਨਾਂ ਨੂੰ ਵੀ ਆਪਣੇ ਆਪ ਨੂੰ ਇੱਕ ਖਾਸ ਕਿਸਮ ਦੇ ਕੱਪੜਿਆਂ 'ਚ, ਖਾਸ ਕਿਸਮ ਦੇ ਮੇਕਅਪ 'ਚ, ਖਾਸ ਕਿਸਮ ਦੇ ਪ੍ਰੈਜੈਂਟੇਸ਼ਨ 'ਚ ਢਾਲਣਾ ਪੈਂਦਾ ਹੈ, ਖਾਸ ਤਰ੍ਹਾਂ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਪੈਂਦਾ ਹੈ ਕਿ ਜੇ ਤੁਸੀਂ ਪ੍ਰੂਵ ਕਰਨਾ ਹੈ ਕਿ ਤੁਸੀਂ ਗੇ ਹੋ ਤਾਂ ਤੁਹਾਨੂੰ ਇੱਕ ਖਾਸ ਕਿਸਮ ਨਾਲ ਜਾਣ ਬੁੱਝ ਕੇ ਕੱਪੜੇ ਪਾਉਣੇ ਪੈਣਗੇ, ਤੁਰਨਾ ਪਏਗਾ। ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਨੇ ਜਿਹੜੀਆਂ ਚੱਲ ਰਹੀਆਂ ਨੇ, ਤੇ ਉਹਦੇ 'ਚ ਮੈਨੂੰ ਲੱਗਦਾ ਹੈ ਕਿ ਜਿਹੜਾ ਪੂੰਜੀਵਾਦ ਹੈ, ਸੱਭਿਆਚਾਰ ਹੈ ਜਾਂ ਮੰਡੀ ਹੈ, ਉਹਨੂੰ ਜਿੱਥੋਂ ਵੀ ਸੋਰਸਿਸ ਮਿਲਦੇ ਉੱਥੋਂ ਚੁੱਕ ਲੈਂਦੀ ਹੈ ਤੇ ਉਹਨਾਂ ਨੂੰ ਐਪਰੋਪਰੀਏਟ ਕਰਦੀ ਹੈ, ਯੂਜ਼ ਕਰਦੀ ਹੈ ਫਾਇਦਾ ਕਮਾਉਣ ਲਈ। ਇਹ ਤਾਂ ਉਹ ਕਰ ਹੀ ਰਹੀ ਹੈ। ਤੇ ਸਾਊਥ ਏਸ਼ੀਆ ਵਰਗੀ ਕੰਟੈਕਸਟ 'ਚ, ਇੰਡੀਆ ਵਰਗੇ ਦੇਸ਼ਾਂ 'ਚ, ਕਿਉਂਕਿ ਔਰਤਾਂ ਉੱਤੇ ਜ਼ਿੰਮੇਵਾਰੀ ਜ਼ਿਆਦਾ ਹੈ ਆਪਣੇ ਆਪ ਨੂੰ ਸੋਹਣਾ ਬਣਾਉਣ ਦੀ, ਪ੍ਰੈਜ਼ੈਂਟ ਕਰਨ ਦੀ, ਗੋਰੇ ਹੋਣ ਦੀ। ਰਿਸ਼ਤਾ ਕਰਾਉਣ ਲਈ ਮੁੰਡਾ ਕਾਲਾ ਵੀ ਹੋ ਸਕਦਾ, ਇਹ ਵੀ ਇੱਕ ਲੈਵਲ ਤੱਕ ਐਕਸੈਪਟੇਬਲ ਹੈ, ਪਰ ਕੁੜੀ ਗੋਰੀ ਹੋਣੀ ਚਾਹੀਦੀ ਹੈ। ਬਹੁਤ ਵਾਰੀ ਘਰਾਂ 'ਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜੇ ਮੁੰਡਾ ਕਾਲਾ ਤਾਂ ਜਾਣ ਕੇ ਕਹਿਣਗੇ ਕੋਈ ਗੱਲ ਨਹੀਂ, ਅਸੀਂ ਕੁੜੀ ਗੋਰੀ ਲੈ ਲਾਂਗੇ, ਸਾਰਾ ਕੁਝ ਬਰਾਬਰ ਹੋ ਜਾਏਗਾ। ਉਹ ਕਿਉਂਕਿ ਇਸ ਤਰ੍ਹਾਂ ਇੰਡੀਆ 'ਚ ਮੈਨੂੰ ਲੱਗਦਾ ਜ਼ਿਆਦਾ ਡਿਗਰੀ ਹੈ ਉਸ ਤਰ੍ਹਾਂ ਦਾ ਜਿਹੜਾ ਫੋਕਸ ਹੈ ਔਰਤ ਦੀ ਪ੍ਰੈਜੈਂਟੇਸ਼ਨ ਤੇ ਜ਼ਿਆਦਾ ਹੈ ਐਜ਼ ਕੰਪੇਅਰ ਟੂ ਮੈਨ। ਇੱਕ ਤਾਂ ਇਹ ਚੀਜ਼ ਹੈ। ਦੂਸਰਾ ਮੈਨੂੰ ਇਹ ਲੱਗਦਾ ਹੈ ਕਿ ਅੱਜ ਜਦੋਂ ਅਸੀਂ ਮੇਕਅਪ ਦੀ ਗੱਲ ਕਰ ਰਹੇ ਹਾਂ ਤਾਂ ਮੇਕਅਪ ਸਿਰਫ ਤੇ ਸਿਰਫ ਸੱਭਿਆਚਾਰ ਤੱਕ ਰਿਡਿਊਸ ਨਹੀਂ ਕੀਤਾ ਜਾ ਸਕਦਾ, ਉਹ ਸੈਲਫ ਐਕਸਪ੍ਰੈਸ਼ਨ ਦਾ ਵੀ ਪਾਰਟ ਬਣ ਚੁੱਕਿਆ ਹੈ। ਕਿਉਂਕਿ ਲੋਕਾਂ ਕੋਲ ਜਿਹੜੇ ਮਾਧਿਅਮ ਮੌਜੂਦ ਨੇ, ਜਿਹੜੇ ਮੀਡੀਅਮਸ ਮੌਜੂਦ ਨੇ, ਉਹਨਾਂ ਦੇ ਥਰੂ ਹੀ ਉਹ ਆਪਣੇ ਆਪ ਨੂੰ ਆਪਣੀ ਹੋਂਦ ਦਾ ਇਜ਼ਹਾਰ ਕਰਦੇ ਨੇ, ਤੇ ਸਵੈ ਇਜ਼ਹਾਰ ਦਾ ਇੱਕ ਤਰੀਕਾ ਵੀ ਬਣ ਚੁੱਕਿਆ ਮੇਕਅਪ। ਉਹਦੇ 'ਚ ਮੁੰਡੇ ਵੀ ਲਿਪਸਟਿਕ ਲਾ ਰਹੇ ਨੇ, ਕੁੜੀਆਂ ਬੀਅਰਡ ਰੱਖ ਰਹੀਆਂ ਨੇ, ਦਾੜੀ ਰੱਖ ਰਹੀਆਂ ਨੇ, ਉਹਨਾਂ ਦੀਆਂ ਫਾਰਮਸ ਬਦਲ ਰਹੀਆਂ ਨੇ। ਐਂਡ ਆਈ ਥਿੰਕ ਕਿ ਇਸ ਕਰਕੇ ਉਹਨਾਂ ਫਾਰਮਸ ਨੂੰ ਰੈਕੋਗਨਾਈਜ਼ ਕਰਨਾ ਵੀ ਜ਼ਰੂਰੀ ਹੈ। ਜਿਵੇਂ ਇੱਕ ਗੱਲ ਫੁੱਲਾਂ ਵਾਲੀ ਐਗਜ਼ਾਮਪਲ ਡਾਕਟਰ ਜਸਮਲਕੀਤ ਦੇ ਸੀ, ਜਿਹੜੀ ਮੈਨੂੰ ਬਹੁਤ ਚੰਗੀ ਲੱਗੀ, ਕਿ ਆਪਣੇ ਆਪ ਨੂੰ ਸੋਹਣਾ ਬਣਾਉਣਾ ਜਾਂ ਆਪਣੇ ਆਪ ਨੂੰ ਜਿਸ ਤਰ੍ਹਾਂ ਤੁਸੀਂ ਦਿਖਦੇ ਹੋ ਉਹਦੇ ਇਲਾਵਾ ਕਿਸੇ ਹੋਰ ਤਰ੍ਹਾਂ ਦਿਖਣ ਲਾਉਣਾ, ਆਪਣੇ ਮੂੰਹ ਤੇ ਆਪਣੀ ਪੂਰੀ ਬਾਡੀ ਨੂੰ ਇੱਕ ਤਰ੍ਹਾਂ ਸਿਰਜਣਾਤਮਕ ਤਰੀਕੇ ਨਾਲ ਦੁਬਾਰਾ ਘੜਨਾ, ਇਹ ਮਨੁੱਖ ਦੀ ਬੇਸਿਕ, ਇੱਕ ਤਰ੍ਹਾਂ ਦੀ ਮਨੁੱਖ ਦੀ ਚੇਤਨਾ ਤੇ ਇੱਕ ਬੇਸਿਕ ਨੀਡ ਹੈ ਤੇ ਸਦੀਆਂ ਤੋਂ ਚੱਲਦੀ ਆ ਰਹੀ ਹੈ। ਅਸੀਂ ਇਸ ਚੇਤਨਾ ਨੂੰ ਨਹੀਂ ਗਲਤ ਕਹਿ ਸਕਦੇ, ਪਰ ਅੱਜ ਜਿਸ ਤਰ੍ਹਾਂ ਮੰਡੀ ਬਿਹੇਵ ਕਰ ਰਹੀ ਹੈ ਉਸ ਨੂੰ ਗਲਤ ਕਹਿ ਸਕਦੇ ਹਾਂ। ਮੈਂ ਡਿਫਰੈਂਸ ਕਰਨਾ ਚਾਹ ਰਹੀ ਸੀ। ਜੀ 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 ਬਿਲਕੁਲ। ਮੈਨੂੰ ਯਾਦ ਆ ਰਹੀਆਂ ਨੇ ਸੰਤ ਰਾਮਦਾਸੀ ਦੀਆਂ ਲੈਣਾ ਕਿ ਸੋਹਣਾ ਜਾਂ ਕਸੋਹਣਾ ਹੋਵੇ ਜਗ ਦੀ ਕਚਹਿਰੀ ਵਿੱਚ, ਹੁੰਦਾ ਏ ਮਰਦ ਪ੍ਰਧਾਨ ਵੇ, ਕਾਲਾ ਭੂੰਡ ਕਲੀਆਂ ਨੂੰ ਸਕਦਾ ਮਰੋੜ, ਰੰਗ ਆਪਣੇ ਦੀ ਉਹਨੂੰ ਨਾ ਪਛਾਣਵੇ, ਪੁੱਛੋ ਕੋਈ ਬਾਬਲੇ ਤੋਂ ਸਦਰਾਂ ਦਾ ਹਾਣੀ ਉਹਨੂੰ, ਹੋਰ ਕੋਈ ਵਰਨਾ ਥਿਆਇਆ, ਅਸੀਂ ਢੋਲਣੇ ਨੂੰ ਦਿਲ ਪਾੜ ਕੇ ਦਿਖਾਇਆ, ਉਹਨੂੰ ਅਜੇ ਨਾ ਪਿਆਰ ਸਾਡਾ ਆਇਆ। ਇੱਕ ਕਾਲੇ ਰੰਗ ਦੀ ਕੁੜੀ ਦੀ ਦਾਸਤਾਨ ਸੰਤ ਰਾਮਦਾਸੀ ਨੇ ਬਹੁਤ ਪਹਿਲਾਂ ਆਪਣੀ ਕਵਿਤਾ ਦੇ ਵਿੱਚ ਲਿਖੀ ਸੀ। ਤੇ ਡਾਕਟਰ ਸੋਹਲ ਮੈਮ, ਤੁਸੀਂ ਇਹਦੀ ਕੋਈ ਹੋਰ ਬਾਰੇ ਗੱਲ ਕਰਨਾ ਚਾਹੁੰਦੇ ਹੋ ਜਾਂ ਆਪਾਂ ਅਗਲੇ ਸਵਾਲ ਵੱਲ ਆਈਏ? ਹਾਂ ਜੀ, ਜਿਹੜੀ ਹੁਣ ਦਾ ਸਮਾਂ ਹੈਗਾ, ਮੈਂ ਇਸ ਗੱਲ ਦੇ ਨਾਲ ਡਾਕਟਰ ਜਸਮਲਕੀਤ ਦੀ ਤੇ ਨਿਕਿਤਾ ਜੀ ਦੀ ਗੱਲ ਦੇ ਨਾਲ ਜੋੜ ਕੇ ਗੱਲ ਕਰਾਂਗੇ ਕਿ ਹੁਣ ਜਿਹੜਾ ਅਜੋਕਾ ਸਮਾਂ ਹੈ ਨਾ, ਜਦੋਂ ਹੁਣ ਅਸੀਂ ਕਰੋਨਾ ਦੀ ਮਾਰ ਹੇਠਾਂ, ਤੇ ਮੈਂ ਜੋ ਮੇਰਾ ਤਜਰਬਾ ਹੈ ਕਿ ਹੁਣ ਬਹੁਤ ਸਾਰੇ ਅਸੀਂ ਕਿਉਂਕਿ ਮਾਸਕ ਲਾਉਂਦੇ ਆ ਤੇ ਗਰਲਸ ਲੇਡੀਜ਼ ਲਿਪਸਟਿਕ ਨਹੀਂ ਲਾਉਂਦੀਆਂ, ਤੇ ਇੱਕ ਤਰ੍ਹਾਂ ਦੇ ਨਾਲ ਸ਼ਾਇਦ ਮੈਨੂੰ ਲੱਗਦਾ ਕਿ ਜੇ ਮਾਹੌਲ ਖੁਸ਼ਗਵਾਰ ਹੋਵੇ ਤਾਂ ਹੀ ਸੱਜਣ ਦਾ ਜੀ ਕਰਦਾ ਬੰਦੇ ਦਾ, ਤਾਂ ਹੀ ਅਸੀਂ ਵਿਆਹਾਂ ਦੇ ਵਿੱਚ ਬਹੁਤ ਸੱਜਦੇ ਆ ਇੱਕ ਦੂਜੇ ਨੂੰ। ਪਰ ਹੁਣ ਜਿਹੜਾ ਹਾਲਾਤ ਨੇ ਉਹਦੇ 'ਚ ਰੁਲ ਜਿਹਾ ਗਿਆ ਸਾਰਾ ਕੁਝ, ਚਾਹੇ ਉਹ ਬੰਦੇ ਨੇ ਚਾਹੇ ਔਰਤਾਂ ਨੇ, ਘਰਾਂ 'ਚ ਬੈਠੇ ਨੇ, ਸਾਰਾ ਦਿਨ ਨਹਾਉਣਾ ਨਹੀਂ, ਤਿਆਰ ਨਹੀਂ ਹੋਣਾ ਜਾਂ ਉਸ ਤਰ੍ਹਾਂ ਨਾਲ ਨਹੀਂ, ਇਹ ਬੜੀ ਚੀਜ਼ ਵੱਖਰੀ ਤਰ੍ਹਾਂ ਦੀ ਹੈ। ਔਰ ਤੁਸੀਂ ਵੇਖੋਗੇ ਲੋਕ ਇੱਕ ਦੂਜੇ ਨੂੰ ਕੁੜਤਿਆਂ ਪਜਾਮਿਆਂ 'ਚ, ਨਾਈਟ ਸੂਟਾਂ 'ਚ, ਜਿਵੇਂ ਅਮਰੀਕਾ ਦੇ ਵਿੱਚ ਤੁਸੀਂ ਵੇਖੋਗੇ ਬਹੁਤ, ਸਾਡੇ ਨਾਲ ਅਮਰੀਕਾ ਤੋਂ ਬਹੁਤ ਸਾਰੇ ਜਣੇ ਵੀ ਜੁੜੇ ਹੋਏ ਨੇ, ਅੱਜ ਬਹੁਤ ਜ਼ਿਆਦਾ ਮੈਸੇजेस ਵੀ ਆ ਰਹੇ ਨੇ ਇਹਦੇ ਤੇ। ਸੋ ਉਹ ਜਿਹੜੀ ਇੱਕ ਖਬੀਸਪਨ ਜਿਹਾ ਨਹੀਂ ਆਪਾਂ ਕਹਿ ਦਿੰਦੇ ਹੁੰਦੇ ਕਿ ਜੀ ਨਹੀਂ ਕਰਦਾ, ਸੋ ਇਹ ਚੀਜ਼ਾਂ ਵੀ, ਰੀਝਾਂ ਵੀ, ਚੀਜ਼ਾਂ ਵੀ, ਸੁਹੱਪਣ, ਸਜਾਵਟ, ਸਾਰਾ ਕੁਛ ਉਹਦੇ ਨਾਲ ਜੁੜਿਆ ਹੋਇਆ। ਤੇ ਜਿੱਥੋਂ ਤੱਕ ਆਪਾਂ ਔਰਤ ਦੀ ਗੱਲ ਕਰਦੇ, ਮੈਂ ਮਤਲਬ ਮੈਨੂੰ ਅੱਜ ਵੀ ਇਸ ਪ੍ਰੋਗਰਾਮ ਬਾਰੇ, ਠੀਕ ਹੈ ਆਪਾਂ ਇਹਨੂੰ ਕਰ ਲਿਆ, ਬਣਾ ਲਿਆ, ਅਸੀਂ ਗੱਲ ਕਰਦੇ ਜਦੋਂ ਔਰਤਾਂ ਨੂੰ ਸੋਚਦੇ ਹਾਂ ਕਿ ਔਰਤਾਂ ਦੇ ਮਸਲਿਆਂ ਤੱਕ ਸੀਮਤ ਹੈ, ਇਹਨੂੰ ਦੁਨੀਆ ਦੇ, ਚੇਤਨਾ ਦੇ, ਸਮਾਜ ਦੇ ਮਸਲੇ ਜਿਹੜੇ ਨੇ ਇਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ, ਇਹਨੂੰ ਤਾਂ ਬਸ ਰਸੋਈ ਤੇ ਘਰ ਤੇ ਗ੍ਰਹਿਸਥੀ ਇੰਨਾ ਕੁਛ ਹੀ ਆਉਂਦਾ। ਜਦ ਕਿ ਇਸ ਵੇਲੇ ਜੇ ਤੁਸੀਂ ਕੋਈ ਵੀ ਗੱਲ ਕਰ ਲਓ, ਜਾਂ ਮੈਂ ਨਿਕਿਤਾ ਦੀ ਗੱਲ ਕਰ ਰਹੀ ਹਾਂ, ਮੈਂ ਜਸ ਮੈਡਮ ਦੀ ਗੱਲ ਕਰ ਰਹੀ ਹਾਂ, ਕਿ ਪੂਰੇ ਯੂਨੀਵਰਸ ਨੂੰ ਲੈ ਕੇ ਅਸੀਂ ਗੱਲ ਕਰ ਸਕਦੇ ਹਾਂ, ਚੇਤਨਾ, ਚਿੰਤਨ, ਸਭ ਕੁਛ ਆ ਉਹਦੇ ਕੋਲੇ, ਔਰਤ ਕੋਲੇ, ਪਰ ਅਸੀਂ ਉਹਨੂੰ ਸੀਮਿਤ ਕਰ ਦਿੰਦੇ ਹਾਂ। ਅਸੀਂ ਸੋਚਦੇ ਹੀ ਨਹੀਂ ਕਿ ਇਹਦੇ ਬਾਹਰ ਵੀ ਗੱਲ ਕਰ ਸਕਦੇ। ਅਸੀਂ ਹੁਣ ਵੀ ਨਾਰੀ ਸਰੋਕਾਰਾਂ ਦੀ ਗੱਲ ਕਰ ਰਹੇ ਹਾਂ, ਜਦ ਕਿ ਨਾਰੀ ਦੇ ਸਰੋਕਾਰ ਤੇ ਪੂਰੀ ਦੁਨੀਆ ਆ। ਜੇਕਰ ਮੈਂ ਇਹਨੂੰ ਇੱਕ ਗੱਲ ਕਹਾਂ, ਜੇ ਮੈਂ ਇਹਨੂੰ ਕਵਿਤਾ ਦੇ ਰੂਪ ਦੇ ਵਿੱਚ, ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੀ। ਉਹ ਹੈਗੀ ਆ ਕਵਿਤਾ ਦਾ ਸਿਰਲੇਖ ਮੈਂ ਭਾਗਾ ਭਰੀ, ਹਰ ਸਾਹਿਲ, ਹਰ ਮੰਜ਼ਿਲ, ਹਰ ਮਰਹਲੇ,
ਇਤਿਹਾਸ ਦੇ ਵਰਕਿਆਂ ਤੇ ਚਿਤਰੀ ਗਈ ਔਰਤ ਮਰਦ ਦੀ ਸੋਚ ਮੁਤਾਬਕ ਊਣੀ, ਬੌਣੀ, ਹੀਣੀ, ਅਨਪੜ੍ਹ, ਗਵਾਰ, ਨਾ ਅਹਿਲ, ਕੁਝ ਨਾ ਜਾਣਦੀ, ਬਦਚਲਨ, ਬੇਹਿਆ, ਤਵਾਇਫ ਜਹੀ, ਜਾਏ ਖਾਣਾ ਬੰਦਾ ਤੂੰ, ਮਾਂ ਦੀ ਕੁੱਖ ਦੀ ਨਿਲਾਮੀ ਕਰਦਾ, ਵੇਚਦਾ, ਸੰਨ ਲਾਉਂਦਾ, ਗਾਲਾਂ ਕੱਢਦਾ। ਦਰਅਸਲ ਤੂੰ ਬੌਣੀ ਸੋਚ ਦਾ ਮਾਲਕ, ਮੇਰੇ ਸਬਰ ਸੰਤੋਖ ਤੋਂ ਤਰਹਿੰਦਾ, ਡਰਦਾ, ਹੀਣਾ ਦਰਸਾਉਂਦਾ ਤੇ ਭਰਮ ਵਿੱਚ ਜਿਉਂਦਾ। ਵੇਖ ਮੇਰੇ ਹੱਥ ਵਿੱਚ ਨਵੀਂ ਨਕੋਰ ਕਲਮ, ਵੇਖ ਮੇਰੇ ਹੱਥ ਵਿੱਚ ਨਵੀਂ ਨਕੋਰ ਕਲਮ, ਸਿਆਹੀ ਦੀ ਦੁਆਤ ਵੀ ਆਪਣੀ, ਤੇ ਹੁਣ ਮੈਂ ਲਿਖਣੀ ਹੂੰ ਆਪਣੇ ਅਨੁਸਾਰੀ ਆਪਣੀ ਇਬਾਰਤ। ਤੇਰੀ ਨਾ ਅਹਿਲਤ ਦੀ ਕਲਮ ਤਾਂ ਮੈਂ ਕਦੋਂ ਦੀ ਭੰਨ ਕੇ ਡਸਟਬਿਨ ਵਿੱਚ ਪਾ ਦਿੱਤੀ ਹੈ। ਤੇਰੀ ਨਾ ਅਹਿਲੀਅਤ ਦੀ ਕਲਮ ਤਾਂ ਮੈਂ ਕਦੋਂ ਦੀ ਭੰਨ ਕੇ ਡਸਟਬਿਨ ਵਿੱਚ ਪਾ ਦਿੱਤੀ ਹੈ। ਹੁਣ ਤੱਕ ਕੋਈ ਨਾ ਜੰਮਿਆ ਜੋ ਲਿਖੇ ਮੇਰਾ ਇਤਿਹਾਸ ਸੱਚੋ ਸੱਚ, ਪਾਰਦਰਸ਼ੀ, ਨਿਰਲੇਪ ਹੋ, ਬਿਨਾਂ ਪੱਖਪਾਤ। ਔਰਤ ਹੋਣ ਦੀ ਰਿਆਇਤ ਮੈਂ ਹਰਗਿਜ਼ ਨਹੀਂ ਚਾਹੁੰਦੀ, ਔਰਤ ਹੋਣ ਦੀ ਰਿਆਇਤ ਮੈਂ ਹਰਗਿਜ਼ ਨਹੀਂ ਚਾਹੁੰਦੀ। ਮੈਂ ਪਛਾਣਦੀ ਰਿਆਇਤਾਂ ਪਿੱਛੇ ਲੁਕੇ ਤੇਰੇ ਕਰੂਪ, ਕੋੜੀ, ਲਿਜ ਲਿਜੇ ਸਵਾਰਥ। ਛੱਡ ਪਰਾਂ ਹੁਣ ਤੂੰ, ਛੱਡ ਪਰਾਂ ਹੁਣ ਤੂੰ ਮੇਰੇ ਬਾਰੇ ਸੋਚਣਾ। ਮੈਨੂੰ ਤੌਫੀਕ ਸਭ ਕਾਸੇ ਦੀ, ਹਸਰਤਾਂ ਹਕੀਕਤਾਂ ਦੀ ਜਾਣੂ। ਪੰਚਾਲੀ, ਪਦਮਨੀ, ਚੰਡੀ, ਮੀਰਾ, ਮੈਂ ਪੂਰਨ, ਸੰਪੂਰਨ, ਮੈਂ ਜਨਮਦਾਤੀ, ਹਕੀਕਤਨ ਮੈਂ ਔਰਤ। ਚਿਤਰਾਂਗੀ ਆਪੇ ਹੀ ਆਪਣੇ ਆਪ ਨੂੰ, ਬਹੁਤ ਸ਼ੁਕਰੀਆ। ਚਿਤਰਾਂਗੀ ਆਪੇ ਹੀ ਆਪਣੇ ਆਪ ਨੂੰ ਆਪਣੇ ਅਨੁਸਾਰੀ ਸੱਚਮੁੱਚ ਦੇ 7 ਰੰਗਾਂ ਵਿੱਚ, ਤੇ 7 ਰੰਗਾਂ ਦੀ ਫਿਤਰਤ ਚੋਂ ਸਿਰਜ ਲਵਾਂਗੀ ਹੋਰ ਰੰਗ, ਖੂਬਸੂਰਤ, ਕੁਦਰਤੀ, ਸੁਨਹਿਰੀ, ਖੁਸ਼ਬੂਆਂ ਦੀ ਵਾਦੀ, ਜ਼ਿੰਦਗੀ ਮਹਿਕਾਉਣ ਦੀ ਆਰਜ਼ਾ। ਤੇ ਧਰਤ ਨੂੰ ਸੁਖਮਈ, ਸਾਧਨਮਈ ਸਜਾਉਣ ਦੀ ਚੇਤਨਾ ਵੀ, ਤੇ ਧਰਤ ਨੂੰ ਸੁਖਮਈ, ਸਾਧਨਮਈ ਸਜਾਉਣ ਦੀ ਚੇਤਨਾ ਵੀ ਮੇਰੇ ਹੀ ਭਾਗੀ ਲਿਖੀ, ਕਿਉਂਕਿ ਮੈਂ ਹੀ ਹਾਂ ਭਾਗਾਂ ਭਰੀ, ਕਿਉਂਕਿ ਮੈਂ ਹੀ ਹਾਂ ਭਾਗਾਂ ਭਰੀ। ਬਹੁਤ ਵਧੀਆ ਸੋਲ ਮੈਮ। ਤੇ ਮੈਂ ਸਵਾਲ ਇਹਦੇ ਨਾਲ ਹੀ ਜੁੜਿਆ ਹੁਣ ਤੁਹਾਡੇ ਤਿੰਨਾਂ ਲਈ ਕਰ ਰਿਹਾ। ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰ ਰਿਹਾ। ਸਵਾਲ ਇਹ ਹੈ ਕਿ ਤੁਸੀਂ ਤਿੰਨੇ ਹੀ ਰਾਈਟਰ ਹੋ, ਤਿੰਨੇ ਨੇ ਵੀ ਪਿਛਲੇ ਸਮੇਂ ਕਵਿਤਾਵਾਂ ਲਿਖੀਆਂ, ਡਾਕਟਰ ਆਪਣਾ ਜਸਪਲਕੀਤ ਵੀ ਕਵਿਤਾਵਾਂ ਲਿਖਦੇ ਨੇ ਤੇ ਤੁਸੀਂ ਵੀ ਲਿਖਦੇ ਹੋ। ਜਦੋਂ ਅਸੀਂ ਸਾਹਿਤ ਦੇ ਵਿੱਚ ਔਰਤ ਦੀ ਰਿਪਰੈਜ਼ੈਂਟੇਸ਼ਨ ਦੀ ਗੱਲ ਕਰਦੇ ਹਾਂ ਕੰਟੈਂਟਰੀ ਪੱਧਰ ਤੇ ਔਰਤ ਲੇਖਕਾਂ ਦੀ ਪੱਧਰ ਤੇ, ਉੱਥੇ ਕਈ ਸਵਾਲ ਪੈਦਾ ਹੁੰਦੇ ਨੇ। ਇੱਕ ਸਵਾਲ ਤਾਂ ਇਹ ਹੈ ਕਿ ਔਰਤ ਜਦੋਂ ਕਵਿਤਾ ਲਿਖਦੀ ਹੈ ਉਹ ਬਸ ਔਰਤ ਬਾਰੇ ਹੀ ਲਿਖਦੀ ਹੈ। ਇੱਕ ਮਤਲਬ ਵਿਊ ਇਹ ਆਉਂਦਾ ਹੈ ਕਿ ਉਹ ਔਰਤ ਤੋਂ ਬਾਹਰ ਜਾ ਕੇ ਕੁਝ ਹੋਰ ਨਹੀਂ ਲਿਖਦੀ ਹੈਗੀ। ਦੂਜਾ ਇਹ ਆਉਂਦਾ ਹੈ ਕਿ ਮਰਦ ਜਦੋਂ ਔਰਤ ਬਾਰੇ ਲਿਖਦਾ ਤਾਂ ਉੱਤੇ ਬਹੁਤ ਰਿਐਕਸ਼ਨ ਇਸ ਕਿਸਮ ਦਾ ਹੁੰਦਾ ਕਿ ਉਹ ਕਿਵੇਂ ਔਰਤ ਬਾਰੇ ਲਿਖ ਸਕਦਾ ਹੈ, ਮਰਦ ਔਰਤ ਬਾਰੇ ਕਿਵੇਂ ਸੋਚ ਸਕਦਾ ਠੀਕ ਤਰੀਕੇ ਨਾਲ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਔਰਤ ਬਾਰੇ ਕਵਿਤਾ ਲਿਖਣਾ ਔਰਤ ਦੇ ਹਿੱਸੇ ਹੈ ਜਾਂ ਔਰਤ ਨੂੰ ਔਰਤ ਦੇ ਵਿਸ਼ਿਆਂ ਤੇ ਲਿਖਣਾ ਚਾਹੀਦਾ ਹੈ, ਹੋਰ ਬਾਕੀ ਜਿਹੜੇ ਕੰਸਰਨ ਨੇ ਉਹਨਾਂ ਤੇ ਨਹੀਂ ਲਿਖਣਾ ਚਾਹੀਦਾ? ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਜਿੰਨਾ ਔਰਤ ਤੇ ਲਿਟਰੇਚਰ ਲਿਖਿਆ ਜਾਂ ਔਰਤ ਨੇ ਲਿਖਿਆ ਉਹਦੇ ਵਿੱਚੋਂ ਇਸ ਕਿਸਮ ਦੀਆਂ ਧਾਰਨਾਵਾਂ ਨਿਕਲ ਰਹੀਆਂ ਨੇ, ਇਹਦੇ ਬਾਰੇ ਆਪਾਂ ਵਿਚਾਰ ਕਰਾਂਗੇ। ਜੀ ਸੋਲ ਮੈਮ। ਡਾਕਟਰ ਸਾਹਿਬ, ਮੈਂ ਇੱਕ ਗੱਲ ਕਹਿੰਦੀ ਹਾਂ ਕਿ ਮੈਂ ਇਸ ਤਰ੍ਹਾਂ ਨਹੀਂ ਸੋਚਦੀ। ਔਰਤ ਮਰਦ ਬਾਰੇ ਵੀ ਲਿਖ ਸਕਦੀ ਹੈ ਕਿਉਂਕਿ ਉਹਦੇ ਮਨ 'ਚ ਸੰਵੇਦਨਾ ਹੈ, ਉਹ ਮਰਦ ਨੂੰ ਵੀ ਉਸੇ ਤਰ੍ਹਾਂ ਸਮਝਦੀ ਹੈ। ਮੇਰੇ ਕੋਲ ਹੁਣ ਉਹ ਕਿਤਾਬ ਨਹੀਂ ਆ ਨੇੜੇ, ਤਾਂ ਮੈਂ ਉਹਦੇ 'ਚ ਔਰਤ ਦੀ ਜਿਹੜੀ ਉਹ ਸਾਰਾ ਦਿਨ ਥੱਕੇ ਹਾਰੇ ਦੀ ਆਉਂਦੀ ਆ ਜਾਂ ਉਹਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਬਾਰੇ ਵੀ ਮੈਂ ਕਵਿਤਾ ਲਿਖੀ ਆ। ਇਸੇ ਤਰ੍ਹਾਂ ਤੁਸੀਂ ਵੇਖਿਆ ਹੋਣਾ ਮੱਖਣ ਮਾਨ, ਉਹ ਬਹੁਤ ਸੋਹਣੀਆਂ ਕਵਿਤਾਵਾਂ ਲਿਖ ਰਹੇ ਨੇ ਔਰ ਉਹਨਾਂ ਦੇ ਵਿੱਚ ਔਰਤ ਹੁੰਦੀ ਆ। ਸੋ ਏਦਾਂ ਅਸੀਂ ਇਸ ਬੰਨਣ ਤੋਂ ਤਾਂ ਹੁਣ ਸਾਨੂੰ ਆਜ਼ਾਦ ਕਰਨਾ ਹੀ ਪੈਣਾ ਆਪਣੇ ਆਪ ਨੂੰ, ਉਹ ਬਹੁਤ ਜ਼ਰੂਰੀ ਆ। ਤੇ ਦੂਸਰੀ ਗੱਲ ਜਿਹੜੀ ਉਹ ਕਿਤਾਬ ਦੇ ਰੈਡ ਵਾਲੀ, ਦੂਸਰੀ ਗੱਲ ਜਿਹੜੀ ਹੈਗੀ ਆ ਉਹ ਇਹ ਆ ਕਿ ਔਰਤ ਸਿਰਫ ਘਰ ਸੰਸਾਰ ਨਾਲ ਨਹੀਂ ਜੁੜੀ ਹੋਈ, ਉਹ ਪੂਰੀ ਚੇਤਨ ਆ, ਪੂਰੇ ਯੂਨੀਵਰਸ ਦੀ ਗੱਲ ਕਰ ਸਕਦੀ ਹੈ। ਮੈਨੂੰ ਲੱਗਦਾ ਜਿਸ ਸ਼ਿੱਦਤ ਨਾਲ ਔਰਤ ਸਮਝ ਸਕਦੀ ਹੈ ਚੀਜ਼ ਨੂੰ, ਉਹ ਕੋਈ ਹੋਰ ਸਮਝ ਹੀ ਨਹੀਂ ਸਕਦਾ। ਤੁਸੀਂ ਦੇਖੋ ਜਿਹੜੇ ਹੁਣ ਮੈਂ ਦੇਖ ਰਹੀ ਸੀ ਜਿੱਥੇ ਔਰਤਾਂ ਨੇ
ਸ਼ਾਇਦ ਸਟੇਟ ਦੇ ਵਿੱਚ ਡੀਸੀਜ਼ ਨੇ ਜਾਂ ਕੁਝ ਇਸ ਤਰ੍ਹਾਂ ਦੀ ਮੈਂ ਗੱਲ ਪੜ੍ਹ ਰਹੀ ਸੀ ਕਿਤੇ, ਜਾਂ ਔਰਤ ਮੁੱਖ ਮੰਤਰੀ ਨੇ, ਤਾਂ ਉਹਨਾਂ ਸਟੇਟਸ ਦੇ ਵਿੱਚ ਕਰੋਨਾ ਬਹੁਤ ਕਾਬੂ 'ਚ, ਉੱਥੇ ਨਹੀਂ ਆਇਆ, ਉੱਥੇ ਕੁਝ ਮਤਲਬ ਇਸ ਤਰ੍ਹਾਂ ਦਾ ਮੈਂ ਪੜ੍ਹ ਰਹੀ ਸੀ, ਹੈ ਨਾ। ਜਿਵੇਂ ਮੈਂ ਤੁਹਾਨੂੰ ਇਹਦੀ ਉਦਾਹਰਨ ਵੀ ਦੇਣੀ ਆ, ਐਨੀਮੇਟਿਡ ਰਿਸ਼ਤੇ 'ਚ ਮੈਂ ਗੱਲ ਕੀਤੀ ਸੀ, ਮੈਂ ਤੈਨੂੰ ਉਹਨਾਂ ਕੋ ਮਿਲਾਂਗੀ ਜਿੰਨਾ ਮੈਂ ਤੈਨੂੰ ਉਹਨਾਂ ਕੋ ਮਿਲਾਂਗਾ ਜਿੰਨਾ ਮੈਂ ਕਾਵਾਂ ਕੌਣਿਆਂ ਤੋਂ ਬਚਿਆ ਖੁਚਿਆ ਰਹਿ ਗਿਆ। ਮੈਂ ਤੈਨੂੰ ਉਹਨਾਂ ਕੋ ਮਿਲੂੰਗਾ ਜਿੰਨਾ ਮੈਂ ਕਾਵਾਂ ਕੌਣਿਆਂ ਤੋਂ ਬਚਿਆ ਖੁਚਿਆ ਰਹਿ ਗਿਆ, ਜਿੰਨਾ ਕੋ ਕੜਿਆ ਦੁੱਧ ਕਦੇ ਕਿਧਰੇ ਹੀ ਲੱਭਦਾ, ਨੌਕਰੀ ਦੇ ਖੂਹ ਖਾਤੇ ਭਰਦਾ, ਗਰਜ਼ਾਂ ਦੇ ਰਿਸ਼ਤਿਆਂ ਨੂੰ ਤੜਕੇ ਲਾਉਂਦਾ, ਮਿਰਚਾਂ ਦੀ ਧੁਖ ਧੁਖੀ ਜਰਦਾ, ਆਵਾਜ਼ਾਰ ਆਪਣੀਆਂ ਹੀ ਤਰੇੜਾਂ ਭਰਦਾ, ਬਦਜ਼ੌਕ ਮੌਸਮਾਂ ਦੀ ਬਦ ਕਲਾਮੀ ਜਿਹਾ, ਬਦਜ਼ੌਕ ਮੌਸਮਾਂ ਦੀ ਬਦ ਕਲਾਮੀ ਜਿਹਾ, ਤੱਤਾ ਤੱਤਾ ਕੁਝ ਕੁਝ ਠਰਿਆ, ਪਿਆਰ ਤੇਰੇ ਦੇ ਮੇਚ ਜਾਂ ਨਾ ਮੇਚ, ਪਿਆਰ ਤੇਰੇ ਦੇ ਮੇਚ ਜਾਂ ਨਾ ਮੇਚ, ਵਿੱਤ ਬੂਜਬ ਮੈਂ ਵਰਾਂਗਾ, ਟੀਵੀ ਤੇ ਵੇਖੀ ਮਸਤੀ ਕੰਡੋਮ ਲੈ, ਮੈਂ ਮੈਨ ਆਫ ਦਾ ਮੈਚ ਬਣਾਂਗਾ, ਮੈਂ ਤੈਨੂੰ ਉਹਨਾਂ ਕੋ ਹੀ ਮਿਲਾਂਗਾ। ਸੋ ਇਹ ਜਿਹੜੀ ਚੀਜ਼ ਹੈ, ਜਿਹੜੇ ਮਰਦ ਨੇ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ, ਉਹਨਾਂ ਨੇ ਜਿਹੜੀ ਆਪਾਂ ਸੋਚਦੇ ਹਾਂ ਕਿ ਮਰਦਾਨਗੀ ਇਹ ਬੰਦੇ ਦੇ ਹਿੱਸੇ ਦੇ ਵਿੱਚ ਹੀ ਹੈ, ਉਸ ਵੇਲੇ ਉਹਦੀਆਂ ਬਹੁਤ ਸਮੱਸਿਆਵਾਂ ਹੁੰਦੀਆਂ ਨੇ। ਜਦੋਂ ਉਹਨੂੰ ਫੀਮੇਲ ਕੋਲੇ ਜਾਣਾ ਹੁੰਦਾ, ਉਹ ਜਿਹੜਾ ਉਸ ਦਾ ਡਰ ਹੈ, ਭਾਵ ਹੈ, ਉਹ ਸਾਰਾ ਕੁਝ ਹੈ। ਸੋ ਉਹਦੇ ਬਾਰੇ ਔਰਤ ਵੀ ਸੋਚ ਸਕਦੀ, ਉਹਦੇ ਬਾਰੇ ਲਿਖ ਸਕਦੀ ਹੈ। ਮੈਂ ਤੁਹਾਨੂੰ ਉਦਾਹਰਨ ਦਿੱਤੀ ਹੈ। ਤੇ ਜਿਹੜੀ ਤੁਸੀਂ ਦੂਸਰੀ ਗੱਲ ਕਹਿੰਦੇ ਹੋ ਕਿ ਅਸੀਂ ਦੁਨੀਆ ਬਾਰੇ ਜਾਂ ਸਮਾਜ ਬਾਰੇ ਜਾਂ ਜਿਹੜੇ ਹਰ ਵੇਲੇ ਆਪਾਂ ਕਹਿ ਲਓ ਕਿ ਚੇਤਨਾ ਦੇ ਵਿੱਚੋਂ ਲੰਘ ਰਹੇ ਹਾਂ ਜਿਸ ਤੋਂ, ਉਹਦੇ ਬਾਰੇ ਵੀ ਆਪਾਂ ਲਿਖਦੇ ਹਾਂ। ਮੈਂ ਕਿਹਾ ਮੈਨੂੰ ਲੱਗਦਾ ਮੈਡਮ ਮਲਕੀਤ ਨੇ ਵੀ ਲਿਖੀ ਹੋਊਗੀ। ਮੈਂ ਜੋ ਹੁਣ ਦੇ ਉਹਦੇ ਐਨਾਲਿਸਿਸ ਦੇ ਸੰਦਰਭ ਦੇ ਵਿੱਚ ਹੈ ਤਾਂ ਥੋੜੀ ਜਿਹੀ ਮਤਲਬ ਗੁਸਤਾਖੀ ਹੈ ਮੇਰੀ, ਪਰ ਮੈਂ ਕਵਿਤਾ ਦੇ ਰੂਪ 'ਚ ਜ਼ਿਆਦਾ ਤੁਹਾਨੂੰ ਦੱਸ ਸਕਦੀ ਹਾਂ, ਸਮਝਾ ਸਕਦੀ ਹਾਂ, ਕਿਉਂਕਿ ਤੁਸੀਂ ਕਵਿਤਾ ਦੀ ਗੱਲ ਕੀਤੀ ਹੈ। ਇਹ ਹੈ ਕਿ ਮੌਤ ਬੜੀ ਜ਼ਾਲਮ ਯਕਦਮ ਨਾ ਆਉਂਦੀ, ਪਲ ਪਲ ਛਿਣ ਛਿਣ ਮੋਏ ਸੁਪਨਿਆਂ ਦੀ ਪਨਾਹ 'ਚ ਲੁਕੀ ਲੁਕੀ, ਕਿਸੇ ਵੀ ਸਮੇਂ ਕਿਸੇ ਵੀ ਘੜੀ ਫਾਹੇ ਵਾਲੇ ਰੱਸੇ 'ਚ ਲਟਕੀ, ਸਲਫਾਸ ਦੀਆਂ ਗੋਲੀਆਂ 'ਚ ਭਟਕੀ, ਕਿਸੇ ਨਹਿਰ ਦੀਆਂ ਲਹਿਰਾਂ 'ਚ ਲੁਕੀ, ਟੁੱਟੀ ਸੜਕ ਦੇ ਟੋਇਆਂ 'ਚ ਅਟਕੀ, ਜਾਂ ਕਿਸੇ ਬੋਰਵੈਲ ਵਿੱਚ ਸ਼ਹਿ ਲਾਈ ਬੈਠੀ। ਪਤੀਲੇ 'ਚ ਰਿੱਧੇ ਜਾ ਰਹੇ ਮਾਸ ਦੇ ਭਲੇਵੇਂ, ਪਤੀਲੇ 'ਚ ਰਿੱਧੇ ਜਾ ਰਹੇ ਮਾਸ ਦੇ ਭਲੇਵੇਂ, ਅਣਕਿਆਸੀ ਅਣਬੁੱਝ ਮੌਬ ਲਿੰਚਿੰਗ ਦੇ ਰੂਪ ਵਿੱਚ ਅਛੋਪਲੇ ਜਿਹੇ ਆ ਗਲੇ ਮਿਲਦੀ। ਮੌਤ ਕਈ ਰੂਪਾਂ 'ਚ ਆਉਂਦੀ, ਮੌਤ ਕਈ ਰੂਪਾਂ 'ਚ ਆਉਂਦੀ, ਟੁੱਟੀ ਭੱਜੀ ਆਸਥਾ ਦੇ ਮੋਢਿਆਂ ਤੇ ਸਵਾਰ, ਜਬਰੀ ਜੈ ਸ਼੍ਰੀ ਰਾਮ ਅਖਵਾਉਂਦੀ, ਸਹਿਜੇ ਸਹਿਜੇ ਘੁੱਟੋ ਘੁੱਟੀ ਅੰਦਰ ਵੱਲ ਨੂੰ ਲੈਂਦੀ ਮੌਤ। ਅੱਜ ਕੱਲ ਮੌਤ ਆਪਣੀਆਂ ਹੀ ਕਸ਼ਮੀਰੀ ਧੀਆਂ ਤੇ ਤੰਜ਼ ਕੱਸਦੀ, ਬੁਰੀ ਨਜ਼ਰ ਤੱਕਦੀ, ਜਿਉਣ ਦੀ ਮੋਹਲਤ ਨਾ ਦਿੰਦੀ, ਸ਼ਬਦ ਸ਼ਬਦ ਇੱਜ਼ਤ ਦੇ ਚੀਰ ਹਰਨ ਕਰਦੀ। ਮੌਤ के आखिरी साह च अटकी सौख, मौत के आखिरी साह च अटकी सौख, ते जिंदगी री री पैर घड़ीसदी, जिउण दी कोशिश च साह लैंदियां पल पल करोना करोना करदी नेड़े ढुकदी। हुसीन सुपनियां विच असासे जिंदगी दे मगदे, हुसीन सुपनियां दे विच असासे जिंदगी दे मगदे, तड़िंग जज्बियां दी तर्जमानी करदे। मौत के मेरियां नसां च हर पल खून जही वहंदी, डरदी तां मैं बस जिंदगी तो डरदी। सो मैनूं नहीं लगदा कि साडे इस सब कासे दे विच असीं कोई सीमित आ सिर्फ औरत तां मैनूं परमात्मा दी सब तो खूबसूरत चीज है। ਉਹ ਬ੍ਰਹਿਮੰਡ ਸਿਰਜਦੀ ਹੈ, ਬ੍ਰਹਿਮੰਡ ਸਜਾਉਂਦੀ ਹੈ, ਖੇਤੀ ਕਰਦੀ ਆ, ਗਮਲਿਆਂ 'ਚ ਫੁੱਲ ਬੂਟੇ ਲਾਉਂਦੀ ਹੈ। ਇਹਨਾਂ ਤੋਂ ਲਈਏ ਸਵਾਲ, ਤੁਸੀਂ ਸੱਚਮੁੱਚ ਕਿਹਾ ਕਿ ਬਹੁਤ ਅੱਛੇ ਤੁਹਾਡੀ ਇਸ ਕਵਿਤਾ ਦੇ ਵਿੱਚ ਵੀ ਜਿਹੜੇ ਸਮਾਜ ਦੇ ਕੰਸਰਨ ਆਏ ਨੇ, ਔਰਤ ਤੋਂ ਬਾਹਰ ਜਾ ਕੇ ਵੀ ਕੰਸਰਨ ਆਏ ਨੇ। ਨਿਕਤਾ ਤੁਹਾਨੂੰ ਮੈਂ ਸਾਹਿਤ ਨਾਲ ਹੀ ਜੋੜ ਰਿਹਾ, ਤੁਸੀਂ ਵੀ ਪਿਛਲੇ ਸਮੇਂ ਤੁਹਾਡੀ ਕਵਿਤਾ ਬਹੁਤ ਚਰਚਿਤ ਰਹੀ ਹੈ। ਕਦੇ ਸਮਾਂ ਸੀ ਜਦੋਂ ਔਰਤਾਂ ਆਪਣੇ ਅੰਦਰਲੇ ਕੱਪੜੇ ਤਣੀ ਤੇ ਵੀ ਨਹੀਂ ਪਾਉਂਦੀਆਂ ਸੀ, ਹਨਾ, ਦੂਜੇ ਕੱਪੜਿਆਂ ਥੱਲੇ ਪਾ ਦਿੰਦੀਆਂ ਸੀ ਸਾਡੇ ਪੁਰਾਣੇ ਸਮਾਜ ਦੇ ਵਿੱਚ, ਪਰ ਹੁਣ ਸਾਡੀਆਂ ਕਵਿਤਾਵਾਂ ਦੇ ਵਿੱਚ ਉਹ ਸਾਰੇ ਬਿੰਬ ਆ ਰਹੇ ਨੇ। ਕੀ ਇਹ ਉਸ ਪੁਰਾਣੀ ਪਰੰਪਰਾ ਪ੍ਰਤੀ ਬਗਾਵਤ ਦੀ ਨਿਸ਼ਾਨੀ ਹੈ ਸਾਡੀ ਕਵਿਤਾ ਦੇ ਵਿੱਚ, ਜਾਂ ਇਹ ਫੈਸ਼ਨ ਹੈ?
ਇੱਕ ਤਾਂ ਮੈਨੂੰ ਲੱਗਦਾ ਕਿ ਇਹ ਪੁਰਾਣੀ ਗੱਲ ਨਹੀਂ ਹੈ, ਅੱਜ ਵੀ ਇਸੇ ਤਰ੍ਹਾਂ ਹੁੰਦਾ ਹੈ। ਮੈਂ ਆਪ ਆਪਣੇ ਪਰਿਵਾਰ 'ਚ ਹੀ ਦੇਖਿਆ, ਆਪਣੇ ਘਰਾਂ 'ਚ ਹੀ ਦੇਖਿਆ ਕਿ ਕੱਪੜੇ ਥੱਲੇ ਹੀ ਪਾਏ ਜਾਂਦੇ ਨੇ, ਟਾਵਲ ਉੱਤੇ ਕਵਰ ਕੀਤਾ ਜਾਂਦਾ ਹੈ। ਵੀ ਬਹੁਤ ਪੁਰਾਣੀ ਗੱਲ ਨਹੀਂ ਲੱਗਦੀ ਮੈਨੂੰ, ਅੱਜ ਵੀ ਇਸੇ ਤਰ੍ਹਾਂ ਹੋ ਰਿਹਾ ਜੀ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਇਹ ਫੈਸ਼ਨ ਹੈ ਜਾਂ ਬਗਾਵਤ ਹੈ, ਮੈਨੂੰ ਲੱਗਦਾ ਹੈ ਇਹ ਮੰਨਦੇ ਹੋਏ ਕਿ ਵਿਸ਼ਵੀਕਰਨ ਦਾ ਇੱਕ ਇੰਪੈਕਟ ਪੈ ਰਿਹਾ, ਪ੍ਰਭਾਵ ਪੈ ਰਿਹਾ ਸਾਰਿਆਂ ਉੱਤੇ, ਉਹਦੇ ਵਿੱਚ ਔਰਤ ਉੱਤੇ ਵੀ ਪੈ ਰਿਹਾ। ਔਰਤ ਕੋਲ ਜਿਹੜਾ ਐਕਸੈਸ ਆ ਰਿਹਾ, ਖਾਸ ਕਰਕੇ ਮੇਰੀ ਜਨਰੇਸ਼ਨ ਕੋਲ ਜਿਹੜੀ ਪਹੁੰਚ ਆ ਰਹੀ ਹੈ, ਸਾਰੀ ਦੁਨੀਆ ਦੇ ਵਿਚਾਰ ਨੇ, ਸਾਰੀ ਦੁਨੀਆ ਦਾ ਇੱਕ ਤਰ੍ਹਾਂ ਪ੍ਰਭਾਵ ਪੈ ਰਿਹਾ ਹੈ, ਅਸੀਂ ਬਹੁਤ ਕੁਝ ਗ੍ਰਹਿਣ ਕਰ ਰਹੇ ਹਾਂ, ਕੰਜ਼ਿਊਮ ਕਰ ਰਹੇ ਹਾਂ, ਉਹਦੇ ਵਿੱਚ ਅਫਕੋਰਸ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖ ਰਹੇ ਹਾਂ। ਤੇ ਉਹ ਸਿੱਖਦੇ ਹੋਏ ਸਾਨੂੰ ਲੱਗਦਾ ਹੈ ਕਿ ਅਸੀਂ ਆਪਣੇ ਸਮਾਜ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਮਹਿਸੂਸ ਕਰਦੇ ਸੀ, ਪਰ ਪਹਿਲਾਂ ਸ਼ਬਦ ਨਹੀਂ ਸੀ ਸੋਚਣ ਨੂੰ। ਇਹ ਹੋ ਸਕਦਾ ਕਿ ਪਹਿਲਾਂ ਉਸ ਤਰ੍ਹਾਂ ਦੀ ਇਮੈਜੀਨੇਸ਼ਨ ਨਹੀਂ ਸੀ ਜਾਂ ਉਸ ਤਰ੍ਹਾਂ ਦੇ ਸ਼ਬਦਾਂ ਦੀ ਘਾਟ ਸੀ, ਪਰ ਮੇਬੀ ਐਕਸਪ੍ਰੈਸ਼ਨ ਦਾ ਤਰੀਕਾ ਹੋਰ ਸੀਗਾ। ਤਾਂ ਅਸੀਂ ਉਹਨਾਂ ਤੋਂ ਸਿੱਖ ਰਹੇ ਹਾਂ, ਉਹਨਾਂ ਨੂੰ ਅਪਣਾ ਰਹੇ ਹਾਂ, ਉਹਨਾਂ ਨਾਲ ਭਿੜ ਵੀ ਰਹੇ ਹਾਂ, ਇੱਕ ਤਰ੍ਹਾਂ ਲੜਾਈ ਵੀ ਚੱਲ ਰਹੀ ਹੈ ਲਗਾਤਾਰ। ਤੇ ਉਹਦੇ ਵਿੱਚੋਂ ਇੱਕ ਤਰ੍ਹਾਂ, ਕਿਉਂਕਿ ਵਿਸ਼ਵੀਕਰਨ ਨਾਲ ਜਿਹੜੀਆਂ 2-3 ਚੀਜ਼ਾਂ ਖਾਸ ਕਰਕੇ ਔਰਤ ਦੇ ਜਾਂ ਔਰਤ ਮਰਦ ਦੇ ਰਿਸ਼ਤੇ ਦੇ ਸੰਦਰਭ ਵਿੱਚ ਬਦਲੀਆਂ ਨੇ, ਔਰਤ ਦੇ ਬਾਹਰ ਜਾਣ ਨਾਲ, ਔਰਤ ਦੇ ਨੌਕਰੀਆਂ ਦੇ ਐਕਸੈਸ ਨਾਲ, ਔਰਤ ਮਰਦ ਦੇ ਰਿਸ਼ਤੇ ਦੁਬਾਰਾ ਪਰਿਭਾਸ਼ਿਤ ਹੋਣ ਨਾਲ, ਉਹਨਾਂ ਦਾ ਘੇਰਾ ਵੱਡਾ ਹੋਣ ਨਾਲ, ਜਿਹੜੀ ਅਸੀਂ ਪਹਿਲਾਂ ਸ਼ੁਰੂਆਤ 'ਚ ਗੱਲ ਕਰ ਰਹੇ ਸੀ, ਉਹਦੇ ਵਿੱਚ ਇੱਕ ਚੀਜ਼ ਜਿਹੜੀ ਬਾਰ-ਬਾਰ ਔਰਤ ਦੀ ਹੋਂਦ ਬਾਰੇ, ਔਰਤ ਦੇ ਇੱਕ ਪਹਿਲੂ ਬਾਰੇ ਜਿਹੜੀ ਬਾਰ-ਬਾਰ ਚਰਚਾ 'ਚ ਆਉਂਦੀ ਹੈ, ਜਿਹੜੀ ਪੰਜਾਬ 'ਚ ਜਾਂ ਇੰਡੀਆ ਵਰਗੇ ਕੰਟੈਕਸਟ 'ਚ ਪਹਿਲਾਂ ਨਹੀਂ ਆਉਂਦੀ ਸੀ, ਉਹ ਹੈ ਔਰਤ ਦੀ ਦੇਹ, ਉਹਦੀ ਬਾਡੀ ਬਾਰੇ ਜਿਹੜੀ ਡਿਸਕਸ਼ਨ ਹੈ ਉਹ ਕਾਫੀ ਇਨਕਰੀਜ਼ ਹੋਈ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਫੈਸ਼ਨ ਹੈ। ਇਹ ਫੈਸ਼ਨ ਨਹੀਂ, ਇਹ ਸਮੇਂ ਦੀ ਲੋੜ ਹੈ। ਬਹੁਤ ਹੋ ਗਿਆ ਅਸੀਂ ਮਤਲਬ ਇੰਨੀਆਂ ਸਦੀਆਂ ਤੋਂ ਔਰਤ ਦੀ ਬਾਡੀ ਨੂੰ ਕੱਪੜਿਆਂ 'ਚ ਲਕੋ ਕੇ, ਬਿੰਬਾਂ 'ਚ ਸਮਾਜ ਦੀਆਂ ਜਗੀਰੂ ਕਦਰਾਂ ਕੀਮਤਾਂ 'ਚ ਲਕੋ ਕੇ, ਢਾਂਚਿਆਂ 'ਚ ਛੁਪਾ ਕੇ ਇੱਕ ਤਰ੍ਹਾਂ ਉਹਦੀ ਹੋਂਦ ਨੂੰ, ਉਹਦੀ ਸੈਕਸ਼ੁਅਲਿਟੀ ਨੂੰ ਅਪਰੈਸ ਕਰ ਰਹੇ ਸੀ। ਤੇ ਸਿਰਫ ਔਰਤ ਦੀ ਨਹੀਂ, ਐਕਚੁਅਲੀ ਮੈਨੂੰ ਲੱਗਦਾ ਹੈ ਸੈਕਸ਼ੁਅਲਿਟੀ ਐਜ਼ ਅ ਕਨਸੈਪਟ, ਐਜ਼ ਅ ਪ੍ਰੈਕਟਿਸ ਹੀ ਅਪਰੈਸ ਕਰ ਰਹੇ ਸੀ, ਉਹਦੇ ਬਾਰੇ ਗੱਲ ਹੀ ਨਹੀਂ ਸੀ ਕਰ ਰਹੇ। ਤੇ ਹੁਣ ਜੇ ਵਿਸ਼ਵੀਕਰਨ ਦੇ ਪ੍ਰਭਾਵ ਕਾਰਨ ਥੋੜੇ ਬਹੁਤੇ ਰਸਤੇ ਖੁੱਲ ਰਹੇ ਨੇ, ਸੋਸ਼ਲ ਮੀਡੀਆ ਦੇ ਕਾਰਨ ਜੇ ਥੋੜੇ ਬਹੁਤੇ ਰਸਤੇ ਖੁੱਲ ਰਹੇ ਨੇ ਉਹਦੇ ਬਾਰੇ ਗੱਲ ਕਰਨ ਦੇ, ਤਾਂ ਇੱਕਦਮ ਉਹਦੇ ਬਾਰੇ ਗੱਲ ਜਿਹੜੀ ਹੈ ਵਧਣੀ ਸ਼ੁਰੂ ਹੋਈ ਹੈ, ਉਹਦੇ ਬਾਰੇ ਗੱਲ ਕਾਫੀ ਹੋਣੀ ਸ਼ੁਰੂ ਹੋਈ ਹੈ। ਤੇ ਉਹਦਾ ਜਿਹੜਾ ਪ੍ਰਗਟਾਵਾ ਸਾਹਿਤ ਵਿੱਚ ਵੀ ਦਿਖਦਾ ਹੈ, ਉਹ ਕਵਿਤਾਵਾਂ ਵਿੱਚ ਵੀ ਦਿਖਦਾ ਹੈ। ਮੈਂ ਆਪਣੇ ਆਪ ਨੂੰ ਮਤਲਬ ਕਵਿਤਰੀ ਨਹੀਂ ਕਹਿਣ 'ਚ ਬਹੁਤ ਕੰਫਰਟੇਬਲ ਮਹਿਸੂਸ ਕਰਦੀ ਕਿ ਮੈਂ ਬਹੁਤ ਹੀ ਰੇਅਰ ਕੋਈ ਇੱਕ ਅੱਧੀ ਕਵਿਤਾ ਲਿਖੀ, ਅਦਰਵਾਈਜ਼ ਮੈਂ ਆਰਟੀਕਲਸ ਹੀ, ਪੋਸਟਸ ਹੀ ਲਿਖਦੀ ਹਾਂ, ਆਰਟੀਕਲਸ ਹੀ ਲਿਖਦੀ ਹਾਂ। ਤੇ ਉਹਦੇ ਵਿੱਚ ਜਿਹੜੀ ਪੋਇਮ ਦੀ ਤੁਸੀਂ ਕਪਲ ਆਫ ਪੋਇਮਸ ਜਿਹੜੀਆਂ ਮੈਂ ਲਿਖੀਆਂ ਸੀ, ਜਿਹਦੇ ਵਿੱਚੋਂ ਬਹੁਤ ਚਰਚਾ ਹੋਣੀ ਸਟਾਰਟ ਹੋ ਗਈ ਕਿ ਬ੍ਰੈਸਟ ਬਾਰੇ ਛਾਤੀ ਸ਼ਬਦ ਪੰਜਾਬੀ 'ਚ ਕਿਉਂ ਲਿਖਤਾ, ਕੱਪੜੇ ਸ਼ਬਦ ਅੰਡਰਗਾਰਮੈਂਟ ਸ਼ਬਦ ਪੰਜਾਬੀ 'ਚ ਕਿਉਂ ਲਿਖਤਾ, ਵਗੈਰਾ ਵਗੈਰਾ। ਮੈਨੂੰ ਲੱਗਦਾ ਹੈ ਇੱਕ ਤਾਂ ਉਹਦੇ 'ਚ ਪ੍ਰੋਬਲਮ ਇਹੀ ਹੈ ਕਿ ਮਤਲਬ ਚਾਹੇ ਮੇਰੇ ਤੋਂ ਮੇਰਾ ਮਤਲਬ ਹੈ ਕਿ ਜਿੰਨੀਆਂ ਵੀ ਔਰਤਾਂ, ਜਿੰਨੇ ਵੀ ਲੇਖਕ ਲਿਖ ਰਹੇ ਨੇ, ਜਿੰਨੀ ਦੇਰ ਤੁਸੀਂ ਆਮ ਸੋ ਕਾਲਡ ਆਮ, ਹਾਲਾਂਕਿ ਉਹ ਆਮ ਨਹੀਂ ਹੈਗੇ, ਉਹ ਮੁੱਦੇ ਆਮ ਨਹੀਂ ਹੈਗੇ, ਜਾਂ ਸੋ ਕਾਲਡ ਐਕਸੈਪਟਡ ਮੁੱਦਿਆਂ ਤੇ ਲਿਖ ਰਹੇ ਹੋ, ਥੋੜੀ ਬਹੁਤ ਅਟੈਂਸ਼ਨ ਮਿਲਦੀ ਹੈ। ਬਾਕੀ ਜਿਹੜੀ ਅਟੈਂਸ਼ਨ ਹੈ ਉਹ ਜ਼ਿਆਦਾ ਮਿਲਣੀ ਵੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਕਿਸੇ ਕੰਟਰੋਵਰਸ਼ੀਅਲ ਮੁੱਦੇ ਤੇ ਲਿਖ ਰਹੇ ਹੋ। ਇੱਕ ਤਾਂ ਉਹ ਬਹੁਤ ਬੇਸਿਕ ਜੀ ਗੱਲ ਜਿਹੜੀ ਹੈ ਉਹ ਹੋਈ ਹੈ, ਪਰ ਦੂਜੀ ਗੱਲ ਇਹ ਵੀ ਹੈ ਕਿ ਉਹ ਮੁੱਦੇ ਐਕਚੁਅਲੀ ਸਮਾਜ ਨੂੰ ਬਹੁਤ ਅਨਕੰਫਰਟੇਬਲ 'ਚ ਬੈਠੇ ਹੋਏ ਨੇ, ਉਹ ਸਮਾਜ ਦੇ ਸਟਰਕਚਰਸ 'ਚ ਬੈਠੇ ਹੋਏ ਨੇ। ਮੈਂ ਇੱਥੋਂ ਸਮਝਣਾ ਚਾਹੁੰਦੀ ਹਾਂ ਇਸਨੂੰ ਕਿ ਕਿਉਂ ਸਾਡੇ ਲਈ ਸੈਕਸ਼ੁਅਲਿਟੀ ਬਾਰੇ ਗੱਲ ਕਰਨਾ ਲਿਟਰੇਚਰ ਦੇ ਅੰਦਰ ਵੀ ਇੰਨਾ ਵੱਡਾ ਟੈਬੂ ਬਣਿਆ ਹੋਇਆ ਹੈ, ਕਿਉਂ ਅਸੀਂ ਉਹਨੂੰ ਨਹੀਂ ਤੋੜਨਾ ਚਾਹ ਰਹੇ, ਜਾਂ ਜੇ ਉਹਨੂੰ ਤੋੜ ਰਹੇ ਹਾਂ ਤਾਂ ਨਾਲ ਨਾਲ ਕਿਹੜੇ ਸਟਰਕਚਰਸ ਹਿਲ ਰਹੇ ਨੇ, ਕਿਹੜੇ ਢਾਂਚੇ ਹਿਲ ਰਹੇ ਨੇ। ਮੈਨੂੰ ਲੱਗਦਾ ਸਵਾਲ ਉੱਥੋਂ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਟਸ ਡੈਫੀਨਿਟਲੀ ਨਾਟ ਅ ਫੈਸ਼ਨ। ਮਤਲਬ ਕਿਸੇ ਵੀ ਔਰਤ ਨੂੰ ਆਪਣੇ ਦੁੱਖ ਬਾਰੇ, ਜਾਂ ਕਿਸੇ ਵੀ ਮਨੁੱਖ ਨੂੰ, ਕਿਸੇ ਵੀ ਮੁੰਡੇ ਨੂੰ ਆਪਣੇ ਨਾਲ ਹੋਈ ਹਿੰਸਾ ਬਾਰੇ, ਵਾਇਲੈਂਸ ਬਾਰੇ ਦੇਖ ਕੇ ਕੋਈ ਸੈਟਿਸਫੈਕਸ਼ਨ ਨਹੀਂ ਮਿਲੇਗੀ ਉਹਨੂੰ। ਮਤਲਬ ਕੋਈ ਇਹ ਨਹੀਂ ਹੋ ਜਾਏਗਾ ਕਿ ਉਹ ਬਹੁਤ ਪਪੂਲਰ ਹੋਣ ਲਈ ਲਿਖ ਰਹੇ ਹੋਣਗੇ। ਇਹ ਮੈਨੂੰ ਲੱਗਦਾ ਹੈ ਕਿ ਬਹੁਤ ਅਜੀਬ ਜਿਹਾ ਜਿਹੜਾ ਤਰਕ ਹੈ ਦਿੱਤਾ ਜਾਂਦਾ ਹੈ ਕਈ ਵਾਰੀ, ਤੇ ਇਹ ਐਕਚੁਅਲੀ ਸਰਵਾਈਵਰਸ ਨੂੰ, ਵਿਕਟਿਮਸ ਨੂੰ ਇੱਕ ਤਰ੍ਹਾਂ ਚੁੱਪ ਕਰਾਉਣ ਲਈ ਦਿੱਤਾ ਜਾਂਦਾ ਹੈ। ਉਦੋਂ ਹੀ ਸ਼ੇਅਰ ਕਰਦੇ ਜਦੋਂ ਐਕਚੁਅਲੀ ਉਹਨਾਂ ਨੂੰ ਇਹੋ ਜਿਹੀ ਘਟਨਾ ਹੋਈ ਹੁੰਦੀ ਹੈ। ਤੇ ਸਾਰਾ ਸਮਾਜ ਜਿਸ ਤਰ੍ਹਾਂ ਬਦਲ ਰਿਹਾ, ਅੱਗੇ ਵਧ ਰਿਹਾ, ਚੰਗੀਆਂ ਚੀਜ਼ਾਂ ਵੀ ਨੇ, ਮਾੜੀਆਂ ਚੀਜ਼ਾਂ ਵੀ ਨੇ, ਬਿਲਕੁਲ ਮਾੜੀਆਂ ਚੀਜ਼ਾਂ ਹੈਗੀਆਂ ਨੇ, ਉਹ ਮੰਨਦੇ ਹੋਏ ਮੈਂ ਕਹਿ ਰਹੀ ਹਾਂ ਕਿ ਡਿਸਪਾਈਟ ਆਲ ਦ ਮਾੜੀਆਂ ਚੀਜ਼ਾਂ, ਅੱਜ ਜਿਹੜੀ ਸੈਕਸ਼ੁਅਲਿਟੀ ਬਾਰੇ ਗੱਲ ਸ਼ੁਰੂ ਹੋਈ ਹੈ ਪੰਜਾਬ 'ਚ ਹੋਣੀ, ਪੰਜਾਬੀ ਕਵਿਤਾ 'ਚ ਹੋਣੀ, ਉਹ ਚਾਹੇ ਮੈਂ ਕੋਈ ਕਵਿਤਾ ਲਿਖੀ ਹੈ, ਜਾਂ ਨੀਤੂ ਅਰੋੜਾ ਲਿਖ ਰਹੇ ਨੇ, ਜਾਂ ਮੋਨਿਕਾ ਕੁਮਾਰ ਲਿਖ ਰਹੇ ਨੇ, ਜਾਂ ਜਿੰਨੇ ਵੀ ਹੁਣ ਰਾਈਟਰਸ ਨੇ ਜੋ ਲਿਖ ਰਹੇ ਨੇ, ਆਈ ਥਿੰਕ ਇਟਸ ਅ ਗ੍ਰੇਟ ਸਟੈਪ। ਇਹ ਹੋਣਾ ਚਾਹੀਦਾ ਸੀ ਤੇ ਆਈ ਐਮ ਸੋ ਗਲੈਡ ਫਾਈਨਲੀ ਇਹ ਹੋ ਰਿਹਾ ਹੈ। ਬਿਲਕੁਲ ਬਿਲਕੁਲ। ਜਸਮਲਕੀਤ, ਮੈਂ ਇਹਦਾ ਤੀਜਾ ਪੱਖ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ
ਕਿ ਜਦੋਂ ਅਮ੍ਰਿਤਾ ਪ੍ਰੀਤਮ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ, ਸੁਖਵਿੰਦਰ ਅੰਮ੍ਰਿਤ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ, ਉਹਨਾਂ ਦੇ ਪਿਓਾਂ ਨੇ ਫੜ ਕੇ ਉਹਨਾਂ ਦੀ ਕਵਿਤਾ ਨੂੰ ਨਾ ਮਿਟਾਤਾ ਚੁੱਲ੍ਹੇ 'ਚ। ਅੱਜ ਵੀ ਜਦੋਂ ਕਿ ਔਰਤ ਕਵਿਤਾ ਲਿਖਦੀ ਹੈ ਤਾਂ ਉਹਨਾਂ ਦੇ ਪਿਤਾ ਨੂੰ, ਉਹਨਾਂ ਦੇ ਪਤੀ ਨੂੰ, ਉਹਨਾਂ ਦੇ ਭਰਾਵਾਂ ਨੂੰ ਇਨਸਿਕਿਉਰਿਟੀ ਫੀਲ ਹੋਣ ਲੱਗ ਜਾਂਦੀ ਹੈ। ਉਹਨਾਂ ਨੂੰ ਲੱਗਦਾ ਕਿ ਬਾਗੀ ਹੋਊਗੀ ਕੁੜੀ ਇਹ। ਤੇ ਜਦੋਂ ਕੋਈ ਔਰਤ ਕਵਿਤਾ ਲਿਖਦੀ ਹੈ ਤਾਂ ਉਹਨਾਂ ਦਾ ਪਰਿਵਾਰ ਬਹੁਤ ਇਨਸਿਕਿਉਰ ਫੀਲ ਕਰਦਾ ਹੈ ਕਿ ਕਿਤੇ ਨਾ ਕਿਤੇ ਹੁਣ ਨਾ ਸਾਡੇ ਰਿਸ਼ਤੇ ਟੁੱਟਣਗੇ। ਇਹ ਪ੍ਰਭਾਵ ਕਿਉਂ ਬਣ ਰਿਹਾ ਹੈ? ਇੱਕ ਔਰਤ ਜੋ ਫੀਮੇਲ ਕਵਿਤਾ ਲਿਖਦੀ ਹੈ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕਿਉਂ ਬਣਦਾ ਹੈ? ਐਕਚੁਅਲੀ ਡਾਕਟਰ ਸਾਹਿਬ ਮੈਨੂੰ ਲੱਗਦਾ ਹੁੰਦਾ ਜਿਹੜੀਆਂ ਪਿੱਛੇ ਅਸੀਂ ਐਗਜ਼ਾਮਪਲਸ ਦੇਖਦੇ ਆ ਨਾ, ਜਦੋਂ ਅਸੀਂ ਅਸਲ 'ਚ ਸਾਡਾ ਸਮਾਜ ਕੀ ਚਾਹੁੰਦਾ ਹੈ, ਸਾਡਾ ਸਮਾਜ ਹੀ ਨਹੀਂ, ਹਰ ਸਮਾਜ ਦੇ ਵਿੱਚ ਜਦੋਂ ਅਸੀਂ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਆ ਤੇ ਉਹਦੇ 'ਚ ਸਿੰਸੈਰਿਟੀ ਚਾਹੁੰਦਾ। ਜਦੋਂ ਅਸੀਂ ਇੱਕ ਮਾਂ-ਬਾਪ ਦੇ ਨਾਲ ਇੱਕ ਬੱਚਾ ਜਿਹੜਾ ਹੈਗਾ, ਬੇਟੀ ਹੈ ਖਾਸ ਤੌਰ ਤੇ, ਉਹਦੇ ਤੇ ਉਹ ਇੱਜ਼ਤ ਦਾ ਇੱਕ ਭਾਰ ਰੱਖ ਦਿੱਤਾ ਜਾਂਦਾ, ਪੱਗ ਦਾ। ਉਹ ਕਹਿੰਦਾ ਵੀ ਜਿਹੜਾ ਉਹ ਪੱਗ ਦਾ ਭਾਰ ਹੈ ਨਾ ਔਰਤ ਦੇ ਉੱਪਰ, ਉਹ ਤਾਂ ਉਸਨੂੰ ਉੱਠਣ ਹੀ ਨਹੀਂ ਦਿੰਦਾ। ਉਸ ਤੋਂ ਬਾਅਦ ਜਿਹੜੀ ਸਿੰਸੈਰਿਟੀ ਦੀ ਗੱਲ ਕਰਦੇ ਆ, ਉਹ ਤਾਂ ਹਰ ਥਾਂ ਤੇ ਮੰਗੀ ਜਾਂਦੀ ਹੈ ਤੇ ਉਹ ਚਾਹੀਦੀ ਵੀ ਹੈ। ਪਰ ਜਦੋਂ ਹੀ ਔਰਤ ਉੱਠ ਕੇ ਗੱਲ ਕਰਦੀ ਹੈ ਨਾ, ਥੋੜੀ ਜਿਹੀ ਵੀ ਆ, ਉਹਨੂੰ ਲੱਗਦਾ ਕਿ ਜਾਗੋ। ਇੱਕ ਮੈਂ ਇੱਕ ਇੰਟਰਵਿਊ ਵੀ ਸੁਣੀ ਸੀ ਟੀਵੀ ਦੇ ਉੱਪਰ ਹੀ, ਸੌਰੀ YouTube ਤੇ ਕਿਸੇ ਲੇਖਕ ਦੀ, ਉਹ ਕਹਿੰਦੇ ਔਰਤਾਂ ਹੁਣ ਜ਼ਿਆਦਾ ਜਾਗਰੂਕ ਹੋ ਗਈਆਂ, ਇਸ ਕਰਕੇ ਤਲਾਕਾਂ ਦੀ ਜਿਹੜੀ ਹੈਗੀ ਹੈ ਗਿਣਤੀ ਉਹ ਵੱਧ ਗਈ। ਹੁਣ ਔਰਤਾਂ ਪਹਿਲਾਂ ਵਾਂਗ ਘਰ ਨਹੀਂ ਸੰਭਾਲ ਸਕਦੀਆਂ। ਇਹ ਤਲਾਕ ਔਰਤ ਕਰਕੇ ਨਹੀਂ ਵਧੇ ਵੀ ਉਹ ਜਾਗਰੂਕ ਹੋਈ ਹੈ, ਤਲਾਕ ਇਸ ਕਰਕੇ ਵਧੇ ਨੇ ਕਿ ਆਦਮੀ ਜਿਹੜਾ ਹੈਗਾ ਜਾਂ ਮਰਦ ਹੈ ਜਾਂ ਸਾਡਾ ਸਮਾਜ ਹੈ, ਉਹ ਔਰਤ ਨੂੰ ਜਾਗਰੂਕ ਹੋਣਾ ਦੇਣਾ ਨਹੀਂ ਚਾਹੁੰਦਾ। ਤਾਂ ਠੀਕ ਹੈ, ਮੈਂ ਬਿਲਕੁਲ ਸਹੀ ਕਹਿੰਦੀ ਹਾਂ ਕਿ ਜਦੋਂ ਡੈਡ ਨੂੰ ਲੱਗਦਾ ਨਾ ਵੀ ਮੇਰੀ ਬੇਟੀ ਹੁਣ ਜੇ ਲਿਖੂਗੀ ਤਾਂ ਬਹੁਤ ਕੁਝ ਅਜਿਹਾ ਵੀ ਲਿਖੂਗੀ ਜੋ ਕਿ ਸਮਾਜ ਵਿੱਚ ਮੇਰੀ ਬੇਟੀ ਲਈ ਜਾਂ ਮੇਰੇ ਲਈ ਵਧੀਆ ਨਹੀਂ ਹੋਊਗਾ, ਤਾਂ ਹੱਥ ਰੋਕ ਲੈਂਦੇ ਆ। ਤਾਂ ਇਸੇ ਤਰੀਕੇ ਦੇ ਲਈ ਮਰਦ ਨੂੰ ਲੱਗਦਾ ਹੈ, ਹਸਬੈਂਡ ਨੂੰ ਵੀ ਇਹੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਸਿੰਸੈਰਿਟੀ ਹੈ ਨਾ, ਉਹਨੂੰ ਧੱਕਾ ਲੱਗਣਾ ਲੱਗਦਾ। ਉਹਨੂੰ ਲੱਗਦਾ ਇੱਕ ਤਾਂ ਪਹਿਲੀ ਗੱਲ ਇਹ ਜਾਗਰੂਕ ਹੋ ਜਾਊਗੀ, ਦੂਸਰਾ ਦੇ ਮਰਦ ਸੰਪਰਕ ਵਿੱਚ ਜ਼ਿਆਦਾ ਆ ਜਾਣਗੇ, ਤੀਸਰੀ ਗੱਲ ਜਦੋਂ ਇਹ ਪਿਆਰ ਦੀਆਂ ਗੱਲਾਂ, ਮੁਹੱਬਤ ਦੀਆਂ ਗੱਲਾਂ, ਇਸ਼ਕ ਦੀਆਂ ਗੱਲਾਂ ਖੁੱਲ ਕੇ ਕਰੂਗੀ ਤਾਂ ਦੂਸਰੇ ਮਰਦ ਜਿਹੜੇ ਨੇ ਉਹ ਇਹਨੂੰ ਕਿਵੇਂ ਦੇਖਣਗੇ? ਉਹ ਸਾਰੀਆਂ ਗੱਲਾਂ ਜਦੋਂ ਇੱਕ ਉਸਦੇ ਵਿੱਚ ਆਉਂਦੀਆਂ ਤਾਂ ਮਰਦ ਇਨਸਿਕਿਉਰ ਫੀਲ ਕਰਨ ਲੱਗਦਾ। ਦੂਸਰੀ ਇੱਕ ਗੱਲ ਹੋਰ ਵੀ ਹੈ ਕਿ ਇੱਕ ਔਰਤ ਤੇ ਇੱਕ ਮਰਦ ਦੇ ਵਿਚਾਲੇ ਨਾ ਇੱਕ ਹੋਰ ਲਾਈਨ ਹੈ ਕਿ ਇੱਕ ਇਹ ਇੰਨਾ ਤੂੰ ਕਹਿ ਸਕਦੀ ਹੈ, ਤੂੰ ਇੰਨਾ ਨਹੀਂ ਕਹਿ ਸਕਦੀ, ਤੂੰ ਆਹ ਸ਼ਬਦ ਬੋਲ ਸਕਦੀ ਹੈ, ਇਹ ਸ਼ਬਦ ਤੂੰ ਨਹੀਂ ਬੋਲ ਸਕਦੀ। ਇਹ ਮਰਦ ਨੂੰ ਕੁਛ ਵੀ ਸ਼ਬਦ ਕੁਛ ਵੀ ਕਹਿਣੇ ਬੜੇ ਚੰਗੇ ਲੱਗਦੇ ਨੇ, ਉਹ ਤਾਂ ਮਰਦ ਹੈ, ਉਹ ਤਾਂ ਕੁਛ ਵੀ ਕਹਿ ਸਕਦਾ, ਗਾਲ ਦੇ ਸਕਦਾ, ਪਰ ਕੁੜੀ ਦੇ ਮੂੰਹੋਂ ਆਪਾਂ ਗਾਲ ਨਹੀਂ ਸੁਣ ਸਕਦੇ। ਉਹਨੂੰ ਗਾਲ ਦਿੰਦਿਆਂ ਸਾਨੂੰ ਲੱਗਦਾ ਲੈ ਦੇਖ ਕਿਵੇਂ ਮੂੰਹ ਫਟ ਹੋਈ ਹੈ, ਤਾਂ ਅਸੀਂ ਨਾਲ ਦੇ ਨਾਲ ਹੀ ਉਹਦੇ ਤੇ ਫਟਾਫਟ ਇੱਕ ਲਾ ਦਿੰਦੇ ਹਾਂ। ਉਹ ਜਦੋਂ ਹੀ ਔਰਤ ਜਾਗਰੂਕ ਹੁੰਦੀ ਹੈ, ਜਦੋਂ ਹੀ ਔਰਤ ਅਵੇਅਰ ਹੁੰਦੀ ਹੈ ਆਪਣੇ ਹੱਕਾਂ ਦੇ ਪ੍ਰਤੀ, ਪਹਿਲੀ ਗੱਲ ਤਾਂ ਉਹ ਹੱਕ ਆਪਣੇ ਜਿਹੜੇ ਹੈਗੇ ਆਪਣੇ ਹਸਬੈਂਡ ਦੇ ਉੱਤੇ ਰੱਖਣੇ ਸ਼ੁਰੂ ਕਰ ਦਿੰਦੀ ਹੈ, ਕਿਉਂਕਿ ਮੈਨੂੰ ਹੈਗਾ ਇਸ ਚੀਜ਼ ਦਾ ਹੱਕ, ਮੈਂ ਬੋਲ ਸਕਦੀ ਹਾਂ, ਮੈਂ ਕਹਿ ਸਕਦੀ ਹਾਂ। ਜਦੋਂ ਜਾਗਰੂਕ ਹੋ ਜਾਂਦੀ ਹੈ, ਉਸ ਵਕਤ ਦੀ ਗੱਲ ਕਰਦੀ ਹਾਂ। ਵਿਚਾਰੀਆਂ ਦੂਸਰੀਆਂ ਔਰਤਾਂ ਜਿਹੜੀਆਂ ਨਹੀਂ ਜਾਗਰੂਕ ਹੁੰਦੀਆਂ, ਉਹ ਆਉਂ ਚੱਲਦੀਆਂ ਰਹਿੰਦੀਆਂ ਨੇ, ਤਾਂ ਉਹ ਕਿਤੇ ਨਾ ਕਿਤੇ ਇਨਸਿਕਿਉਰ ਫੀਲ ਕਰਨ ਲੱਗ ਜਾਂਦੇ ਆ ਵੀ ਨਹੀਂ, ਇਹਨੇ ਬਾਹਰ ਦੇ ਮਰਦਾਂ ਨਾਲ ਡੀਲ ਕਰਨਾ, ਉਹ ਮਰਦ ਨੂੰ ਕਿਵੇਂ ਰੱਖਣਗੇ, ਜਾਂ ਫਿਰ ਕੋਈ ਇਸ ਨੂੰ ਭਰਮਾਉਣ ਵਾਲਾ ਵੀ। ਕਿਉਂਕਿ ਸਾਡੀਆਂ ਜਿਹੜੀਆਂ ਪਿੱਛੇ ਸਾਹਿਤ ਦੇ ਵਿੱਚ ਐਗਜ਼ਾਮਪਲਸ ਨੇ ਨਾ, ਕੁਝ ਐਂ ਨੇ ਔਰਤ ਮਰਦ ਦੇ ਨਾਲ ਜੁੜੀਆਂ ਹੋਈਆਂ। ਜਦੋਂ ਵੀ ਕੋਈ ਔਰਤ ਕਵਿਤਾ ਲਿਖਦੀ ਹੈ, ਕਹਾਣੀ ਲਿਖਦੀ ਹੈ, ਤਾਂ ਉਹਨੂੰ ਇੱਕ ਮਰਦ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹ ਨਹੀਂ ਇਕੱਲਾ ਕਿ ਇਕੱਲੇ ਮਰਦ ਦੇਖਦੇ ਨੇ। ਔਰ ਜਦੋਂ ਵੀ ਕੋਈ ਔਰਤ ਕਵਿਤਾ ਦੇ ਵਿੱਚ ਆਉਂਦੀ ਆ ਨਾ, ਤਾਂ ਮਰਦਾਂ ਵੱਲੋਂ ਜਿਹੜੀ ਉਹ ਆਉਂਦੀ ਆ ਰਿਕੁਐਸਟ, ਪ੍ਰਪੋਜ਼ਲ ਆਉਂਦੇ ਨੇ ਕਿਉਂਕਿ ਮੈਂ ਤੈਨੂੰ ਸਿਖਾ ਸਕਦਾ ਹਾਂ, ਤਾਂ ਉਹ ਇੱਕ ਵਧੀਆ ਚਾਂਸ ਵੀ ਸਮਝਦੇ ਨੇ ਕਿ ਨਾ ਦਿਸ ਇਜ਼ ਅ ਚਾਂਸ, ਗ੍ਰੈਬ ਦ ਗਰਲ, ਹੈਨਾ। ਤਾਂ ਉਹ ਵੀ ਇੱਕ ਹੈਗੇ ਆ ਕਿ ਉਹ ਉਸ ਤਰੀਕੇ ਨਾਲ ਦੇਖਣਾ ਸ਼ੁਰੂ ਕਰ ਸਕਦੇ ਨੇ, ਕਰਦੇ ਨੇ ਕਿ ਔਰਤ ਹੁਣ ਲਿਖਣ ਲੱਗੀ ਹੈ, ਇਹਨੂੰ ਹੈਲਪ ਦੀ ਲੋੜ ਹੈਗੀ ਹੈ, ਚਲੋ ਜੀ ਹੁਣ ਆਪਾਂ ਆਪਣਾ ਜਿਹੜਾ ਹੈਲਪ ਵਾਲਾ ਝੰਡਾ ਉਹ ਅੱਗੇ ਲੈ ਕੇ ਚੱਲੀਏ ਤੇ ਇਹਦੇ ਪਿੱਛੇ ਜੋ ਵੀ ਮਰਜ਼ੀ ਕਰਦੇ ਰਹੇਗੀ। ਇਸ ਤਰੀਕੇ ਦੇ ਨਾਲ ਔਰਤ ਸੋਹਣੀ ਹੋਵੇ ਤਾਂ, ਜੇ ਔਰਤ ਸੋਹਣੀ ਹੋਵੇ ਤਾਂ ਫਿਰ ਬਹੁਤ ਜ਼ਿਆਦਾ। ਜੀ ਆਪਣੇ ਕੋਲੇ ਵਕਤ ਬਹੁਤ ਘੱਟ ਹੈ। ਮੈਂ ਇੱਕ ਛੋਟਾ ਸਵਾਲ ਤੁਹਾਡੇ ਤਿੰਨਾਂ ਤੋਂ ਲੈਣਾ ਚਾਹੂੰਗਾ। ਡਾਕਟਰ ਸਰਬਜੀਤ ਸੋਲ ਮੈਮ, ਤੁਸੀਂ ਮੈਨੂੰ ਇਸ ਸਵਾਲ ਦਾ ਜਵਾਬ ਦਿਓ ਕਿ ਔਰਤ ਦੀ ਆਜ਼ਾਦੀ ਮਰਦ ਦੀ ਆਜ਼ਾਦੀ ਤੇ ਪਾਬੰਦੀ ਹੁੰਦੀ ਹੈ? ਆਮ ਤੌਰ ਤੇ ਔਰਤ ਦੀ ਆਜ਼ਾਦੀ ਨੂੰ ਮਰਦ ਦੀ ਆਜ਼ਾਦੀ ਦੇ ਵਿਰੋਧ ਦੇਖਿਆ ਜਾਂਦਾ ਹੈ। ਮਰਦ ਨੂੰ ਕਿਤੇ ਫੀਲ ਹੁੰਦਾ ਹੈ ਕਿ ਇਹ ਸਾਡੀ ਆਜ਼ਾਦੀ ਤੇ ਕੱਟ ਲਾ ਕੇ ਔਰਤ ਆਜ਼ਾਦ ਹੋ ਰਹੀ ਹੈ। ਕੀ ਇਹਦੇ ਵਿੱਚ ਬੈਲੈਂਸ ਹੈ ਜਾਂ ਵਿਰੋਧ ਹੈ? ਬਹੁਤ ਸੰਖੇਪ ਜਵਾਬ। ਡਾਕਟਰ ਸਾਹਿਬ, ਪਰਸਨ ਟੂ ਪਰਸਨ ਵੇਰੀ ਕਰਦਾ ਹੈ। ਕਈ ਥਾਵਾਂ ਦੇ ਉੱਤੇ ਜਿਹੜਾ ਸਹਿ ਹੋਂਦ ਵਾਲਾ ਜਿਹੜਾ ਪਰਿਵਾਰਕ ਰਿਸ਼ਤਾ ਹੁੰਦਾ ਆ, ਜੇਕਰ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇਵਾਂ ਤਾਂ ਮੈਨੂੰ ਇਹੋ ਜਿਹੀ ਕੋਈ ਬੰਦਿਸ਼ ਨਹੀਂ ਆ। ਮੈਂ ਕੋਈ ਵੀ ਕਵਿਤਾ ਲਿਖਦੀ ਆ, ਮੈਨੂੰ ਕੋਈ ਸਮੱਸਿਆ ਨਹੀਂ ਆਉਂਦੀ। ਮੇਰੀ ਸੋਚ ਦੇ ਵਿੱਚ, ਮੇਰੇ ਪਰਿਵਾਰ 'ਚ ਮੇਰਾ ਭਰਾ, ਮੇਰੇ ਹਸਬੈਂਡ, ਬੱਚੇ ਕਦੇ ਕੁਛ ਨਹੀਂ ਕਹਿੰਦੇ ਕਿਸੇ ਵੀ ਗੱਲ ਲਈ। ਬਲਕਿ ਹੁਣ ਮੈਂ ਜਿਹੜੀਆਂ ਕਹਾਣੀਆਂ ਲਿਖੀਆਂ ਨੇ ਉਹ ਵੀ ਸੈਕਸੁਅਲਿਟੀ ਬਾਰੇ ਕਹਾਣੀਆਂ ਨੇ, ਅਜੇ ਉਹ ਛਪੀਆਂ ਨਹੀਂ ਆ।
ਸੋ ਉਹਦੇ ਵਿੱਚ ਵੀ ਬੜੀਆਂ ਵੱਖਰੀਆਂ ਜਿਹੀਆਂ ਗੱਲਾਂ ਨੇ, ਕ੍ਰਾਈਮ ਸਟੋਰੀਜ਼ ਵੀ ਮੈਂ ਲਿਖੀਆਂ। ਸੋ ਇਦਾਂ ਦਾ ਕੁਝ ਨਹੀਂ ਹੈ, ਸਿਰਫ ਸਾਨੂੰ ਆਪਣੇ ਆਪ ਤੋਂ ਉੱਪਰ ਉੱਠਣਾ। ਅੱਧੇ ਕੁ ਤਾਂ ਸ਼ੰਕੇ ਸਾਡੇ ਆਪਦੇ ਮਨ ਦੇ ਵਿੱਚ ਹੀ ਹੁੰਦੇ ਆ, ਹਾਏ ਉਹ ਕੀ ਕਹੂਗਾ, ਹਾਏ ਇਹਨੂੰ ਇਹ ਕੀ ਸੋਚੂਗਾ। ਉਹ ਕੋਈ ਕੀ ਸੋਚਦਾ ਪਹਿਲਾਂ ਤਾਂ ਉਹਦੇ ਚੋਂ ਬਾਹਰ ਨਿਕਲਣਾ ਪਊਗਾ। ਦੂਸਰਾ, ਸਾਨੂੰ ਕੋਈ ਸਰਟੀਫਿਕੇਟ ਹੀ ਲੈਣਾ ਅਸੀਂ ਕਿਸੇ ਤੋਂ ਕਿ ਜੀ ਇਹਦਾ ਕਰੈਕਟਰ ਏਦਾਂ ਦਾ, ਉਹ ਉਹਨਾਂ ਨੇ ਬੋਲਣਾ ਹੀ ਹੁੰਦਾ, ਉਹਨਾਂ ਨੇ ਬੋਲੀ ਹੀ ਜਾਣਾ, ਭਾਵੇਂ ਤੁਸੀਂ ਕਿੰਨੇ ਆਪਣੇ ਆਪ ਦੇ ਵਿੱਚ ਰਹੋ। ਇਹ ਸਿਰਫ ਜਿਹੜੀ ਆਨਸਰੇਬਿਲਿਟੀ ਹੈ ਉਹ ਆਪਣੇ ਪਰਿਵਾਰ 'ਚ ਹੁੰਦੀ ਆ, ਔਰ ਔਰਤ ਦੀ ਆਪਣੇ ਪ੍ਰਤੀ ਵੀ ਹੁੰਦੀ ਆ। ਮੈਨੂੰ ਪਤਾ ਹੈ ਕਿ ਮੇਰੀਆਂ ਕਿੱਥੋਂ ਤੱਕ ਹੈਗੀਆਂ, ਕਿਉਂਕਿ ਪਰਿਵਾਰ, ਰਿਸ਼ਤੇ ਬਚਾਉਣੇ ਸਾਂਭਣੇ ਵੀ ਜ਼ਰੂਰੀ ਨੇ। ਇਸ ਤੋਂ ਬਿਨਾਂ ਵੀ ਔਰਤ ਜਿਉ ਨਹੀਂ ਸਕਦੀ, ਕਿਉਂਕਿ ਇਹ ਇਮੋਸ਼ਨਲ ਆ। ਬਹੁਤ ਵੱਡੀ ਗੱਲ ਕੀਤੀ ਹੈ ਮੈਮ ਤੁਸੀਂ। ਇਹ ਜਿਹੜੀ ਲਾਸਟ ਗੱਲ ਕੀਤੀ, ਮੈਂ ਥੋੜਾ ਜਿਹਾ ਆਪਣੇ ਕੋਲ ਸਮਾਂ ਵਕਤ ਘੱਟ ਹੈ, ਔਰਤ ਦੇ ਐਸੇ ਜ਼ਿੰਮੇਵਾਰੀ ਆਉਂਦੀ ਹੈ ਕਿ ਉਹਨੇ ਪਰਿਵਾਰ ਨੂੰ ਬਚਾਉਣਾ। ਹੈ ਬਹੁਤ ਖੂਬਸੂਰਤ ਗੱਲ ਹੈ। ਨਿਕਤਾ ਕੀ ਮਾਡਰਨ ਹੋਣ ਦੀ ਪਰਿਭਾਸ਼ਾ ਆਪਣੀ ਸੂਰਤ ਨੂੰ ਸਿੰਗਾਰਨ ਤੱਕ ਹੈ, ਜਾਂ ਪਹਿਰਾਵੇ ਦੀ ਆਜ਼ਾਦੀ ਤੱਕ ਹੈ, ਜਾਂ ਮਾਡਰਨ ਹੋਣਾ ਔਰਤ ਲਈ ਇਸ ਤੋਂ ਕਿਤੇ ਅੱਗੇ ਦੀ ਗੱਲ ਹੈ? ਥੋੜਾ ਜਿਹਾ ਸੰਖੇਪ ਚ ਕੀ ਟਿੱਪਣੀ ਕਰੋਗੇ? ਸੰਖੇਪ ਚ ਇਹੀ ਕਿ ਸਿਰਫ ਸੂਰਤ ਦੀ ਗੱਲ ਨਹੀਂ, ਸੀਰਤ ਦੀ ਗੱਲ ਵੀ ਹੈ। ਮਾਡਰਨ ਹੋਣ ਦਾ ਮੈਨੂੰ ਮਤਲਬ ਲੱਗਦਾ ਹੈ ਅਗਾਂਹ ਵਧੂ ਹੋਣਾ ਉਹਦਾ ਮਤਲਬ ਹੈ। ਉਹਦਾ ਮਤਲਬ ਦੁਬਾਰਾ ਡਿਫਾਈਨ ਕਰਨ ਦੀ, ਉਹਨੂੰ ਦੁਬਾਰਾ ਪਰਿਭਾਸ਼ਿਤ ਕਰਨ ਦੀ ਲੋੜ ਹੈ। ਉਹਦੇ ਵਿੱਚ ਸਿਰਫ ਆਪਣੀ ਆਜ਼ਾਦੀ ਲਈ ਲੜਨਾ ਨਹੀਂ, ਔਰਤ ਨੇ ਆਪਣੀ ਆਜ਼ਾਦੀ ਤੋਂ ਦੂਸਰੇ ਜਿਹੜੇ ਗੁਲਾਮ ਤਬਕੇ ਨੇ ਉਹਨਾਂ ਤੱਕ ਫਾਸਲਾ ਜਿਹੜਾ ਉਹ ਵੀ ਤੈਅ ਕਰਨਾ। ਉਹ ਫਾਸਲਾ ਤੈਅ ਕਰ ਪਾਉਣਾ ਮੈਨੂੰ ਲੱਗਦਾ ਹੈ ਉਹ ਬਹੁਤ ਜ਼ਰੂਰੀ ਹੈ। ਇਸੇ ਕਰਕੇ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਤਾਂ ਨਾਰੀ ਸਰੋਕਾਰ, ਜਿਵੇਂ ਸਰਬਜੀਤ ਮੈਮ ਵੀ, ਜਸਕਮਲ ਮੈਮ ਵੀ ਸਾਰੇ ਹੀ ਗੱਲ ਕਰ ਰਹੇ ਸੀ ਕਿ ਨਾਰੀ ਸਰੋਕਾਰ ਦਾ ਮਤਲਬ ਹੀ ਸਮੁੱਚੇ ਸਮਾਜ ਦੇ ਸਰੋਕਾਰਾਂ ਨਾਲ ਹੈ, ਸਿਰਫ ਨਾਰੀ ਸਰੋਕਾਰ ਨਹੀਂ ਹੋ ਸਕਦਾ। ਤੇ ਮੈਨੂੰ ਲੱਗਦਾ ਹੈ ਉਹ ਅਸੀਂ ਇੱਕ ਇਨਕਲੂਸਿਵ ਹੋ ਕੇ, ਅਗਾਂਹ ਵਧੂ ਹੋ ਕੇ ਉਸ ਡਾਇਰੈਕਸ਼ਨ 'ਚ ਵੱਧ ਸਕਦੇ ਹਾਂ। ਤੇ ਉਸ ਨੂੰ ਅਸੀਂ ਇਫ ਨਾਟ ਮਾਡਰਨ, ਕਿਉਂਕਿ ਮਾਡਰਨ ਨਾਲ ਬਹੁਤ ਤਰ੍ਹਾਂ ਦੀਆਂ ਐਸੋਸੀਏਸ਼ਨਸ ਜੁੜੀਆਂ ਹੋਈਆਂ ਨੇ, ਪ੍ਰੋਗਰੈਸਿਵ ਕਹਿ ਸਕਦੇ ਹਾਂ, ਪ੍ਰੋਗਰੈਸਿਵ ਹੋਣਾ ਹੋ ਸਕਦਾ। ਜੀ ਜੀ। ਡਾਕਟਰ ਜਸਮਲਕੀਤ, ਕੀ ਔਰਤ ਮਰਦ ਦੀ ਬਾਹ ਫੜ ਕੇ ਉਹਦੇ ਨਾਲ ਤੁਰ ਕੇ ਮਾਡਰਨ ਹੋਊਗੀ, ਜਾਂ ਮਰਦ ਨੂੰ ਰੱਦ ਕਰਕੇ ਮਾਡਰਨ ਹੋਊਗੀ? ਨਹੀਂ ਜੀ, ਬਰਾਬਰ ਚੱਲ ਕੇ। ਨਾ ਉਹ ਅੱਗੇ ਹੋਵੇ ਨਾ ਉਹ ਅੱਗੇ ਹੋਵੇ। ਜਦੋਂ ਬਰਾਬਰ ਚੱਲਣਗੇ ਤਾਂ ਜ਼ਿਆਦਾ ਤਰੀਕੇ ਨਾਲ ਬਹੁਤ ਸੋਹਣਾ ਸਮਾਜ ਸਿਰਜਿਆ ਜਾ ਸਕਦਾ ਹੈ। ਇੱਕ ਵੀ ਪਿੱਛੇ ਰਹਿ ਗਿਆ ਤਾਂ ਫਿਰ ਇੰਬੈਲੈਂਸ ਤਾਂ ਹੋਣਾ ਹੀ ਆ, ਤੇ ਇੰਬੈਲੈਂਸ ਹਮੇਸ਼ਾ ਬੁਰਾ ਹੁੰਦਾ ਹੈ। ਇੰਬੈਲੈਂਸ ਜਿਹੜਾ ਹੈਗਾ ਕੁਦਰਤ ਫਿਰ ਉਸਦਾ ਇੱਕ ਅਲੱਗ ਤਰੀਕੇ ਨਾਲ ਤੁਹਾਡੇ ਤੋਂ ਬਦਲਾ ਲੈਂਦੀ ਹੈ। ਮੈਂ ਕਹਿਣਾ ਚਾਹੂੰਗੀ ਇੱਕ ਲਾਸਟ ਤੇ ਇੱਕ ਗੱਲ ਮੈਂ ਕਹਿਣਾ ਚਾਹੂੰਗੀ ਕਿ ਇੱਕ ਵਾਰੀ ਇੱਕ ਸਮਾਜ ਸੇਵੀ ਸਵਾਮੀ ਵਿਵੇਕਾਨੰਦ ਨੂੰ ਮਿਲਣ ਗਈ। ਉਹ ਕਹਿੰਦੇ ਜੀ ਔਰਤਾਂ ਬਾਰੇ ਤੁਸੀਂ ਬਹੁਤ ਸੋਹਣਾ ਕੁਝ ਕਰ ਰਹੇ ਹੋ, ਤੇ ਤੁਸੀਂ ਮੈਨੂੰ ਵੀ ਦੱਸੋ, ਮੈਂ ਵੀ ਕੁਝ ਕਰਨਾ ਚਾਹੁੰਦਾ, ਔਰਤਾਂ ਦੀ ਹਾਲਤ ਸੁਧਾਰਨਾ ਚਾਹੁੰਦਾ। ਉਹ ਕਹਿੰਦੇ ਬਸ ਉਹਨਾਂ ਤੋਂ ਦੂਰ ਰਹਿ। ਉਹ ਕਹਿੰਦੇ ਕੀ ਮਤਲਬ? ਕਹਿੰਦੇ ਔਰਤ ਦੀ ਹਾਲਤ ਸੁਧਾਰਨ ਲਈ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਸਿਰਫ ਕੀ ਕਰੋ, ਉਹਨਾਂ ਨੂੰ ਆਜ਼ਾਦੀ ਦੇ ਦਿਓ, ਉਹ ਆਪੇ ਜੋ ਜ਼ਰੂਰੀ ਹੈ ਆਪੇ ਕਰ ਲੈਣਗੀਆਂ। ਔਰਤ ਵਿੱਚ ਇਸ ਖਮਤਾ ਹੈਗੀ ਹੈ, ਕੋਈ ਸ਼ੱਕ ਨਹੀਂ ਹੈ। ਪਰ ਅਸੀਂ ਜਿਹੜੇ ਆਜ਼ਾਦੀ ਉਹਨੂੰ ਦਬਾਇਆ ਕਿੱਥੇ ਹੈ? ਸਭ ਤੋਂ ਪਹਿਲਾਂ ਤਾਂ ਉਹਦੇ ਕੱਪੜੇ ਸਿਆ ਕੇ ਉੱਥੇ ਖੜ ਜਾਂਦੇ ਆ। ਸਾਡੀ ਵੀ ਸੋਚ ਉੱਥੇ ਖੜੀ ਆ, ਅਸੀਂ ਉੱਥੇ ਖੜ ਜਾਂਦੇ ਆ, ਤੇ ਕੁੜੀ ਨੂੰ ਵੀ ਉੱਥੇ ਖੜਾ ਲੈਂਦੇ ਆ। ਉਹਨੂੰ ਉਸ ਤੋਂ ਉੱਪਰ ਸੋਚਣ ਹੀ ਨਹੀਂ ਦਿੰਦੇ। ਉਹਨੂੰ ਇਸ ਬੰਧਨ ਤੋਂ ਮੁਕਤ ਕਰੋ, ਕੱਪੜਿਆਂ ਦੇ ਬੰਧਨ ਤੋਂ, ਉਹਨੂੰ ਆਪਣੀ ਚੋਇਸ ਦੇ ਕੱਪੜੇ ਪਾਉਣ ਦਿਓ, ਤਾਂ ਫਿਰ ਉਹ ਅੱਗੇ ਕੁਝ ਸੋਚ ਸਕੇ। ਆਪਣੀ ਜਿਹੜੀ ਸੋਚ ਹੈ ਹੋਰ ਸੂਰਤ ਨਾਲੋਂ ਜ਼ਿਆਦਾ ਸੀਰਤ ਨੂੰ ਜਿਹੜੀ ਹੈਗੀ ਆ ਉਹ ਆਪਣੀ ਹੋਰ ਡਿਵੈਲਪ ਕਰ ਸਕੇ। ਸੋ ਮੇਰੀ ਆਖਰ ਤੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉੱਥੇ ਆਪਾਂ ਆਏ ਆ ਕਿ ਇੱਕ ਹੋ ਗਿਆ ਪੈਂਚਰ ਐਕਸੀਡੈਂਟ ਯਕੀਨੀ ਹੈ, ਜੇ ਪੈਂਚਰ ਮਰਦ ਹੋ ਗਿਆ ਐਕਸੀਡੈਂਟ ਤਾਂ ਵੀ ਹੋਣਾ ਹੈ, ਜੇ ਪੈਂਚਰ ਔਰਤ ਹੈ ਤਾਂ ਐਕਸੀਡੈਂਟ ਤਾਂ ਵੀ ਹੋ ਰਿਹਾ ਹੈ। ਦੋਨੇ ਪਹੀਏ ਇਕਸਾਰ ਹੋਣ, ਫੇਰ ਹੀ ਗੱਡੀ ਸਮੂਥਲੀ ਚੱਲੂਗੀ। ਆਡੀਅנס ਦੇ ਵਿੱਚੋਂ ਕੋਈ ਸਵਾਲ ਅਸੀਂ ਇੱਕ ਦੋ ਲਵਾਂਗੇ, ਕੋਈ ਨਹੀਂ 5 ਮਿੰਟਾਂ 'ਚ ਅਸੀਂ ਵੱਧ ਲਾਵਾਂਗੇ। ਔਰਤਾਂ ਦਾ ਉਲੰਭਾ ਨਾ ਰਹੇ ਕਿ ਸਾਨੂੰ ਸਮਾਂ ਘੱਟ ਦਿੱਤਾ ਹੈ। ਕੋਈ ਸਵਾਲ? ਬਮਲਜੀਤ ਮੈਡਮ ਤੋਂ ਅਸੀਂ ਸਵਾਲ ਲੈਣਾ ਚਾਹਾਂਗੇ, ਪਹਿਲਾਂ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਜੀ। ਬਮਲ ਮੈਡਮ, ਤੁਸੀਂ ਮਾਈਕ ਆਪਣਾ ਔਨ ਕਰ ਲਓ। ਜੀ ਬੋਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਔਰਤ ਜਿਹੜੀ ਹੈ ਨਾ, ਇਹ ਮਰਦ ਪ੍ਰਧਾਨ ਸਮਾਜ ਵਿੱਚ ਸਦੀਆਂ ਤੋਂ ਹੀ ਪਿੱਛੇ ਰਹੀ ਹੈ ਜੀ। ਤੇ ਹੁਣ ਉਹ ਜਦੋਂ ਜਾਗਰੂਕ ਹੋਈ ਤਾਂ ਬਹੁਤੇ ਸਮਾਜ ਦੇ ਬਹੁਤੇ ਹਿੱਸੇ ਤੋਂ ਉਹ ਬਰਦਾਸ਼ਤ ਨਹੀਂ ਹੋ ਰਿਹਾ। ਜੀ, ਭਾਵੇਂ ਉਹ ਪਿਤਾ ਦੇ ਰੂਪ ਚ, ਭਾਵੇਂ ਪੁੱਤਰ ਦੇ ਰੂਪ ਵਿੱਚ, ਭਾਵੇਂ ਗੁਆਂਢੀ ਦੇ ਰੂਪ ਵਿੱਚ। ਜੀ, ਮੈਂ ਤਾਂ ਸਮਾਜ ਵਿੱਚ ਇਹੀ ਵਰਤਾਰਾ ਦੇਖ ਰਹੀ ਹਾਂ, ਜਿੰਨਾ ਵੀ ਦੇਖ ਰਹੀ ਹਾਂ। ਠੀਕ ਹੈ ਗੱਲ ਬਿਲਕੁਲ ਤੁਹਾਡੀ। ਜੀ ਜੀ ਜੀ। ਬਮਲ ਮੈਡਮ ਨੇ ਪ੍ਰੋਫੈਸਰ ਔਲਖ ਜਸਮਲਕੀਤ ਜੀ, ਸੋਲ ਬਹੁਤ ਲੰਮਾ ਰੋਲ ਕੀਤਾ ਇਹਨਾਂ ਨੇ, ਬਹੁਤ ਬਲੰਟ ਭੂਮਿਕਾਵਾਂ ਵੀ ਅਦਾ ਕੀਤੀਆਂ ਨੇ, ਬਹੁਤ ਅੱਛੇ ਆਰਟਿਸਟ ਹੈ ਥੀਏਟਰ ਦੇ। ਤੇ ਚਲੋ ਇਹਨਾਂ ਦੇ ਕਮੈਂਟ ਤੋਂ ਬਾਅਦ ਹੋਰ ਕੋਈ ਕਮੈਂਟ, ਕਿਉਂਕਿ ਪਲੀਜ਼ ਕੁਝ ਕਹਿਣਾ ਚਾਹੁੰਦਾ ਤਾਂ, ਕਿਉਂਕਿ ਵਕਤ ਬਹੁਤ ਘੱਟ ਹੈ।
ਡਾਕਟਰ ਸਾਹਿਬ ਵਕਤ ਨੂੰ ਨਾ ਬੰਦ ਕਰੋ, ਮੇਰੇ ਕੋਲੇ ਕੁਝ ਨਾਮ ਨੇ ਜਿਹੜੇ ਅੱਗੇ ਉਹ ਹੈਗੇ ਆ। ਨਾ ਪੜਾਂਗੇ ਜੀ ਆਪਾਂ, ਨਾ ਬਹੁਤ ਪੜਾਂਗੇ ਘੱਟ ਪਰ ਕੋਈ ਤੁਹਾਡੇ ਵਿਊਅਰਸ 30 ਆਪਾਂ ਦਿਨਾਂ ਦੇ ਪ੍ਰੋਗਰਾਮ ਚੋਂ ਅੱਜ ਪਹਿਲਾ ਦਿਨ ਆਇਆ, 14ਵੇਂ ਦਿਨ ਔਰਤ ਦੇ ਹਿੱਸੇ। ਸੋ ਇਹਨੂੰ ਅਜੇ ਪਹਿਲਾਂ ਕੁਝ ਸਵਾਲ ਲੈ ਨਾਮ ਲਈਏ, ਆਪਾਂ ਨਾਮ ਹੀ ਪੜਾਂਗੇ ਆਪਾਂ ਜੀ। ਸਵਾਲ ਆਪਾਂ ਪਹਿਲਾਂ ਲੈ ਲਈਏ, ਮੈਂ ਚਾਹੁੰਦਾ ਕਿ ਇੱਕ ਦੋ ਸਵਾਲ ਹੋਰ ਜੀ 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 ਹਾਂਜੀ ਹਾਂਜੀ ਪਲੀਜ਼। ਜਿਹੜੇ ਬੋਲਣਾ ਚਾਹੁੰਦਾ ਕੋਈ ਆਪਣਾ ਮਾਈਕ ਖੋਲ ਲਓ, ਅਨਮਿਊਟ ਕਰ ਲਓ ਤੇ ਸਵਾਲ ਤੁਸੀਂ ਕਰ ਸਕਦੇ ਹੋ। ਰਣਜੀਤ ਕੌਰ ਬਾਜਵਾ ਬਹੁਤ ਲੰਮੇ ਸਮੇਂ ਤੋਂ ਆਪਣੇ ਨਾਲ ਜੁੜੇ ਹੋਏ ਨੇ, ਇਹਨਾਂ ਨੂੰ ਜੇ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਉਪਰਾਲਾ ਆ ਮੈਮ, ਬਹੁਤ ਵਧੀਆ। ਅਤੇ ਅੱਜ ਜਿਹੜਾ ਤੁਸੀਂ ਔਰਤਾਂ ਲਈ ਸ਼ੁਰੂ ਕੀਤਾ ਹੈ ਤਾਂ ਹੋਰ ਵੀ ਵਧੀਆ। ਮੈਂ ਤਾਂ ਕਹਿੰਦੀ 2-4 ਸੈਮੀਨਾਰ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਜਿਹਦੇ ਵਿੱਚ ਕਿ ਇੰਨੀਆਂ ਸਾਰਥਕ ਪ੍ਰੋਬਲਮਸ ਜਿਹੜੀਆਂ ਨੇ ਡਿਸਕਸ ਕੀਤੀਆਂ, ਔਰ ਬੜਾ ਵਧੀਆ ਇੱਕ ਕਹਿ ਲਓ ਕਿ ਮੈਮ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਜਾਂ ਦੂਸਰੇ ਮੈਮ ਜਿਹੜੇ ਨਿਤਿਕਾ ਮੈਮ ਨੇ ਉਹਨਾਂ ਦੀਆਂ ਵੀ ਬੜੀਆਂ ਵਧੀਆ, ਸੋ ਮੈਮ ਦੀਆਂ ਤੇ ਅਸੀਂ ਪਹਿਲਾਂ ਵੀ ਸੁਣ ਰਹੇ, ਬਹੁਤ ਵਧੀਆ ਔਰ ਬੜਾ ਵਧੀਆ ਕੁਝ ਸਿੱਖਣ ਲਈ ਮਿਲਿਆ। ਅਤੇ ਇਹ ਹੋਰ ਵੀ ਲੰਬਾ ਹੋਣਾ ਚਾਹੀਦਾ ਪ੍ਰੋਗਰਾਮ। ਜਿਹੜੀਆਂ ਪ੍ਰੋਬਲਮਸ ਲੇਡੀਜ਼ ਦੀਆਂ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਅੱਜ, ਤੇ ਜੈਨੂਅਨ ਨੇ, ਹਰ ਇੱਕ ਨੂੰ ਇਹ ਫੇਸ ਕਰਨੀਆਂ ਪੈਂਦੀਆਂ ਨੇ, ਚਾਹੇ ਉਹ ਬੋਲੇ ਜਾਂ ਨਾ ਬੋਲੇ। ਇਹ ਸਾਰਥਕ ਗੱਲਾਂ ਨੇ ਸਾਰੀਆਂ, ਔਰ ਬਹੁਤ ਵਧੀਆ ਵਿਚਾਰ ਚਰਚਾ ਹੈ। ਮੈਂ ਤਾਂ ਕਹਿੰਦੀ ਏਦਾਂ ਹੀ ਕੰਟੀਨਿਊ ਹੋਣਾ ਚਾਹੀਦਾ ਤੇ ਵੱਧ ਤੋਂ ਵੱਧ ਅਸੀਂ ਲੇਡੀਜ਼ ਨੂੰ ਨਾਲ ਜੋੜ ਸਕਦੇ ਹਾਂ। ਤੇ ਮੈਂ ਤੇ ਕਾਫੀ ਮੈਸੇਜ ਕਨਵੇ ਕੀਤਾ ਸੀ ਬਹੁਤ ਸਾਰੇ ਨਵੇਂ ਆਪਣੇ ਨਾਲ ਜੋੜਨ ਵਾਸਤੇ। ਅੱਗੋਂ ਹੁਣ ਹੌਲੀ ਹੌਲੀ ਵੇਖੋ। ਕੋਈ ਗੱਲ ਨਹੀਂ, ਕੋਈ ਗੱਲ। ਬਹੁਤ ਸਾਰੇ ਜੁੜਨਗੇ, ਫੇਸਬੁੱਕ ਤੇ ਬਹੁਤ ਸਾਰੇ ਜੁੜੇ ਹੋਏ ਨੇ, ਦੇਖ ਰਹੇ ਨੇ। ਹੋਰ ਸਵਾਲ ਜੇ ਕੋਈ ਕਰਨਾ ਚਾਹੁੰਦਾ ਪਲੀਜ਼। ਦੀ ਗੱਲ ਮੈਂ ਕਹਿਣੀ ਚਾਹਾਂ ਜੀ ਜੀ ਅਮਰ ਜੀ। ਔਰਤ ਨੂੰ ਸਿੱਖਣ ਦੇ ਵਿੱਚ ਯੋਗਦਾਨ ਹੈ ਕਿ ਸ਼ਰਫ ਮਾਰਦੀ ਇਹਦੇ ਲਈ ਜ਼ਿੰਮੇਵਾਰ। ਤੁਹਾਡੀ ਆਵਾਜ਼ ਕਲੀਅਰ ਨਹੀਂ ਹੋਈ, ਦੁਬਾਰੇ ਬੋਲੋਗੇ ਪਲੀਜ਼। ਮੈਂ ਕਹਿਣਾ ਚਾਹੁੰਦਾ ਸੀਗਾ ਕਿ ਤੁਹਾਡਾ ਕਨੈਕਸ਼ਨ ਵੀਕ ਹੈ, ਤੁਹਾਡੀ ਆਵਾਜ਼ ਨਹੀਂ ਸਾਨੂੰ ਸੁਣਾਈ ਦੇ ਰਹੀ। ਹਾਂਜੀ, ਕੋਈ ਹੋਰ ਸਵਾਲ ਜੇ ਕੋਈ ਪਲੀਜ਼ ਕਰਨਾ ਚਾਹੁੰਦਾ ਹੈ। ਕੋਲੀਆ ਸਾਹਿਬ, ਇਹਨਾਂ ਦਾ ਕੋਈ ਨੈਟਵਰਕ ਪ੍ਰੋਬਲਮ ਹੈ, ਇਸ ਕਰਕੇ ਨਾਲ ਸਵਾਲ ਸਾਡੇ ਕੋਲੇ ਆ ਨਹੀਂ ਰਿਹਾ ਹੈਗਾ ਜੀ। ਕੋਈ ਹੋਰ ਦੋਸਤ? ਹੈਲੋ ਸਰ ਜੀ ਬੋਲੋ ਜੀ। ਰਾਮ ਸਿੰਘ ਜੀ ਬੋਲੋ। ਹੈਲੋ ਹਾਂਜੀ ਹੈਲੋ ਜੀ ਜੀ ਸੁਣ ਰਹੀ ਹੈ ਆਵਾਜ਼। ਜੀ ਜੀ ਬੋਲੋ। ਬੋਲੋ ਜੀ ਪਲੀਜ਼, ਅਸੀਂ ਸੁਣ ਰਹੇ ਹਾਂ ਤੁਹਾਡੀ ਆਵਾਜ਼। ਨਹੀਂ ਆ ਰਹੀ ਡਾਕਟਰ ਸਾਹਿਬ। ਇੱਕ ਸੁਜੈਸ਼ਨ ਹੈ ਕਿ ਆਪਣੇ ਚੈਟ 'ਚ ਵੀ ਕੁਝ ਕੁਐਸਚਨ ਆਏ ਹੋਏ ਨੇ, ਅਸੀਂ ਉੱਥੋਂ ਵੀ ਪਿਕ ਕਰ ਸਕਦੇ ਹਾਂ ਤੇ ਚੈਟ 'ਚ ਟਾਈਪ ਕਰ ਸਕਦੇ ਨੇ, ਕਿਉਂਕਿ ਕਨੈਕਸ਼ਨ ਦੀ ਪ੍ਰੋਬਲਮ ਆ ਰਹੀ ਹੈ ਕਾਫੀ ਲੋਕਾਂ ਦੀ। ਜੀ ਜੀ ਜੀ। ਹੈਲੋ ਹਾਂਜੀ ਹਾਂਜੀ ਬੋਲੋ ਜੀ ਬੋਲੋ। ਬੋਲੋ ਪਲੀਜ਼। ਹੈਲੋ ਹਾਂਜੀ 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 ਮੈਂ ਬੋਲ ਰਿਹਾ ਸਰ ਜੀ। ਮੈਂ ਵੈਸੇ ਮਜ਼ਾਕੀਆ ਲਹਿਜੇ 'ਚ ਇੱਕ ਸਵਾਲ ਮੇਰਾ ਹੈਗਾ ਜੀ ਕਿ ਘਰੇਲੂ ਹਿੰਸਾ ਤੋਂ ਅੱਜ ਕੱਲ੍ਹ ਮੁਨਕਰ ਨਹੀਂ ਹੋਇਆ ਜਾ ਸਕਦਾ ਅੱਜ ਦੇ ਟਾਈਮ ਦੇ ਵਿੱਚ। ਅਸੀਂ ਨਹੀਂ ਮੁਨਕਰ ਹੁੰਦੇ, ਬਟ ਔਰਤਾਂ ਦੇ ਪੱਖ ਤੋਂ ਇਹਦਾ ਕੀ ਆਯੁਰਵੈਦਿਕ ਇਲਾਜ ਹੈ, ਕੀ ਨੁਕਤੇ ਹੈ, ਜਿਵੇਂ ਆਪਾਂ ਡਾਕਟਰ ਸਾਹਿਬ ਤੋਂ ਪੁੱਛਦੇ ਹਾਂ ਰੂਟੀਨ ਦੇ ਵਿੱਚ ਕਿ ਕਰੋਨਾ ਤੋਂ ਕਿਵੇਂ ਬਚਿਆ ਜਾ ਸਕਦਾ ਤਾਂ ਘਰੇਲੂ ਹਿੰਸਾ ਤੋਂ ਕਿਵੇਂ ਬਚ ਸਕਦੇ ਹਾਂ। ਸੰਖੇਪ ਦੇ ਵਿੱਚ ਕੀ ਇੱਕ ਦੋ ਨੁਕਤੇ ਆ ਜੀ ਇਹਦੇ? ਹਾਂ ਜੀ ਨਿਕਤਾ ਕੁਝ ਬੋਲਣਾ ਚਾਹੋਗੇ? ਇਹ ਤਾਂ ਬਚਣ ਦੇ ਕੀ ਤਰੀਕੇ ਨੇ? ਆਈ ਮੀਨ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਸੌਖੇ ਇਸ ਤਰ੍ਹਾਂ ਦੇ ਨੁਸਖੇ, ਕਿਉਂਕਿ ਘਰੇਲੂ ਹਿੰਸਾ 'ਚ ਬਚਣ ਦਾ ਜਿਹੜਾ ਸਵਾਲ ਹੈ ਉਹ ਤਾਂ ਆ ਸਕਦਾ ਜੇ ਕਿਸੇ ਨੂੰ ਇਹ ਲੱਗੇ ਕਿ ਘਰੇਲੂ ਹਿੰਸਾ ਔਰਤ ਦੇ ਕਾਰਨ ਹੋ ਰਹੀ ਹੈ ਜਾਂ ਜਿਹਦੇ ਉੱਤੇ ਹੋ ਰਹੀ ਹੈ ਉਹਦਾ ਕੋਈ ਰੋਲ ਹੈ ਉਸ ਹਿੰਸਾ ਵਿੱਚ। ਉਹਦਾ ਤਾਂ ਕੋਈ ਰੋਲ ਨਹੀਂ ਹੈ, ਤਾਂ ਕਰਨ ਵਾਲੇ ਦਾ ਤੇ ਉਹਦੇ ਉੱਤੇ ਜ਼ਿੰਮੇਵਾਰੀ ਹੈ। ਉਹਨੂੰ ਕਿਵੇਂ ਰੋਕਿਆ ਜਾ ਸਕਦਾ? ਮਤਲਬ ਤੁਹਾਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ ਕੀ ਹੋਣਾ ਚਾਹੀਦਾ? ਮੈਂ ਇਹਦਾ ਆਨਸਰ ਕਰਦੀ ਹਾਂ ਕਿ ਜਦੋਂ ਵੀ ਜਿਹੜੀ ਘਰੇਲੂ ਹਿੰਸਾ ਹੈ ਨਾ ਉਹ ਉੱਥੇ ਪੈਦਾ ਹੁੰਦੀ ਹੈ ਜਦੋਂ ਇਕੁਐਲਿਟੀ ਨਹੀਂ ਹੁੰਦੀ। ਮੈਂ ਕਹਿੰਦੀ ਔਰਤ ਇਕੁਐਲਿਟੀ ਵੀ ਨਹੀਂ ਮੰਗਦੀ, ਉਹ ਸਿਰਫ ਆਪਣੀ ਸਪੇਸ ਮੰਗਦੀ ਆ। ਤਾਂ ਉਹਦੇ ਲਈ ਇਹ ਹੈਗਾ ਕਿ ਤੁਸੀਂ ਔਰਤ ਨੂੰ ਵੀ ਇੱਕ ਮਨੁੱਖਤਾ ਸਮਝੋ, ਘੱਟੋ ਘੱਟ ਵੀ ਉਹ ਵੀ ਇਨਸਾਨ ਆ, ਉਹ ਵੀ ਥੱਕਦੀ ਆ। ਤੁਸੀਂ ਦੇਖੋ ਸਵੇਰੇ ਉੱਠਣ ਤੋਂ ਲੈ ਕੇ ਘਰ ਦੇ ਬੂਹੇ ਕੁੰਡੇ ਖੋਲਣ ਤੋਂ ਲੈ ਕੇ ਰਾਤ ਲਾਈਟਾਂ ਬੰਦ ਕਰਨ ਤੱਕ, ਕੁੰਡੇ ਜਿੰਦੇ ਲਾਉਣ ਤੱਕ, ਰਸੋਈ ਤੋਂ ਬੈਡਰੂਮ ਤੱਕ, ਉਹ ਬਹੁਤ ਮੀਲਾਂ ਦਾ ਸਫ਼ਰ ਘਰ ਦੇ ਵਿੱਚ ਤੈਅ ਕਰਦੀ ਆ। ਤਾਂ ਜੇਕਰ ਉਹਦੇ ਵਿੱਚ ਸੁਖਾਵਾਂ ਸਾਥ ਚਾਹੀਦਾ
ਤਾਂ ਸਾਨੂੰ ਸ਼ੇਅਰਿੰਗ ਚਾਹੀਦੀ ਹੈ। ਉਹ ਕਹਿੰਦੇ ਨੇ ਬੰਦੇ ਨੇ ਔਰਤ ਨਾਲ ਸੌਣਾ ਤਾਂ ਸਿੱਖ ਲਿਆ, ਉਹਦੇ ਨਾਲ ਜਾਗਣਾ ਨਹੀਂ ਸਿੱਖਿਆ। ਸੋ ਇਹ ਜਿਹੜੀ ਹੁਣ ਅੱਜ ਕੱਲ੍ਹ ਲੋਕਡਾਊਨ ਦੇ ਸਮੇਂ ਦੇ ਵਿੱਚ ਸਮੱਸਿਆ ਇਹੀ ਆਈ ਹੈ ਕਿ ਬੰਦੇ ਜਦੋਂ ਘਰੋਂ ਬਾਹਰ ਰਹਿੰਦੇ ਸੀ ਤਾਂ ਉਹਨਾਂ ਦੇ ਉਸ ਤਰ੍ਹਾਂ ਦੇ ਮੂਡਸ, ਉਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਸੀ। ਹੁਣ ਜਦੋਂ ਘਰ ਦੇ ਵਿੱਚ ਰਹੇ ਸਾਰਾ ਪਰਿਵਾਰ, ਤਾਂ ਔਰਤ ਦੇ ਉੱਤੇ ਇਹ ਵੱਧ ਗਈ ਹੋਰ ਜ਼ਿਆਦਾ ਜ਼ਿੰਮੇਵਾਰੀ ਕਿ ਉਹਨੇ ਵੰਨ-ਸੁਵੰਨਾ ਖਾਣਾ ਬਣਾਉਣਾ ਕਰਨਾ, ਔਰ ਜਿਹੜੀ ਡੋਮੈਸਟਿਕ ਹੈਲਪ ਸੀ ਉਹ ਵੀ ਨਹੀਂ ਮਿਲੀ ਉਸਨੂੰ, ਉਹ ਵੀ ਤੋਂ ਵਾਂਝੀ ਹੋ ਗਈ। ਸੋ ਉਹਦੇ ਉੱਤੇ ਬਹੁਤ ਸਾਰਾ ਵਰਕਲੋਡ ਆ। ਜੇਕਰ ਉਹ ਪਰਿਵਾਰ ਸਾਂਝ ਦੇ ਵਿੱਚ ਰਹਿ ਕੇ ਬੱਚੇ ਪਰਿਵਾਰ ਸਾਰੇ ਇਕੱਠੇ ਰਲ ਕੇ ਕੰਮ ਕਰਨ ਤਾਂ ਮੈਨੂੰ ਲੱਗਦਾ ਘਰੇਲੂ ਹਿੰਸਾ ਦੀ ਨੌਬਤ ਹੀ ਨਹੀਂ ਆਉਂਦੀ। ਸੋ ਔਰਤ ਨੂੰ ਉਹਦੇ ਹਿੱਸੇ ਦੀ ਸਪੇਸ ਦੇਣੀ ਬੜੀ ਜ਼ਰੂਰੀ ਹੈ। ਬਿਲਕੁਲ ਬਿਲकुल बहुत सोहना जवाब है। मेरे ख्याल जी जी हाँ चैल साहब बोलो बोलो। हाँ जी थैंक यू डॉक्टर साहब इस तो किवें बचा जा सकदा जो लेडी दे अगेंस्ट अहिंसा दा माहौल तैयार करन लई ग्राउंड तैयार करदी है, ਇਹਦਾ ਕੀ ਹੱਲ ਕਰ ਸਕਦੇ? ਜਸਮਲਕੀਤ ਇਹਦੇ ਬਾਰੇ ਤੁਸੀਂ ਬੋਲੋ ਜੀ। ਔਰਤ ਹੀ ਔਰਤ ਦੇ ਵਿਰੋਧ ਖੜਦੀ ਹੈ ਕਈ ਵਾਰੀ, ਇਹਦਾ ਕੋਈ ਹੋਰ ਪਰਸਪੈਕਟਿਵ ਹੈ ਫਿਲਾਸਫੀ ਦੀ ਪੱਧਰ ਤੇ ਜਾਂ ਕੋਈ ਇਸ ਕਿਸਮ ਦੀ ਗੱਲ ਹੈਗੀ ਹੈ? ਜਸਮਲਕੀਤ ਤੁਸੀਂ ਮਾਈਕ ਬੰਦ ਕਰ ਰੱਖਿਆ ਜੀ ਆਪਣਾ। ਜਸਮਲਕੀਤ ਤੁਹਾਡਾ ਮਾਈਕ ਬੰਦ ਹੈ। ਮੈਂ ਉਹਦੀ ਦੇਰ ਮੈਂ ਜਵਾਬ ਦੇਣੀ ਆ ਕਿ ਇਹਦੇ ਲਈ ਵੀ ਇਹ ਤਵੱਕੋ ਜਿਹੜੀ ਆ ਮਰਦ ਦੀ ਹੁੰਦੀ ਆ ਕਿ ਉਹ ਜੇ ਮੰਨ ਲਓ ਨੂੰਹ ਸੱਸ ਦਾ ਰਿਸ਼ਤਾ ਆ ਤਾਂ ਇੱਕ ਪੁੱਤ ਪੈਦਾ ਕਰਨ ਦੇ ਲਈ ਸੱਸ ਨੂੰਹ ਨੂੰ ਕਹਿੰਦੀ ਆ, ਪਰ ਉਹਦੇ ਪਿੱਛੇ ਫਿਤਰਤ ਉਹੀ ਮਾਨਸਿਕਤਾ ਮਰਦ ਵਾਲੀ ਕਿ ਜਿਹੜਾ ਅਗਲੀ ਜਨਰੇਸ਼ਨ ਨੂੰ ਚਲਾਉਣ ਵਾਲਾ ਜਿਹੜਾ ਆ ਨਾਮਕਰਨ, ਜਿਹੜਾ ਨਾਮ ਚੱਲਦਾ ਹੋਣਾ ਉਹ ਇਹਦੇ ਪਿੱਛੇ ਹੈ। ਸੋ ਇਹ ਜਿਹੜਾ ਹਿਡਨ ਏਜੰਡਾ ਹੈ ਉਹ ਵੀ ਉਹਦੇ ਥਰੂ ਹੀ ਹੁੰਦਾ ਆ। ਸੋ ਔਰਤ ਦੀ ਇਸ ਤਰ੍ਹਾਂ ਨਹੀਂ ਹੈ। ਹੁਣ ਜਿਹੜੀ ਔਰਤ ਆ ਇੱਕ ਦੂਜੇ ਨੂੰ ਨਾਲ ਲੈ ਕੇ ਵੀ ਤੁਰਦੀਆਂ ਨੇ। ਜੀ ਜੀ ਜਸਮਲਕੀਤ ਆਖਰੀ ਕਮੈਂਟ ਕੋਈ ਤੁਸੀਂ ਕਰਨਾ ਚਾਹ ਰਹੇ ਹੋ ਜੀ? ਹੈਲੋ ਬਿਲਕੁਲ ਜੀ, ਮੈਂ ਇਹ ਕਹਿਣਾ ਚਾਹੂੰਗੀ ਕਿ ਅਸਲ ਦੇ ਵਿੱਚ ਜਿਵੇਂ ਸੋਲਪਨ ਜੀ ਹੋਰਾਂ ਦੀ ਮੈਂ ਗੱਲ ਨਾਲ ਸਹਿਮਤ ਹਾਂ ਕਿ ਮਾਨਸਿਕਤਾ ਮਰਦ ਦੀ ਹੁੰਦੀ ਆ, ਪਰ ਕਿਤੇ ਨਾ ਜਦੋਂ ਕਿਤੇ ਔਰਤ ਤੇ ਇੱਕ ਜਿਹੜੀ ਸਾਡੀ ਆਦਤ ਹੈ ਕਿ ਅਸੀਂ ਕਿਤੇ ਵੀ ਆਪਣੀ ਬਾਦਸ਼ਾਹਤ ਚਾਹੁੰਦੇ ਹਾਂ, ਉਹ ਜਦੋਂ ਔਰਤ ਨੂੰ ਖਾਸ ਤੌਰ ਤੇ ਨੂੰਹ ਨਾਲ ਹੀ ਹਿੰਸਾ ਹੁੰਦੀ ਹੈ, ਹੋਰ ਤਾਂ ਕਿਸੇ ਨਾਲ ਧੀ ਨਾਲ ਤਾਂ ਮਾਂ ਬਹੁਤ ਘੱਟ ਕਰਦੀ ਹੈ, ਬਹੁਤ ਰੇਅਰ ਚਾਂਸਸ ਹੋਣਗੇ, ਤਾਂ ਉਹ ਜਦੋਂ ਕਿਤੇ ਬਾਦਸ਼ਾਹਤ ਖੁੱਸਦੀ ਨਜ਼ਰ ਆਉਂਦੀ ਹੈ ਤਾਂ ਫਿਰ ਉਹ ਪਲਾਟ ਕਰ ਲੈਂਦੇ ਆ ਸ਼ੁਰੂ। ਤਾਂ ਫਿਰ ਉੱਥੇ ਕੀ ਚਾਹੀਦਾ? ਉੱਥੇ ਮਰਦ ਦੀ ਭੂਮਿਕਾ ਹੋਰ ਜ਼ਿਆਦਾ ਅਹਿਮ ਹੋ ਜਾਂਦੀ ਹੈ ਕਿ ਉਹ ਦੋਨੋਂ ਪਾਸੇ ਬੈਲੈਂਸ ਬਣਾ ਕੇ ਚੱਲੇ। ਸੋ ਉਹ ਬੈਲੈਂਸ ਕਿਵੇਂ ਬਣਾ ਸਕਦਾ? ਉਹਨੂੰ ਪਤਾ ਕਿ ਉਹਦੀ ਮਾਂ ਦੀ ਨੇਚਰ ਕੀ ਹੈ ਤੇ ਉਸਨੇ ਉਹਦੇ ਤਰੀਕੇ ਨਾਲ ਵੀ ਗੱਲ ਕਰਨੀ ਆ। ਉਹਨੇ ਪਤਾ ਕਿ ਆਪਣੀ ਲਾਈਫ ਪਾਰਟਨਰ ਦੇ ਨਾਲ ਜਿਹੜਾ ਹੈਗਾ ਸਮਾਂ ਜਿਹੜਾ ਅਗਲੀ ਲਾਈਫ ਉਹਦੇ ਨਾਲ ਹੀ ਕੱਢਣੀ ਆ, ਸੋ ਉਹਦੇ ਤਰੀਕੇ ਨਾਲ ਵੀ ਗੱਲ। ਸੋ ਦੋਨਾਂ ਨੂੰ ਲੈ ਕੇ ਬਿਠਾ ਕੇ ਸਮਝਾ ਕੇ ਉਹ ਪਲਾਟ ਜਿਹੜੇ ਹੈਗੇ ਆ ਖਤਮ ਕਰ ਦੇਣੇ ਚਾਹੀਦੇ ਨੇ, ਜਿਹੜੇ ਮਾਨਸਿਕ ਤੌਰ ਤੇ ਜਾਂ ਲੜਾਈ ਦੇ ਲਈ ਤਿਆਰ ਕੀਤੇ ਗਏ। ਆਖਰੀ ਸਮਝਾਉਣਾ ਫਿਰ ਮਰਦ ਦੇ ਹਿੱਸੇ ਆ ਗਿਆ ਵੀ ਮਰਦ ਹੀ ਸਮਝਾਵੇ, ਮਤਲਬ ਕਿਤੇ ਨਾ ਕਿਤੇ। ਜੀ ਦੋਸਤੋ ਥੋੜਾ ਜਿਹਾ ਲਾਈਟ ਔਰਤ ਦੀ ਸਪੇਸ ਖੋਂਦਾ ਹੀ ਮਰਦ ਹੈ, ਹੋਰ ਤਾਂ ਕੋਈ ਰੌਲਾ ਹੀ ਨਹੀਂ। ਜੀ 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 ਸਰਬਜੀਤ ਮੈਮ ਤੁਸੀਂ ਕੁਝ ਨਾਂ ਦੱਸਣੇ ਚਾਹੁੰਦੇ ਹੋ, ਪੜ੍ਹਨਾ ਚਾਹੁੰਦੇ ਹੋ? ਪਲੀਜ਼ ਆਪਾਂ ਹੁਣ ਹਾਂਜੀ ਅੱਜ ਸਾਡੇ ਨਾਲ ਜਿਹੜੇ 13 ਕੋ-ਹੋਸਟ ਨੇ ਜੀ, 13 ਜਾਣੇ ਇਸ ਪ੍ਰੋਗਰਾਮ ਨੂੰ ਅੱਗੇ ਲਾਈਵ ਬ੍ਰੌਡਕਾਸਟ ਕਰ ਰਹੇ ਨੇ, ਸਾਡੇ ਨਾਲ ਸ਼ੇਅਰ ਕਰ ਰਹੇ ਨੇ, ਤੇ ਸ਼ਾਇਦ ਕੋਈ ਰੇਡੀਓ ਵਾਲੇ ਵੀ ਨੇ ਜਿਹੜੇ ਕਿਤੇ ਲਾਈਵ ਇਹਨੂੰ ਪ੍ਰੋਗਰਾਮ ਨੂੰ ਅੱਗੇ ਲੈ ਕੇ, ਉਹਨਾਂ ਦਾ ਵੀ ਉੱਥੇ ਹੋ ਰਿਹਾ ਹੈਗਾ ਸ਼ਾਇਦ ਕੈਨੇਡਾ ਸਰੀ ਦੇ ਵਿੱਚ। ਜੀ ਤੁਹਾਡਾ ਮਾਈਕ ਬੰਦ ਹੋ ਗਿਆ ਜੀ ਮੈਮ, ਮਾਈਕ ਬੰਦ ਹੋ ਗਿਆ। ਡਾਕਟਰ ਸਾਹਿਬ ਤੁਸੀਂ ਕਰ ਦਿੰਦੇ ਹੋ, ਮੈਨੂੰ ਹਮੇਸ਼ਾ ਆਉਂਦਾ ਤੁਹਾਡਾ ਮਾਈਕ ਬੰਦ ਕਰ ਦਿੱਤਾ ਗਿਆ, ਖੋਲਣਾ ਮੈਨੂੰ ਪੈਂਦਾ ਹੈ ਜੀ। ਸੋਲ ਮੈਮ ਤੁਹਾਡਾ ਮਾਈਕ ਬੰਦ ਹੈ। ਮੈਮ ਤੁਹਾਡਾ ਮਾਈਕ ਬੰਦ ਹੈ ਜੀ। ਓਕੇ ਜੀ ਹੁਣ ਬੋਲੋ। ਠੀਕ ਹੈ ਜੀ। ਪ੍ਰਿੰਸੀਪਲ ਲਖਵੀਰ ਸਿੰਘ यूनिवर्सिटी कॉलेज चुनी कलां तो जतिंदर सिंह, सतपाल सिंह, डॉक्टर रणदीप कौर, शरणजीत कौर आनंद ने, सिमरनजीत सिंह सिमरा, साडे बच्चे भी साडे नाल जुड़े हुए ने, गुरबिंदर सिंह मानक, हरदीप महालो तो अमेरिका रहिंदे ने ये, सतनाम रंधावा, बलजीत पाल सिंह, और बहुत सारा इन्होंने सारे ने ये लिखा है कि बहुत सोहणियां गल्लां होईयां ने। ज्ञान सिंह दर्दी, then शरणजीत कौर आनंद, जगदीश राज कुलरिया, नरिंदर सिंह, इन्होंने लिखा है कि सरबजीत कौर सोल और जसमलकीत भैन जी का तजर्बा बहुत है,
ਅਤੇ ਨਿਕਿਤਾ ਆਜ਼ਾਦ ਦੀ ਲਿਆਕਤ ਨਾਲ ਮੇਰੇ ਵੀਰ ਦੀ ਸੁਚੱਜੀ ਪੇਸ਼ਕਾਰੀ, ਭਾਵ ਹਰ ਇੱਕ ਦੇ ਮਨ ਦੀ ਗੱਲ ਮੌਕਾ ਦੇ ਕੇ ਕਹਾ ਲੈਣੀ। ਬਹੁਤ ਹੀ ਵਧੀਆ ਪ੍ਰੋਗਰਾਮ ਹੋ ਨਿਬੜ ਰਿਹਾ ਹੈ। ਦਰਸ਼ਨ ਸੋਢੀ ਨੇ, ਸ਼ਬਦੀਸ਼ ਕੁਮਾਰ ਨੇ, ਸਹਿਜ ਵੀ ਨੇ ਸਾਡੇ ਨਾਲ, ਸੁਖਮਨ ਸਿੰਘ ਨੇ, ਹਰਜੀਤ ਕੌਰ ਬਮਰਾ, ਕੁਮਾਰ ਸੁਸ਼ੀਲ, ਫਿਰ ਪਰਮਜੀਤ ਰੰਧਾਵਾ, ਇਹ ਕੈਨੇਡਾ ਤੋਂ ਨੇ, ਹਰਜੀਤ ਕੌਰ ਬਮਰਾ, ਸੁਭਾਸ਼ ਨੀਰਵ ਔਰ ਕਵਿਤਾ ਲਿਖਦੇ ਨੇ ਬਹੁਤ ਅੱਛੀ, ਪਰਮਜੀਤ ਰੰਧਾਵਾ, ਸਤੀਸ਼ ਗੁਲਾਟੀ ਜੀ, ਇੰਦੂ ਤਵਨ ਪੰਜਾਬ ਯੂਨੀਵਰਸਿਟੀ ਤੋਂ, ਬਲਦੀਪ ਕੌਰ ਸੰਧੂ, ਇਹਨਾਂ ਨੇ ਵੀ ਬਹੁਤ ਅੱਛੀਆਂ ਕਮੈਂਟਸ ਲਿਖੇ ਨੇ, ਬਲਵਿੰਦਰ ਸਿੰਘ ਸੰਧੂ, ਸਤਿੰਦਰ ਕੌਰ ਕਾਲੋਂ, ਫਿਰ ਸਾਡੇ ਨਾਲ ਨੇ ਜੀ ਸੁਨੀਲ ਚੰਦਿਆਨਵੀ, ਬਰਿੰਦਰ ਸਿੰਘ ਪਟਿਆਲਾ ਤੋਂ, ਅਰਤਿੰਦਰ ਸੰਧੂ ਜੀ, ਨਰਿੰਦਰ ਪਾਲ ਕੰਗ, ਹੋਰ ਹੈਗੇ ਨੇ ਜੀ ਹਰਜੀਤ ਕੌਰ ਬਮਰਾ, ਕਿਉਂਕਿ ਕਈਆਂ ਦੇ ਨਾਂ ਦੁਬਾਰਾ ਆ ਜਾਂਦੇ, ਰਜਿੰਦਰ ਸਿੰਘ, ਜਸਬੀਰ ਸਿੰਘ ਸੇਖੋਂ, ਹਰਕੀਰਤ ਕੌਰ ਚਾਹਲ, ਦੈਨ ਨਰਿੰਦਰ ਸਿੰਘ, ਰਾਜਵੀਰ ਸ਼ੇਰਗਿੱਲ, ਜਸਪ੍ਰੀਤ ਕੌਰ, ਹਰਸਿਮਰਨਜੀਤ ਕੌਰ, ਗੁਰਪ੍ਰੀਤ ਬਛੋਆਣਾ, ਰਾਜਵੀਰ ਸ਼ੇਰਗਿੱਲ, ਜਸਪ੍ਰੀਤ ਕੌਰ, ਤੇ ਹੋਰ ਵੀ ਬਹੁਤ ਸਾਰੇ ਨੇ ਜਿਨ੍ਹਾਂ ਨੇ ਗਰੁੱਪਸ ਦੇ ਵਿੱਚ ਇਹਨੂੰ ਸ਼ੇਅਰ ਕੀਤਾ, ਸਾਂਝਾ ਕੀਤਾ। ਸੋ ਇਹ ਸਿਰਫ ਮੇਰੇ ਵਾਲੇ ਤੇ ਜਿਹੜੇ ਕਮੈਂਟਸ ਆਏ ਨੇ ਮੇਰੇ ਕੋਲੇ ਕੁਝ ਤੁਹਾਡੇ ਤੋਂ ਵੀ ਹੋਣਗੇ। ਹਾਂਜੀ ਸਰ, ਤੁਸੀਂ ਉਹਨਾਂ ਬਾਰੇ ਗੱਲ ਕਰੋ। ਕੁਲਦੀਪ ਬਰਾੜ, ਮੈਡਮ ਰਜਿੰਦਰ ਕੌਰ, ਜਸ਼ਨਦੀਪ ਕੌਰ ਸੇਖੋਂ, ਇੰਦਰਪ੍ਰੀਤ ਧਾਮੀ, ਇਸ ਤੋਂ ਬਾਅਦ ਕੁਲਦੀਪ ਸਿੰਘ, ਬਲਵਿੰਦਰ ਕੌਰ, ਪੁਸ਼ਪਿੰਦਰ ਜੋਸ਼ਨ, ਮਨਜਿੰਦਰ ਨੂਰਪੁਰ, ਸੁਖਿੰਦਰ ਕੌਰ ਔਲਖ, ਸੁਖਦਰਸ਼ਨ ਕੌਰ, ਗੁਰਬਰਿੰਦਰ ਢਾਲੀਵਾਲ ਜੀ, ਇਸੇ ਤਰ੍ਹਾਂ ਸੁਖਮੀਤ ਪੰਗੂ, ਪਰਮਜੀਤ ਕੌਰ, ਚੰਦਨ ਸਿੰਘ ਕਾਲਕਟ, ਨਗਿੰਦਰ ਮੈਡਮ, ਬਲਜੀਤ ਸਰਾਂ, ਇਸ ਤੋਂ ਇਲਾਵਾ ਅਮਰਤਪਾਲ, ਕੁਲਵਿੰਦਰ ਮਠਾੜੂ, ਇਸ ਤੋਂ ਬਾਅਦ ਬਲਰਾਜ ਸਿੰਘ ਫਿਰੋਜ਼ਪੁਰ, ਪਰਮਾਨੰਦ ਸ਼ਾਸਤਰੀ ਜੀ, ਗੁਰਦੀਪ ਗਾਮੀਵਾਲਾ, ਇਹਨਾਂ ਨੇ ਬਹੁਤ ਸਾਰੇ ਦੋਸਤਾਂ ਨੇ ਲਗਾਤਾਰ ਪਾਰਟਿਸਿਪੇਸ਼ਨ ਕੀਤੀ ਹੈ, ਬਹੁਤ ਸਾਰੇ ਕਮੈਂਟ ਕੀਤੇ ਨੇ। ਕਮੈਂਟਾਂ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਨੇ। ਗੁਰਵਿੰਦਰ ਝੰਡੂਕੇ ਹੋਰੇ ਵੀ ਸਾਡੇ ਨਾਲ ਇਹਦੇ ਵਿੱਚ ਸ਼ਾਮਲ ਹੋਏ ਨੇ, ਪਰੀ ਕੰਬੋਜ, ਓਮ ਪ੍ਰਕਾਸ਼ ਜੀ, ਮੀਨੂ ਘੁੰਮਣ, ਪਵਨਪ੍ਰੀਤ ਖੇੜਾ, ਮਨਮੀਤ ਕੱਕੜ, ਇਸ ਤੋਂ ਇਲਾਵਾ ਚੰਦਰ ਸਿੰਘ ਕਾਲਕਟ ਦੁਬਾਰਾ ਆ ਗਏ। ਸੋ ਇਹ ਦੋਸਤ ਸਾਡੇ ਨਾਲ ਲਗਾਤਾਰ ਜੁੜੇ ਨੇ। ਹੋਰ ਵੀ ਕਾਫੀ ਸਾਰੇ ਦੋਸਤ ਨੇ, ਸਾਰਿਆਂ ਦਾ ਜਿਹਨਾਂ ਦਾ ਨਾਮ ਨਹੀਂ ਲਿਆ ਗਿਆ ਉਹਨਾਂ ਤੋਂ ਮਾਫੀ। ਰੇਖਾ ਰਾਣੀ, ਨਰਿੰਦਰ ਸਿੰਘ, ਬਹੁਤ ਸਾਰੇ ਦੋਸਤਾਂ ਨੇ ਬਹੁਤ ਸਾਰੇ ਕਮੈਂਟ ਕੀਤੇ ਨੇ ਜੀ। ਅੱਜ ਦਾ ਪ੍ਰੋਗਰਾਮ ਆਪਣਾ ਕਾਫੀ ਅੱਛਾ ਪ੍ਰੋਗਰਾਮ ਇਸ ਪੱਖੋਂ ਗਿਆ ਕਿ ਅਸੀਂ ਬਹੁਤ ਸਾਰੇ ਸਵਾਲ ਪੈਦਾ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜੀ। ਮੇਰੇ ਕੋਲ ਕੁਝ ਹੋਰ ਨਾਮ ਵੀ ਨੇ ਜੀ, ਨੀਤੂ ਗੋਗਾਵਾਲ, ਬੂਟਾ ਸਿੰਘ, ਆਂਚਲ, ਲਲਿਤ ਮਿੱਤਲ, ਔਰ ਇਹਦੇ ਨਾਲ ਇੱਕ ਉਹਦੇ ਤੇ ਫਲੈਸ਼ ਹੋ ਰਿਹਾ ਸੀ, ਦਰਦੀ ਜੀ ਵੀ ਨੇ, ਪਵਨਪ੍ਰੀਤ ਖਹਿਰਾ ਵੀ ਨੇ, ਔਰ ਉਹਨਾਂ ਦੇ ਉੱਤੇ ਬਹੁਤ ਸਾਰੇ ਕਮੈਂਟਸ ਸਾਨੂੰ ਜਿਹੜੇ ਉਹਦੇ ਉੱਤੇ ਆਏ ਨੇ ਉਹਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ। ਸੋ ਮੈਨੂੰ ਲੱਗਦਾ ਅਜੇ ਇਹਦੇ ਬਾਰੇ ਆਪਾਂ ਹੋਰ ਗੱਲਬਾਤ ਕਰਾਂਗੇ, ਔਰ ਸਮਾਂ ਆਉਣ ਤੇ ਤੁਸੀਂ ਆਪਣੀ ਰਾਏ ਸਾਨੂੰ ਫੇਸਬੁੱਕ ਰਾਹੀਂ ਵੀ ਦੇ ਸਕਦੇ ਹੋ, ਕਮੈਂਟਸ ਦੇ ਵਿੱਚ ਵੀ। ਅਸੀਂ ਉਹਨਾਂ ਬਾਰੇ ਫਿਰ ਦੁਬਾਰਾ ਗੱਲਾਂ ਕਰਾਂਗੇ, ਸਾਰਿਆਂ ਦੀ ਸੁਣਾਂਗੇ, ਸਾਰਿਆਂ ਨਾਲ ਵਿਚਾਰ ਸਾਂਝੇ ਕਰਾਂਗੇ, ਤਾਂ ਕਿ ਇਹ ਜਿਹੜਾ ਸਮਾਂ ਕਰੋਨਾ ਵਾਲਾ ਹੈ ਇਹਦੇ ਚੋਂ ਵੀ ਅਸੀਂ ਕੁਝ ਚੰਗਾ ਲੈ ਕੇ, ਕੋਈ ਸੇਧ ਇਸ ਦੀ ਸਹੀ ਵਰਤੋਂ ਕਰਕੇ ਕੁਝ ਹੋਰ ਵਧੀਆ ਕਰ ਸਕਣ ਦੇ ਸਮਰੱਥ ਹੋ ਸਕਾਂਗੇ। ਸੋ ਅੱਜ ਬਹੁਤ ਮੈਕਸਿਮਮ ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਵੀ ਅੱਜ ਸਾਨੂੰ ਰਿਆਇਤ ਮਿਲ ਗਈ ਕਿ ਔਰਤਾਂ ਦਾ ਪ੍ਰੋਗਰਾਮ ਆ। ਚਲੋ ਖੈਰ, ਬਹੁਤ ਅੱਛਾ ਪ੍ਰੋਗਰਾਮ ਰਿਹਾ। ਬਹੁਤ ਸਾਰੇ ਸਵਾਲ ਨਵੇਂ ਪੈਦਾ ਹੋਏ ਨੇ। ਇਹਨਾਂ ਸਵਾਲਾਂ ਦੀ ਰੋਸ਼ਨੀ ਦੇ ਵਿੱਚ ਫਿਰ ਆਪਾਂ ਕੁਝ ਸੈਸ਼ਨ ਕਰਾਂਗੇ। ਇਹ ਸਿਲਸਿਲਾ ਮੁੱਕਣਾ ਨਹੀਂ ਹੈਗਾ, ਇਕੱਲੇ ਇਸ ਪਲੇਟਫਾਰਮ ਤੋਂ ਨਹੀਂ। ਔਰਤ ਦੇ ਹਿੱਤਾਂ ਦੀ ਗੱਲ, ਔਰਤ ਦੇ ਮਸਲਿਆਂ ਦੀ ਗੱਲ ਬਹੁਤ ਸਾਰੇ ਪਲੇਟਫਾਰਮਾਂ ਤੋਂ ਹੋਣੀ ਚਾਹੀਦੀ ਹੈ, ਤੇ ਆਪਾਂ ਆਪੋ ਆਪਣੇ ਪੱਧਰ ਤੇ ਸਾਰੇ ਲੋਕ ਲੱਗੇ ਹੋਏ ਆ ਤੇ ਕਰ ਰਹੇ ਆ। ਇਹ ਉਦੋਂ ਤੱਕ ਚੱਲਦਾ ਰਹਿਣਾ ਚਾਹੀਦਾ ਜਦੋਂ ਤੱਕ ਔਰਤ ਮਰਦ ਦੀ ਬਰਾਬਰੀ ਦਾ ਸਿਲਸਿਲਾ ਸਾਨੂੰ ਇਕੁਅਲ ਨਹੀਂ, ਸਾਨੂੰ ਇੱਕ ਸੁਰਤਾ ਚਾਹੀਦੀ ਹੈ। ਔਰਤ ਤੇ ਮਰਦ ਦੀ ਇੱਕ ਸੁਰਤਾ ਹੋਣੀ ਬਹੁਤ ਜ਼ਰੂਰੀ ਹੈ, ਇਕਸਾਰਤਾ ਦੇ ਨਾਲ। ਸੋ ਕੱਲ ਦਾ ਅਸੀਂ ਜੋ ਪ੍ਰੋਗਰਾਮ ਕਰ ਰਹੇ ਹਾਂ ਉਹਦੇ ਵਿੱਚ ਸਾਡੇ ਨਾਲ ਇੱਕ ਬਹੁਤ ਵੱਖਰੇ ਡਿਫਰੈਂਟ ਇਸ਼ੂ ਤੇ ਅਸੀਂ ਕਰ ਰਹੇ ਹਾਂ। ਉਹਦੇ ਨਾਲ ਸਾਡੇ ਵਿਚਕਾਰ ਹੋਣਗੇ SSP ਵਿਜੀਲੈਂਸ ਪਰਮਜੀਤ ਸਿੰਘ ਵਿਰਕ, ਇਹਦੇ ਨਾਲ ਹੀ ਡਿਪਟੀ ਡਾਇਰੈਕਟਰ ਕਾਲਜਸ ਉਚੇਰੀ ਸਿੱਖਿਆ ਡਾਕਟਰ ਲਖਵਿੰਦਰ ਸਿੰਘ,
ਦੋ ਜੋ ਸ਼ਾਇਰ ਵੀ ਨੇ ਪਰ ਪ੍ਰਸ਼ਾਸਨ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਨੂੰ ਅਸੀਂ ਲਿਆ ਰਹੇ ਹਾਂ। ਬਹੁਤ ਸਾਰੇ ਮਸਲੇ ਜਿਹੜੇ ਪੁਲਿਸ ਦੇ ਮਸਲੇ ਨੇ, ਵਿਜੀਲੈਂਸ ਦੇ ਮਸਲੇ ਨੇ ਤੇ ਬਹੁਤ ਸਾਰੇ ਐਜੂਕੇਸ਼ਨ ਦੇ ਮਸਲੇ ਨੇ, ਕੱਲ ਅਸੀਂ ਡਿਸਕਸ ਕਰਾਂਗੇ। ਤੇ ਹੁਣ ਜਾਂਦੇ ਜਾਂਦੇ ਤੁਸੀਂ ਔਰਤਾਂ ਦੇ ਮਸਲੇ ਤੇ ਇੱਕ ਮਰਦਵਾਦੀ ਪੋਇਟਰੀ ਕਵਿਤਾ ਜ਼ਰੂਰ ਸੁਣ ਕੇ ਜਾਇਓ। ਮੇਰੀ ਕਵਿਤਾ ਹੈ, ਮੈਂ ਤੁਹਾਨੂੰ ਉਸ ਕਵਿਤਾ ਦੇ ਨਾਲ ਇਹਦੇ ਸਮਾਗਮ ਦਾ ਅੰਤ ਕਰੂੰਗਾ। ਕਵਿਤਾ ਦਾ ਨਾਮ ਹੈ ਮੈਂ ਸੀਤਾ। ਮੈਂ ਸੀਤਾ ਜਿਸ ਨੂੰ ਤੁਸੀਂ ਬਣਾਇਆ, ਨਮਾਣੀ ਨਤਾਣੀ ਬੇਬਸ ਲਾਚਾਰ, ਲਟਕ ਰਹੀ ਰਾਮ ਤੇ ਰਾਵਣ ਦੇ ਵਿਚਕਾਰ। ਸਦੀਆਂ ਤੋਂ ਲక్ష్మణ ਰੇਖਾ ਵਿੱਚ ਕੈਦ, ਇੱਕ ਰਾਖੀ ਕਰਦਾ, ਦੂਜਾ ਉਦਾਲਦਾ, ਤੀਜਾ ਜਿੱਤਦਾ, ਇੱਕ ਆਪਣੀ ਹਉਮੈ ਠਾਰਦਾ, ਦੂਜਾ ਅਗਨ ਪ੍ਰੀਖਿਆ ਲੈਂਦਾ। ਕੌਣ ਜਿੱਤਿਆ ਕੌਣ ਹਾਰਿਆ, ਪਰ ਮੈਂ ਜਲਾਲਤ ਚ ਫਸੀ, ਧਰਤੀ ਚ ਧਸੀ, ਸਾਰੀ ਦੀ ਸਾਰੀ ਹਾਰੀ ਹੀ ਹਾਰੀ। ਹਰ ਯੁੱਗ ਵਿੱਚ ਅੱਜ ਵੀ ਮੈਂ ਜਦ ਲక్ష్మణ ਰੇਖਾ ਉਲੰਘਦੀ, ਚੁਕੰਨੇ ਹੋ ਜਾਂਦੇ ਰਾਮ ਰਾਵਣ ਤੇ ਲక్ష్మణ। ਅੱਜ ਵੀ ਜਦ ਮੈਂ ਲక్ష్మణ ਰੇਖਾ ਉਲੰਘਦੀ, ਚੁਕੰਨੇ ਹੋ ਜਾਂਦੇ ਰਾਮ ਰਾਵਣ ਤੇ ਲక్ష్మణ। ਹਰ ਸਰੀਰ ਤੇ ਉੱਗ ਪੈਂਦੀਆਂ ਅਣਗਿਣਤ ਜੀਭਾਂ, ਅੱਖਾਂ 'ਚ ਉੱਗ ਪੈਂਦਾ ਸ਼ੈਤਾਨ। ਕੋਈ ਡਕਾਰ ਜਾਣਾ ਲੋਚਦਾ ਤੇ ਕਿਸੇ ਦੀ ਅਜ਼ਮਤ ਨੂੰ ਹੁੰਦਾ ਖਤਰਾ। ਪੈਰ ਪੈਰ ਤੇ ਅਗਨ ਪ੍ਰੀਖਿਆ, ਕੁੱਖ ਤੋਂ ਕਬਰ ਤੀਕ। ਤੁਸੀਂ ਖੇਡੋ ਮਰਦਾਂ ਦੀ ਖੇਡ, ਜਲਾਓ ਰਾਵਣ, ਬਜਾਓ ਜਿੱਤ ਦੇ ਡੰਕੇ, ਲਹਿਰਾਓ ਹਉਮੈ ਦੇ ਪਰਚਮ, ਘਿਓ ਦੇ ਦੀਵੇ ਜਲਾ ਕਰੋ ਰੋਸ਼ਨੀਆਂ। ਮੈਂ ਤਾਂ ਅਜੇ ਆਪਣੇ ਦੁਆਲੇ ਉਸਰੀ ਲక్ష్మణ ਰੇਖਾ ਨੂੰ ਪਾਰ ਕਰਨ ਦਾ ਹੀਆਂ ਜਟਾਉਂਦੀ, ਰਾਵਣ ਦੀ ਹਉਮੈ ਅਤੇ ਰਾਮ ਦੀ ਅਗਨ ਪ੍ਰੀਖਿਆ ਤੋਂ ਆਪਣਾ ਆਪਾ ਬਚਾਉਂਦੀ, ਆਪਣੇ ਮਨ ਦੀ ਦੁਫਾੜ ਧਰਤੀ ਤੋਂ ਨਿਕਲ ਕੇ ਆਪਣੀ ਜ਼ਮੀਨ ਤਲਾਸ਼ ਰਹੀ ਹਾਂ, ਆਪਣੀ ਜ਼ਮੀਨ ਤਲਾਸ਼ ਰਹੀ ਹਾਂ। ਬਹੁਤ ਅੱਛੇ ਡਾਕਟਰ ਸਾਹਿਬ। ਦੋਸਤੋ, ਔਰਤ ਆਪਣੀ ਜ਼ਮੀਨ ਤਲਾਸ਼ ਰਹੀ ਹੈ ਤੇ ਇਸ ਜ਼ਮੀਨ ਨੂੰ ਤਲਾਸ਼ਣ ਦੇ ਵਿੱਚ ਆਪਾਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਚਿੰਤਨ ਤੇ ਚੇਤਨਾ ਦੀ ਪੱਧਰ ਤੇ ਇਸ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ। ਤੁਸੀਂ ਸਾਰੇ ਬੁਲਾਰੇ ਜਿਹੜੇ ਸਾਡੇ ਨਾਲ ਜੁੜੇ ਹੋ, ਡਾਕਟਰ ਸਰਬਜੀਤ ਕੌਰ ਸੋਲ, ਡਾਕਟਰ ਜਸਮਲਕੀਤ, ਨਿਕਿਤਾ ਆਜ਼ਾਦ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਬਾਕੀ ਸਾਰੇ ਦੋਸਤਾਂ ਦਾ ਧੰਨਵਾਦ। ਇਸ ਵਰਚੁਅਲ ਸੰਸਾਰ, ਇਸ ਖਿੜਕੀ ਦੇ ਰਾਹੀਂ ਆਪਾਂ ਲਗਾਤਾਰ ਜੁੜੇ ਹੋਏ ਹਾਂ ਤੇ ਲਗਾਤਾਰ ਜੁੜੇ ਰਹਾਂਗੇ। ਸੋ ਮਿਲਦੇ ਹਾਂ ਆਪਾਂ 24 ਘੰਟਿਆਂ ਦੀ ਬ੍ਰੇਕ ਤੋਂ ਬਾਅਦ, ਕੱਲ ਇਸੇ ਵਕਤ ਇਸੇ ਸੰਸਾਰ ਦੇ ਵਿੱਚ। ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ।